ਅੱਜ ਦੇ ਸਪੈਸ਼ਲ ਪ੍ਰੋਗਰਾਮ ਪੱਖ ਦੀਆਂ ਖਬਰਾਂ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਅੱਜ ਅਸੀਂ ਤੁਹਾਡੀ ਮੁਲਾਕਾਤ ਬਰੈਂਪਟਨ ਦੀ ਉਸ ਰਾਈਡਿੰਗ ਦੇ ਵਿੱਚੋਂ ਗੱਲਬਾਤ ਕਰਾਵਾਂਗੇ ਜਿਹੜੀ ਰਾਈਡਿੰਗਸ ਦੀ ਬਾਉਂਡਰੀ ਚੇਂਜ ਹੋ ਚੁੱਕੀਆਂ ਨੇ। ਜਿਹੜੀ ਰਾਈਡਿੰਗ ਪਿਛਲੀ ਵਾਰ ਕੰਜ਼ਰਵੇਟਿਵ ਪਾਰਟੀ ਦੇ ਬਲ ਗੋਸਲ ਨੇ ਜਿੱਤੀ ਸੀ, ਪਰ ਜਦੋਂ ਰਾਈਡਿੰਗ ਦੀ ਬਾਉਂਡਰੀ ਚੇਂਜ ਕਰਨ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਉਸ ਵੇਲੇ ਜੋ NDP ਦੇ ਕੈਂਡੀਡੇਟ ਸੀਗੇ ਜਗਮੀਤ ਸਿੰਘ, ਤਾਂ ਉਹਨਾਂ ਨੂੰ ਕਲੀਅਰ ਲੀਡ ਮਿਲ ਸਕਦੀ ਸੀ। ਬਾਉਂਡਰੀ ਚੇਂਜ ਤੋਂ ਹੋਣ ਤੋਂ ਬਾਅਦ ਬਲ ਗੋਸਲ ਉੱਥੋਂ ਇਲੈਕਸ਼ਨ ਨਹੀਂ ਲੜ ਰਿਹਾ। ਇਹ ਗੱਲ ਤਾਂ ਪੱਕੀ ਆ ਕਿ ਉਸ ਰਾਈਡਿੰਗ ਦੇ ਵਿੱਚੋਂ, ਉਸ ਬਰੈਂਪਟਨ ਦੀ ਰਾਈਡਿੰਗ ਦੇ ਵਿੱਚੋਂ ਕੋਈ ਨਾ ਕੋਈ ਰੁੱਖੀ MP ਦਾ ਇਲੈਕਟ ਹੋਣਾ ਤੈਅ ਹੈਗਾ। ਜੇ ਗੱਲਬਾਤ ਰਾਹੁਲ ਬਜਾਜ ਦੀ ਕੀਤੀ ਜਾਵੇ, ਜੇ ਗੱਲਬਾਤ ਰਾਜ ਗਰੇਵਾਲ ਦੀ ਕੀਤੀ ਜਾਵੇ, ਜਾਂ NDP ਦੇ ਇੱਕ ਸਟਾਰ ਕੈਂਡੀਡੇਟ ਹਰਬਲਜੀਤ ਕਾਲੋਂ ਦੀ ਕੀਤੀ ਜਾਵੇ, ਤਾਂ ਇਹ ਗੱਲ ਤਿੰਨੇ ਹੀ ਰੁੱਖੀ ਕੈਂਡੀਡੇਟ ਨੇ। ਤਿੰਨਾਂ ਦੇ ਵਿੱਚੋਂ ਇੱਕ ਨੇ ਇੱਕ MP ਉੱਥੋਂ ਜ਼ਰੂਰ ਬਣਨਾ। ਪਰ ਜੇ ਪਿਛਲੇ ਅੰਕਾਂ ਤੇ ਨਜ਼ਰ ਮਾਰੀ ਜਾਵੇ ਤਾਂ NDP ਉਸ ਵੇਲੇ ਜਦੋਂ ਸਿਰਫ ਆਲਮੋਸਟ 672 ਸੀਟਾਂ ਦੇ ਨਾਲ ਬਲ ਗੋਸਲ ਸਾਹਿਬ NDP ਦੇ ਜਗਮੀਤ ਸਿੰਘ ਤੋਂ ਉਹ ਇਲੈਕਸ਼ਨ ਜਿੱਤੇ ਸਨ, ਪਰ ਇਸ ਵੇਲੇ ਜੇ ਉਸੇ ਅੰਕੜਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਹਰਬਲਜੀਤ ਤਾਂ ਕਿਤੇ ਨਾ ਕਿਤੇ ਪਲੜਾ ਭਾਰੀ ਲੱਗਦਾ, ਕਿਉਂਕਿ ਜੇ ਉਸੇ ਬਾਉਂਡਰੀ ਦੀ ਗੱਲ ਕੀਤੀ ਜਾਵੇ ਤਾਂ NDP ਉਸ ਸੀਟ ਨੂੰ ਈਜ਼ੀਲੀ ਜਿੱਤ ਸਕਦੀ ਆ। ਪਰ ਇੱਕ ਗੱਲ ਜ਼ਰੂਰ ਆ ਕਿ ਅੱਜ ਸਾਡੇ ਨਾਲ ਤੁਹਾਡੀ ਮੁਲਾਕਾਤ ਜਿਹੜੀ ਹੋਊਗੀ NDP ਦੇ ਉਸ ਕੈਂਡੀਡੇਟ ਨਾਲ ਜਿਨ੍ਹਾਂ ਨੇ ਇੱਕ ਸਟਾਰ ਕੈਂਡੀਡੇਟ ਵੱਲੋਂ ਉਸ ਬਰੈਂਪਟਨ ਦੀ ਰਾਈਡਿੰਗ ਦੇ ਵਿੱਚ ਆਪਣੀ ਕੈਂਡੀਡੇਟਸੀ ਜ਼ਾਹਰ ਕੀਤੀ ਆ। ਮੇਰੀ ਮੁਰਾਦ ਹਰਬਲਜੀਤ ਸਿੰਘ ਕਾਲੋਂ। ਹਰਬਲਜੀਤ ਸਿੰਘ ਕਾਲੋਂ ਅੱਜ ਸਾਡੇ ਨਾਲ ਪੱਖ ਦੀਆਂ ਖਬਰਾਂ ਦੇ ਵਿੱਚ ਸ਼ਾਮਲ ਹੋ ਰਹੇ ਨੇ। ਸਭ ਤੋਂ ਪਹਿਲਾਂ ਕਾਲੋਂ ਸਾਹਿਬ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦਾ ਬਹੁਤ-ਬਹੁਤ ਸਵਾਗਤ ਜੀ। ਥੈਂਕ ਯੂ ਤੂਰ ਸਾਹਿਬ, ਤੁਹਾਨੂੰ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। Before we start, can you tell us something about yourself? ਹਾਂਜੀ and why you running in this? ਜ਼ਰੂਰ ਜੀ। ਸੋ ਪਿਛਲੇ 8 ਸਾਲਾਂ ਤੋਂ ਮੈਂ ਜਿਹੜੇ ਟੋਰਾਂਟੋ ਦੇ ਬੈਂਕਿੰਗ ਸੈਕਟਰ ਆ, ਟੋਰਾਂਟੋ ਦੀਆਂ ਟੌਪ ਦੀਆਂ ਬੈਂਕਾਂ ਆ, ਉਹਦੇ ਵਿੱਚ ਐਜ਼ ਅ ਸੀਨੀਅਰ ਕੰਸਲਟੈਂਟ ਮੈਂ ਕੰਮ ਕਰਦਾ ਆ ਰਿਹਾ। ਉਹਦੇ ਵਿੱਚ ਜਿਹੜੇ ਆਪਣੇ ਬੈਂਕਾਂ ਨੂੰ ਹੋਰ ਮਜ਼ਬੂਤ ਬਣਾਉਣ ਵਾਲੇ ਪ੍ਰੋਜੈਕਟ ਆ, ਉਹਨਾਂ ਦੇ ਉੱਤੇ ਮੈਂ ਕੰਮ ਕੀਤਾ। ਅਤੇ ਜੇ ਆਪਣੀਆਂ ਬੈਂਕਾਂ ਮਜ਼ਬੂਤ ਹੋਣ ਤਾਂ ਸਾਡੀ ਇਕੋਨਮੀ ਵੀ ਮਜ਼ਬੂਤ ਹੁੰਦੀ ਆ। ਸੋ ਉਹ ਮੇਰਾ ਐਕਸਪੀਰੀਅੰਸ ਆ ਪਿਛਲੇ 8 ਸਾਲਾਂ ਤੋਂ। ਉਹ ਤੋਂ ਪਹਿਲਾਂ ਮੈਂ ਆਪਣੀ MBA ਕੀਤੀ ਉਹ ਸ਼ੁਲਕ ਸਕੂਲ ਆਫ ਬਿਜ਼ਨਸ ਤੋਂ। ਉਸ ਦੇ ਦੌਰਾਨ ਮੈਨੂੰ ਇੰਡੀਆ ਜਾਣ ਦਾ ਮੌਕਾ ਮਿਲਿਆ, ਸਿਲੈਕਸ਼ਨ ਹੋਈ ਸੀ ਦਿੱਲੀ ਅਤੇ ਪੰਜਾਬ ਦੇ ਏਰੀਏ ਵਿੱਚ ਐਜ਼ ਅ ਰੀਅਲ ਸਟੇਟ ਕੰਸਲਟੈਂਟ। ਇਹ ਜਿਹੜੇ ਮਾਲ ਅਤੇ ਪਲਾਜ਼ੇ ਬਣਦੇ ਸੀ ਉਹਨਾਂ ਦੇ ਵਿੱਚ ਐਜ਼ ਅ ਐਡਵਾਈਜ਼ਰੀ ਰੋਲ ਪਲੇ ਕੀਤਾ। ਅਤੇ ਫਿਰ ਉਸ ਤੋਂ ਬਾਅਦ ਇੱਕ ਯੂਨੀਵਰਸਿਟੀ ਆ ਅਹਿਮਦਾਬਾਦ, ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ IIMs, ਉਹਦੇ ਵਿੱਚ ਇੱਕ ਸਮੈਸਟਰ ਲਾਇਆ ਜਿੱਥੇ ਇੰਡੀਆ ਦੇ ਪ੍ਰਧਾਨ ਮੰਤਰੀ ਅਬਦੁਲ ਕਲਾਮ ਸਾਹਿਬ ਪ੍ਰੋਫੈਸਰ ਵੀ ਰਹੇ। ਸੋ ਉਹਨਾਂ ਨਾਲ ਵੀ ਲਾਉਣ ਦਾ ਮੈਨੂੰ ਕਲਾਸ ਲਾਉਣ ਦਾ ਮੌਕਾ ਮਿਲਿਆ ਸੀ। ਅਤੇ ਉਸ ਤੋਂ ਪਹਿਲਾਂ ਮੈਂ ਆਪਣੀ BA ਕੀਤੀ ਉਹ ਪੋਲੀਟੀਕਲ ਸਾਇੰਸ ਯਾਰਕ ਯੂਨੀਵਰਸਿਟੀ ਤੋਂ। ਅਤੇ ਜਿਹੜੀ ਇਸ ਕਮਿਊਨਿਟੀ ਵਿੱਚ ਵਿਚਰਨਾ ਪਿਛਲੇ 20 ਸਾਲਾਂ ਤੋਂ ਮੈਂ ਇਸ ਕਮਿਊਨਿਟੀ ਵਿੱਚ ਕੰਮ ਕਰਦਾ ਆ ਰਿਹਾ। ਜਾ ਕੇ ਪੋਲੀਟੀਕਲ ਕੈਂਪੇਨ ਹੋਵੇ, ਕੋਈ ਵੀ ਫੈਡਰਲ, ਪ੍ਰੋਵਿੰਸ਼ੀਅਲ, ਮਿਊਨਿਸਪਲ, ਹਰੇਕ ਇਲੈਕਸ਼ਨ ਵਿੱਚ ਭਾਗ ਲਿਆ ਜਾਂ ਛੋਟੇ ਹੁੰਦਿਆਂ ਤੋਂ। ਬਟ ਮੋਰ ਰੀਸੈਂਟਲੀ ਜਿਹੜੀ ਜਗਮੀਤ ਸਿੰਘ ਦੀ ਟੀਮ ਸੀ, ਜਿਹੜੀ NDP ਔਰੇਂਜ ਵੇਵ ਅਸੀਂ 2011 ਵਿੱਚ ਸ਼ੁਰੂ ਕੀਤੀ ਸੀ, ਉਹਦੇ ਵਿੱਚ ਮੈਂ ਇੱਕ ਕੈਂਪੇਨ ਕੋ-ਚੇਅਰ ਦਾ ਰੋਲ ਸੀਗਾ 2011 ਵਿੱਚ। ਅਤੇ ਉਸ ਤੋਂ ਬਾਅਦ ਤੋਂ ਲੈ ਕੇ ਅੱਜ ਤੱਕ ਜਗਮੀਤ ਸਿੰਘ ਦਾ ਮੁੱਖ ਐਡਵਾਈਜ਼ਰ ਆ। ਪਰ ਜੇ ਕਾਲੋਂ ਸਾਹਿਬ ਇੰਡੀਵਿਜੂਅਲ ਰਾਈਡਿੰਗ ਦੀ ਗੱਲ ਕੀਤੀ ਜਾਵੇ, ਜਿਹੜੀ ਬਰੈਂਪਟਨ ਦੀ ਇਸ ਰਾਈਡਿੰਗ ਬਾਰੇ ਜਿਹੜੀ ਬਾਉਂਡਰੀ ਰੀਡਿਸਟਰੀਬਿਊਸ਼ਨ ਹੋਈ ਆ, ਕਿਤੇ ਨਾ ਕਿਤੇ NDP ਪਾਰਟੀ ਨੂੰ ਕੋਈ ਐਡਵਾਂਟੇਜ ਹੈਗਾ। ਇਸ ਲਈ ਰਾਜ ਗਰੇਵਾਲ ਕਹਿੰਦੇ ਨੇ ਤੁਸੀਂ ਉਸ ਰਾਈਡਿੰਗ ਦੇ ਵਿੱਚ ਨਾ ਰਹਿੰਦੇ ਹੋਏ ਵੀ ਉੱਥੋਂ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕੀਤੀ। ਹਾਂਜੀ ਜੀ। ਸੋ ਜਿਹੜਾ ਮੇਰਾ ਪਿਛਲੇ 20 ਸਾਲਾਂ ਤੋਂ ਇਸ ਰਾਈਡਿੰਗ ਵਿੱਚ ਬਹੁਤ ਜ਼ਿਆਦਾ ਨੇੜ ਦਾ ਰਸਤਾ ਆ, 92, 93 ਤੋਂ ਲੈ ਕੇ ਜਦੋਂ ਛੋਟੇ ਹੁੰਦੇ ਸੀਗੇ ਉਦੋਂ ਦੇ ਅਸੀਂ ਇਸ ਰਾਈਡਿੰਗ ਵਿੱਚ ਫੱਟੇ ਕੱਢਦੇ ਆ, ਕੈਂਪੇਨ ਕਰਦੇ ਆ। ਜਿਹੜੀ ਇੱਕ ਸਾਡੀ ਇੰਸਟੀਟਿਊਸ਼ਨ ਹੈ ਸੇਵਾ ਫੂਡ ਬੈਂਕ, ਉਹਦਾ ਮੈਂ ਇੱਕ ਫਾਊਂਡਿੰਗ ਵੋਲੰਟੀਅਰ ਆ। ਉਸ ਦੇ ਨਾਲ ਨਾਲ ਪਿਛਲੇ 3 ਸਾਲਾਂ ਤੋਂ ਉਹਦੇ ਉੱਤੇ ਮੈਂ ਐਜ਼ ਅ ਬੋਰਡ ਡਾਇਰੈਕਟਰ ਕੰਮ ਕੀਤਾ। ਅਤੇ ਜਿੰਨੇ ਵੀ ਸਟੇਕ ਹੋਲਡਰ ਸਾਡੇ, ਜਾਂ ਤਾਂ ਕਲਾਇੰਟ ਹੋਣ, ਵੋਲੰਟੀਅਰ ਹੋਣ ਜਾਂ ਡੋਨਰ ਹੋਣ, ਉਹ ਐਸੇ ਕਮਿਊਨਿਟੀ ਵਿੱਚੋਂ ਆ। ਪਰ ਜਿਹੜੀ ਮੋਰ ਇੰਪੋਰਟੈਂਟਲੀ ਗੱਲ ਆ, ਜਿਹੜੀ ਬਰੈਂਪਟਨ ਈਸਟ ਦੇ ਟੌਪ ਦੇ ਇਸ਼ੂ ਆ, ਆਟੋ ਇੰਸ਼ੋਰੈਂਸ ਹੋਵੇ, ਟੈਂਪਰੇਰੀ ਜੋਬ ਏਜੰਸੀ, ਹੈਲਥ ਕੇਅਰ, ਉਹ ਇਸ਼ੂ ਦੇ ਉੱਤੇ ਪਿਛਲੇ 4 ਸਾਲਾਂ ਤੋਂ ਲਗਾਤਾਰ ਇਹ ਅਸੀਂ ਬਿੱਲ ਪੇਸ਼ ਕੀਤੇ ਹੋਆ। ਇਹ ਮੁੱਦੇ ਅੱਗੇ ਰੱਖ ਲਏ ਅੰਟੇਰੀਓ ਦੇ ਸੂਬੇ ਦੇ ਵਿੱਚ ਅਸੈਂਬਲੀ ਤੌਰ 'ਤੇ। ਸੋ ਜਿਹੜਾ ਮੇਰਾ ਐਜ਼ ਕਮਿਊਨਿਟੀ ਵਿੱਚ ਵਿਚਰਨ ਦਾ ਅਤੇ ਕੰਮ ਕਰਨ ਦਾ ਐਕਸਪੀਰੀਅੰਸ ਆ, ਉਹ ਕਾਫੀ ਜ਼ਿਆਦਾ ਆ ਅਤੇ ਮੈਂ ਬਹੁਤ ਹੀ ਜ਼ਿਆਦਾ ਇਸ਼ੂਆਂ ਨੂੰ ਜਾਣਦਾ।
ਲੈਟਸ ਟਾਕ ਅਬਾਊਟ ਦ ਮੇਨ ਇਸ਼ੂਜ਼ ਇਨ ਦਿਸ ਕੈਨੇਡੀਅਨ ਜਿਹੜੀ ਫੈਡਰਲ ਇਲੈਕਸ਼ਨਸ ਹੋ ਰਹੀਆਂ ਨੇ ਉਹਦੇ ਵਿੱਚੋਂ ਜਿਹੜਾ ਸਭ ਤੋਂ ਪਹਿਲਾ ਫੈਡਰਲ ਇਲੈਕਸ਼ਨ ਦੇ ਵਿੱਚ ਹੋ ਰਿਹਾ ਉਹ ਇਲੈਕਸ਼ਨ ਹੈਗਾ ਕਿ ਇਕਨੋਮੀ ਦਾ ਇੱਕ ਮੇਨ ਮੁੱਦਾ ਹੈਗਾ। ਇਕਨੋਮੀ ਦੇ ਵਿੱਚ ਪਾਰਟੀ ਪਾਲਿਸੀਜ਼ ਤੇ ਜਾਂ ਤੁਹਾਡੀ ਇੰਡੀਵਿਜੂਅਲ ਜੇ ਕੋਈ ਥਿੰਕਿੰਗ ਹੈਗੀ ਆ ਉਸ ਦੇ ਵਿਸ਼ੇ ਤੇ ਜੇ ਗੱਲਬਾਤ ਕੀਤੀ ਜਾਵੇ ਕਿਵੇਂ ਤੁਸੀਂ ਸੋਚਦੇ ਹੋ ਕਿ ਲਿਬਰਲ ਪਾਲਿਸੀਜ਼ ਜਾਂ ਕੰਜ਼ਰਵੇਟਿਵ ਪਾਲਿਸੀਜ਼ ਤੋਂ ਤੁਹਾਡੀ ਪਾਲਿਸੀਜ਼ ਡਿਫਰੈਂਟ ਨੇ ਤੇ ਠੀਕ ਵੀ ਨੇ? ਇਹਦੇ ਵਿੱਚ ਗੱਲ ਇੱਦਾਂ ਆ ਤੂਰ ਸਾਹਿਬ ਕਿ ਜੇ ਤੁਸੀਂ ਪਿਛਲੇ 10 ਸਾਲ ਦੇਖ ਲਈਏ ਹਾਰਪਰ ਦਾ ਰੈਕਰਡ 4 ਲੱਖ ਮੈਨੂਫੈਕਚਰਿੰਗ ਜੌਬ ਕੈਨੇਡਾ ਤੋਂ ਗਵਾ ਚੁੱਕੀਆਂ ਆ। ਉਹ 4 ਲੱਖ ਵਿੱਚੋਂ ਜਿਹੜੇ ਬਰੈਂਪਟਨ ਸਾਡੇ ਰਾਈਡਿੰਗ ਦੇ ਵਿੱਚ ਉਹ ਤੋਂ ਵੀ ਕਾਫੀ ਮੈਨੂਫੈਕਚਰਿੰਗ ਜੌਬਸ ਫੈਕਟਰੀਆਂ ਇਹ ਪਲਾਸਟਿਕ ਕੰਪਨੀਆਂ ਲੋਹੇ ਦੀਆਂ ਕੰਪਨੀਆਂ ਕਾਫੀ ਮੂਵ ਹੋ ਚੁੱਕੀਆਂ ਆ। ਉਸ ਦੇ ਨਾਲ ਜਿਹੜਾ ਜੌਬ ਗਰੋਥ ਰੈਕਰਡ ਆ ਕੰਜ਼ਰਵੇਟਿਵ ਸਰਕਾਰ ਦਾ ਵਰਲਡ ਵਾਰ 2 ਤੋਂ ਲੈ ਕੇ ਅੱਜ ਤੱਕ ਸਭ ਤੋਂ ਬੁਰਾ ਆ। ਸੋ ਜੇ ਇਹ ਹੁਣ ਆਪਣੇ ਆਪ ਨੂੰ ਅੱਜ ਕਹਿੰਦੇ ਆ ਵੀ ਜੇ ਇਕਨੋਮੀ ਦੇ ਮਾਹਰ ਆ ਜਾਂ ਇਹ ਜੌਬ ਕ੍ਰੀਏਟਰ ਆ, ਇਹ ਗੱਲ ਬਿਲਕੁਲ ਫਾਲਸ ਆ। ਦੂਸਰੀ ਗੱਲ ਆ ਗਈ ਲਿਬਰਲ ਪਾਰਟੀ ਦੀ, ਉਹ ਜੁਲਾਈ ਤੱਕ ਤਾਂ ਕਹਿੰਦੇ ਸੀਗੇ ਵੀ ਅਸੀਂ ਬਜਟ ਬੈਲੈਂਸ ਕਰਨਾ। ਉਹ ਕੰਜ਼ਰਵੇਟਿਵ ਸਰਕਾਰ ਨੂੰ ਭੰਡਦੇ ਸੀਗੇ ਵੀ ਇਹਨਾਂ ਨੇ ਬਜਟ ਬੈਲੈਂਸ ਨਹੀਂ ਕੀਤਾ ਤੇ ਹੁਣ ਜੁਲਾਈ ਤੋਂ ਬਾਅਦ ਪਤਾ ਨਹੀਂ ਕੀ ਹੋਇਆ। ਹੁਣ ਇਹਨਾਂ ਨੇ ਆਪਣਾ ਪਲਾਨ ਚੇਂਜ ਕੀਤਾ ਵੀ ਅਸੀਂ ਡੈਫਿਸਿਟ ਵਿੱਚ ਕਰਨਾ ਆ ਤੇ ਇਸ ਡੈਫਿਸਿਟ ਸਪੈਂਡਿੰਗ ਕਰਨੀ ਆ ਇੰਫਰਾਸਟਰਕਚਰ ਲਈ। ਜੇ ਤੁਸੀਂ ਇਸ ਵੇਲੇ ਅੰਟੈਰੀਓ ਸੂਬੇ ਦਾ ਹਾਲ ਦੇਖ ਲਓ, ਲਿਬਰਲ ਸਰਕਾਰ ਥੱਲੇ ਤਕਰੀਬਨ $11 ਬਿਲੀਅਨ ਕਰਜ਼ੇ ਦੇ ਜਿਹੜਾ ਕਿਸ਼ਤਾਂ ਦਾ ਮੁੱਲ ਆ ਉਹ ਪੇ ਕਰਦੇ ਟੈਕਸ ਪੇਅਰ ਇੱਥੋਂ। ਸੋ ਜਿਹੜੇ ਰਾਹ 'ਤੇ ਲਿਬਰਲ ਪਾਰਟੀ ਅੰਟੈਰੀਓ ਨੂੰ ਲੈ ਕੇ ਜਾ ਚੁੱਕੀ ਆ ਉਹ ਰਾਹ ਅਸੀਂ ਚਾਹੁੰਦੇ ਵੀ ਕੈਨੇਡਾ ਦਾ ਨਾ ਹੋਵੇ। ਜਿਹੜਾ NDP ਦਾ ਪਲਾਨ ਇਹ ਆ ਵੀ ਜਿਹੜੀਆਂ ਸਾਡੀਆਂ ਮੈਨੂਫੈਕਚਰਿੰਗ ਜੌਬਾਂ ਗਵਾਚ ਚੁੱਕੀਆਂ ਆ ਉਹਨਾਂ ਨੂੰ ਮੁੜ ਕੇ ਲਿਆਉਣ ਨੂੰ ਅਸੀਂ ਇੱਕ ਟੈਕਸ ਕ੍ਰੈਡਿਟ ਜਿਹੜਾ ਵੀ ਕੰਪਨੀ ਕੋਈ ਟੈਕਸ ਇਨਵੈਸਟਮੈਂਟ ਕਰਦੀ ਆ ਮੈਨੂਫੈਕਚਰਿੰਗ ਵਿੱਚ ਉਹਨੂੰ ਟੈਕਸ ਮਿਲੀ ਜਾਵੇ। ਉਸ ਦੇ ਨਾਲ ਜਿਹੜੀਆਂ 78% ਜੌਬਾਂ ਆ ਕੈਨੇਡਾ ਦੇ ਵਿੱਚ ਉਹ ਸਮਾਲ ਬਿਜ਼ਨਸ ਦੀਆਂ ਆ ਤੇ ਅਸੀਂ ਚਾਹੁੰਦੇ ਆ ਵੀ ਸਮਾਲ ਬਿਜ਼ਨਸ ਦਾ ਟੈਕਸ ਘਟਾਇਆ ਜਾਵੇ 11% ਤੋਂ 9%। ਤੇ ਇਹ ਸਾਡੀ ਅੱਜ ਦੀ ਪਾਲਿਸੀ ਨਹੀਂ, ਇਹ ਪਿਛਲੇ ਜਦੋਂ 2011 ਵਿੱਚ ਜੈਕ ਲੇਟਨ ਸਾਹਿਬ ਸੀਗੇ ਉਦੋਂ ਦੀ ਇਹ NDP ਪਾਲਿਸੀ ਆ। ਤੇ ਜਿਹੜੇ ਇਹ ਦੋਨੇ ਏਰੀਆ ਦੇ ਨਾਲ ਸਾਨੂੰ ਇਕਨੋਮੀ ਨੂੰ ਕਾਫੀ ਕਿਕ ਸਟਾਰਟ ਤੇ ਬੂਸਟ ਮਿਲ ਸਕਦਾ। ਪਰ ਜੇ ਗੱਲ ਸਟੀਵਨ ਹਾਰਪਰ ਦੀ ਕੀਤੀ ਜਾਵੇ, ਸਟੀਵਨ ਹਾਰਪਰ 1.3 ਮਿਲੀਅਨ ਜੌਬ ਕ੍ਰੀਏਟ ਕਰਨ ਦੀ ਗੱਲ ਕਰਦੇ ਨੇ ਤੇ ਦੂਜੇ ਪਾਸੇ ਜੇ NDP ਦੀ ਵੀ ਉਸ ਕੰਪੈਰੀਜ਼ਨ ਦੀ ਗੱਲ ਕੀਤੀ ਜਾਵੇ ਬਜਟ ਬੈਲੈਂਸ ਕਰਨ ਦੇ ਵਿੱਚ ਦੋਨੇ ਪਾਰਟੀਆਂ ਇੱਕ ਦੂਜੇ ਨਾਲ ਕੰਪੀਟੀਸ਼ਨ ਕਰਨਾ ਚਾਹੁੰਦੀਆਂ ਨੇ। ਜਦੋਂ ਜੌਬ ਕ੍ਰੀਏਸ਼ਨ ਦੀ ਗੱਲ ਕੀਤੀ ਜਾਵੇ ਕੀ ਤੁਸੀਂ ਸਮਝਦੇ ਹੋ ਕਿ ਸਟੀਵਨ ਹਾਰਪਰ ਦੇ ਅੰਕੜੇ $1.3 ਮਿਲੀਅਨ ਜੌਬ ਕ੍ਰੀਏਸ਼ਨ ਇਨ ਲਾਸਟ ਪੀਰੀਅਡ ਵੈਨ ਹੀ ਵਾਜ਼ ਦ ਪ੍ਰਾਈਮ ਮਿਨਿਸਟਰ ਵਰ ਦੇ ਰੌਂਗ ਔਰ ਨਾਟ? ਤੁਰ ਸਾਹਿਬ ਇਹ ਗੱਲ ਨੰਬਰਾਂ ਦੀ ਨਹੀਂ, ਨੰਬਰ ਜਿੰਨੇ ਮਰਜ਼ੀ ਹੋਣ ਪਰ ਜਿਹੜੀ ਰਿਐਲਿਟੀ ਇਹ ਆ ਵੀ ਉਹ ਜੌਬਾਂ ਹੈ ਕਿੱਦਾਂ ਨਹੀਂ ਆ। ਜੇ ਤੁਸੀਂ ਅੱਜ ਬਰੈਂਪਟਨ ਦਾ ਹਾਲ ਦੇਖ ਲਓ ਉਹਦੇ ਵਿੱਚ ਫੈਮਲੀਆਂ ਨੂੰ 2-2 ਜੌਬਾਂ ਕਰਕੇ ਗੁਜ਼ਾਰਾ ਕਰਨਾ ਪੈਂਦਾ। ਜਿਹੜੀਆਂ ਜੌਬਾਂ ਦੀਆਂ ਇਹ ਗੱਲਾਂ ਕਰਦੇ ਆ ਜਾਂ ਅੰਕੜੇ ਦੱਸ ਰਹੇ ਆ, ਕੁਐਸਚਨ ਇਹ ਆ ਵੀ ਉਹ ਜੌਬਾਂ ਦੇ ਨਾਲ ਅਸੀਂ ਫੈਮਲੀ ਰੇਜ਼ ਕਰ ਸਕਦੇ ਆ, ਉਹ ਜੌਬਾਂ ਵਿੱਚ ਸਾਡੇ ਬੈਨੀਫਿਟ ਆ, ਉਹ ਜੌਬਾਂ ਦੇ ਵਿੱਚ ਸਾਨੂੰ ਕੋਈ ਪੈਨਸ਼ਨ ਮਿਲਦੀ ਆ, ਉਹ ਜੌਬਾਂ ਸਾਡੀਆਂ ਪੱਕੀਆਂ ਆ ਜਾਂ ਕੱਚੀਆਂ ਨੌਕਰੀਆਂ ਆ। ਕਿਉਂਕਿ ਜਿਹੜੇ ਇਸ ਵੇਲੇ ਅੰਟੈਰੀਓ ਵਿੱਚ ਆ ਜਦੋਂ ਦੀ ਲਿਬਰਲ ਸਰਕਾਰ ਸੂਬੇ ਵਿੱਚ ਆਈ ਆ ਤੇ ਉਸ ਦੇ ਨਾਲ ਫੈਡਰਲੀ ਕੰਜ਼ਰਵੇਟਿਵ ਆ ਜਿਹੜਾ ਟੈਂਪਰੇਰੀ ਜੌਬ ਏਜੰਸੀਆਂ ਦਾ ਇਹ ਰੋਲ ਆ ਬਹੁਤ ਜ਼ਿਆਦਾ ਵੱਧ ਚੁੱਕਿਆ ਆ। ਸੋ ਉਹਦੇ ਵਿੱਚ ਮਤਲਬ ਅੱਧੇ ਪੈਸੇ ਮਿਲਦੇ ਸਾਡੇ ਲੋਕਾਂ ਨੂੰ, ਉਸ ਦੇ ਨਾਲ ਨਾ ਉਹ ਬੈਨੀਫਿਟ ਆ ਤੇ ਉਹ ਪੱਕੇ ਹੋਣ ਤੋਂ ਪਹਿਲਾਂ ਉਹਨਾਂ ਨੂੰ ਫਾਇਰ ਕਰਕੇ ਤੇ ਦੁਬਾਰਾ ਰੱਖਦੇ ਆ। ਸੋ ਇਹ ਦੋਨੇ ਜਿਹੜੀਆਂ ਗੱਲਾਂ ਆ ਬਹੁਤ ਡੇਂਜਰਸ ਆ। ਸੋ ਸਵਾਲ ਇਹ ਨਹੀਂ ਹੁੰਦਾ ਵੀ ਜੌਬਾਂ ਕਿੰਨੀਆਂ ਆ, ਸਵਾਲ ਹੁੰਦਾ ਵੀ ਉਹ ਜੌਬਾਂ ਦੀ ਕੁਆਲਿਟੀ ਕੀ ਆ। ਜਦੋਂ ਗੱਲ ਮਿਨੀਮਮ ਵੇਜ ਦੀ ਕੀਤੀ ਜਾਵੇ NDP ਪਾਰਟੀ ਦੀ ਕਾਫੀ ਕਲੀਅਰ ਪਾਲਿਸੀ ਆ ਕਿ ਅਸੀਂ ਮਿਨੀਮਮ ਵੇਜ ਨੂੰ $15 ਪਰ ਆਵਰ ਲੈ ਕੇ ਜਾਣਾ ਚਾਹੁੰਦੇ ਆ। ਪਰ ਜਦੋਂ ਟੌਮ ਮਲਟੇਅਰ ਇਸ ਗੱਲ ਨੂੰ ਕਰਨਾ ਚਾਹੁੰਦੇ ਆ ਕੀ ਤੁਸੀਂ ਮੇਰੀ ਉਸ ਗੱਲ ਨਾਲ ਸਹਿਮਤ ਹੋ ਕਿ ਟੌਮ ਮਲਟੇਅਰ ਦਾ ਉਹ ਪ੍ਰੋਮਿਸ ਸਿਰਫ ਫੈਡਰਲ EMPLOYEES ਜਿਨ੍ਹਾਂ ਦੀ ਗਿਣਤੀ ਨਾ ਮਾਤਰ ਸਿਰਫ 1 ਲੱਖ ਦੇ ਕਰੀਬ ਬਣਦੀ ਆ, ਜੇ ਓਵਰਆਲ ਕੈਨੇਡਾ ਦੀ ਇੰਪਲੋਇਮੈਂਟ ਦੀ ਦੇਖੀ ਜਾਵੇ ਤਾਂ ਪਰਸੈਂਟੇਜ ਕਾਫੀ ਘੱਟ ਬਣਦੀ ਆ, ਕਿ ਜਿਹੜਾ ਉਹ ਪ੍ਰੋਮਿਸ $15 ਪਰ ਆਵਰ ਮਿਨੀਮਮ ਵੇਜ ਦਾ ਹੈਗਾ ਉਹ ਸਿਰਫ 1 ਲੱਖ ਕੈਨੇਡੀਅਨਸ ਨੂੰ ਹੀ ਇਫੈਕਟ ਕਰੂਗਾ। ਉਹ 1 ਲੱਖ ਕੈਨੇਡੀਅਨ ਵਰਕਰ ਉਹ ਨੇ ਜਿਨ੍ਹਾਂ ਦੀ ਆਲਰੇਡੀ ਮਿਨੀਮਮ ਵੇਜ ਮੋਰ ਦੈਨ $15 ਪਰ ਆਵਰ ਹੈਗੀ ਆ। ਸੋ ਤੁਹਾਡੀ ਗੱਲ ਬਿਲਕੁਲ ਸਹੀ ਆ ਵੀ ਇਹ 1 ਲੱਖ ਵਰਕਰ ਤਕਰੀਬਨ ਫਾਇਦਾ ਹੋਊਗਾ। ਪਰ ਜਿਹੜੀ ਗੱਲ ਇਹ ਆ ਵੀ ਇਹ ਇੱਕ ਲੀਡਰਸ਼ਿਪ ਆ
ਲੀਡਰਸ਼ਿਪ ਇਹ ਆ ਵੀ ਅਸੀਂ ਕੈਨੇਡਾ ਦਾ ਡਾਇਰੈਕਸ਼ਨ ਕਿੱਦਾਂ ਨਾ ਚਾਹੁੰਦੇ ਆ। ਸਾਡੀ ਰਾਈਡਿੰਗ ਬਰੈਂਪਟਨ ਈਸਟ ਆ, ਉਹਦਾ ਬਾਰਡਰ ਪੈਂਦਾ ਮਾਲਟਨ ਦੇ ਨਾਲ। ਮਾਲਟਨ ਦੇ ਵਿੱਚ ਲੈਸਟਰ ਬੀ ਪੀਅਰਸਨ 에ਅਰਪੋਰਟ ਆ ਜੋ ਕਿ ਕੈਨੇਡਾ ਦਾ ਸਭ ਤੋਂ ਵੱਡਾ 에ਅਰਪੋਰਟ ਆ ਤੇ ਉਹ ਫੈਡਰਲ ਜੁਰਿਸਡਿਕਸ਼ਨ ਦੇ ਵਿੱਚ ਆ। ਸੋ ਜਿਹੜੀ ਇਹ ਪਾਲਿਸੀ ਆ ਸਾਡੀ ਰਾਈਡਿੰਗ ਤੇ ਸਾਡੀ ਏਰੀਆ ਵਿੱਚ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋ ਸਕਦੀ ਆ। ਸੋ ਜੇ ਤੁਸੀਂ ਦੇਖ ਲਓ ਵੀ ਜਿੱਥੇ ਜਿੱਥੇ ਵੀ ਫੈਡਰਲ ਜੁਰਿਸਡਿਕਸ਼ਨ ਆ ਉੱਥੇ ਅਸੀਂ ਚਾਹੁੰਦੇ ਆ ਵੀ $15 ਮਿਨੀਮਮ ਵੇਜ ਹੋਵੇ, ਕਿਉਂਕਿ ਇਹਦੇ ਨਾਲ ਜਿਹੜੇ ਸੂਬੇ ਆ ਉਹ ਇੱਕ ਡਾਇਰੈਕਸ਼ਨ ਇੱਕ ਲੀਡਰਸ਼ਿਪ ਸਾਡੇ ਵੱਲ ਨੂੰ ਫੋਲੋ ਕਰ ਸਕਦੇ ਆ, ਤਾਂ ਕਿ ਜਿਹੜਾ ਬੰਦਾ ਅੱਜ ਇਹ $11 ਜਾਂ $12 ਦੀ ਜੌਬ ਕਰਦਾ ਆ ਦੇਰ ਇਜ਼ ਨੋ ਵੇ ਪੇ ਉਹ ਆਟੋ ਇੰਸ਼ੋਰੈਂਸ ਮੋਰਗੇਜ ਕਿਸ਼ਤਾਂ ਚੱਕ ਸਕਦਾ ਆ। ਸੋ ਡਜ਼ਨਟ ਮੈਟਰ ਪੇ ਜੇ ਇਹਦੇ ਵਿੱਚ ਲੱਖ ਬੰਦਿਆਂ ਨੂੰ ਫਾਇਦਾ ਹੁੰਦਾ 50 ਲੱਖ ਜਾਂ 1 ਮਿਲੀਅਨ ਨੂੰ, ਗੱਲ ਇਹ ਆ ਵੀ ਸਾਡੀ ਪਾਲਿਸੀ ਦੇ ਨਾਲ ਬੰਦਿਆਂ ਨੂੰ ਫਾਇਦਾ ਹੋਊਗਾ। ਜਿਹੜੀ ਕੰਸਰਵੇਟਿਵ ਤੇ ਲਿਬਰਲ ਪਾਲਿਸੀ ਆ ਉਹਦੇ ਨਾਲ ਇੱਕ ਵੀ ਬੰਦੇ ਨੂੰ ਪੇ ਰੇਜ਼ ਨਹੀਂ ਮਿਲ ਰਹੀ। ਤੇ ਲਾਸਟ ਗੱਲ ਮੈਂ ਇਹਦੇ ਉੱਤੇ ਕਰਨਾ ਚਾਹੁੰਦਾ ਇਹ ਵੀ ਜਸਟਿਨ ਟਰੂਡੋ ਨੇ ਜਦੋਂ ਪਾਰਲੀਮੈਂਟ ਵਿੱਚ $15 ਮਿਨੀਮਮ ਵੇਜ ਦੀ ਵੋਟ ਪਈ ਸੀ ਉਦੋਂ ਤਾਂ ਇਹਦੇ ਹੱਕ ਵਿੱਚ ਵੋਟ ਪਾਈ ਸੀਗੀ ਤੇ ਅੱਜ ਉਹ ਕੈਂਪੇਨ ਕਰ ਰਿਹਾ ਇਹਦੇ ਖਿਲਾਫ। ਸੋ ਜਿਹੜੀ ਇੱਦਾਂ ਦੀ ਫਲਿੱਪ ਫਲॉप ਲੀਡਰਸ਼ਿਪ ਆ, ਜਿਹੜਾ ਇਲੈਕਸ਼ਨ ਤੋਂ ਪਹਿਲਾਂ ਇੰਨੀ ਫਲਿੱਪ ਫਲॉप ਤੇ ਆਪਣੇ ਡਿਸੀਜਨ ਚੇਂਜ ਕਰ ਰਿਹਾ, ਇਲੈਕਸ਼ਨ ਤੋਂ ਬਾਅਦ ਕੀ ਕਰੂਗਾ। ਪਰ ਜੇ ਗੱਲ ਤੁਸੀਂ ਫੈਡਰਲ ਜੁਰਿਸਡਿਕਸ਼ਨ ਦੀ ਕੀਤੀ ਆ ਕਿ ਜਿੱਥੇ ਜਿੱਥੇ ਸਾਡੀ ਪਾਰਟੀ ਦੀ ਜੁਰਿਸਡਿਕਸ਼ਨ ਆ, ਅਲਬਰਟਾ ਦੇ ਵਿੱਚ ਰਹਿੰਦੇ ਹੋਏ ਇਹ ਗੱਲ ਸਾਨੂੰ ਕੁਝ ਮਹੀਨੇ ਪਹਿਲਾਂ ਦੇਖਣ ਨੂੰ ਮਿਲੀ ਕਿ ਜਿਹੜੀ ਫੈਡਰਲ ਐਨਡੀਪੀ ਦੀ ਥਿੰਕਿੰਗ ਆ ਇਟ ਕੈਨ ਬੀ ਇੰਪਲੀਮੈਂਟਡ ਇਨ ਅਲਬਰਟਾ ਟੂ। ਇਟ ਮਾਈਟ ਬੀ ਗੁੱਡ, ਇਟ ਮਾਈਟ ਬੀ ਬੈਡ, ਆਈ ਐਮ ਨੋਟ ਸ਼ੋਰ ਅਬਾਊਟ ਦਿਸ ਐਂਡ ਆਈ ਡੋਂਟ ਵਾਂਟ ਟੂ ਕਮੈਂਟ ਅਬਾਊਟ ਦੈਟ। ਪਰ ਜੇ ਗੱਲ ਕੀਤੀ ਜਾਵੇ ਐਨਡੀਪੀ ਗਵਰਨਮੈਂਟਸ ਦੀ ਅਲਬਰਟਾ ਦੇ ਵਿੱਚ ਤੇ ਮੈਨੀਟੋਬਾ ਦੇ ਵਿੱਚ, ਕੀ ਇਹ ਗੱਲ ਸਹੀ ਆ ਕਿ ਤੁਸੀਂ ਮਿਨੀਮਮ ਵੇਜ ਜਿੱਥੇ ਵੀ ਪ੍ਰੋਵਿੰਸ਼ੀਅਲ ਗਵਰਨਮੈਂਟ ਆਉਣਗੀਆਂ ਮਿਨੀਮਮ ਵੇਜ $15 ਪਰ ਆਵਰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰੋਗੇ? ਸੋ ਦੁਬਾਰਾ ਮੈਂ ਇੱਕ ਫੈਡਰਲ ਐਨਡੀਪੀ ਲੀਡਰ ਪਾਰਟੀ ਦਾ ਮੈਂਬਰ ਆ। ਪ੍ਰੋਵਿੰਸ਼ੀਅਲ ਪਾਰਟੀ ਕੀ ਕਰਦੀ ਕੀ ਨਹੀਂ ਉਹ ਥੋੜੀ ਜਿਹੀ ਮਤਲਬ ਉਹਨਾਂ ਦੀ ਰਿਸਪੌਂਸਿਬਿਲਿਟੀ ਹੈ, ਸਾਡੀ ਜੁਰਿਸਡਿਕਸ਼ਨ ਆ ਬਿਆਨ ਤਾਂ ਨਹੀਂ ਕਰ ਸਕਦਾ। ਪਰ ਸਾਡੇ ਵੱਲੋਂ ਇਹ ਆ ਕਿ ਅਸੀਂ ਐਜ਼ ਅ ਲੀਡਰਸ਼ਿਪ ਪੋਜੀਸ਼ਨ ਸ਼ੋ ਕਰਨਾ ਚਾਹੁੰਦੇ ਆ ਕਿ ਆਹ ਡਾਇਰੈਕਸ਼ਨ ਹੋਵੇ ਤੇ ਜੇ ਬਾਕੀ ਸੂਬੇ ਜਾਂ ਬਾਕੀ ਐਨਡੀਪੀ ਪਾਰਟੀਆਂ ਇਹ ਲੀਡ ਨੂੰ ਫੋਲੋ ਕਰਦੇ ਆ ਸਾਡੇ ਵੱਲੋਂ ਮੰਨਣਾ ਪਈ ਚੰਗੀ ਗੱਲ ਆ। ਕਾਰਪੋਰੇਟ ਟੈਕਸ 15% ਤੋਂ ਵਧਾ ਕੇ 17% ਕਰ ਦੇਣੇ ਸਮਾਲ ਬਿਜ਼ਨਸ ਨੂੰ ਕਿਵੇਂ ਹੈਲਪ ਕੀਤੀ ਜਾ ਸਕਦੀ ਆ? ਐਨਡੀਪੀ ਪਾਰਟੀ ਇੱਕ ਪਾਸੇ ਪ੍ਰੋਮਿਸ ਕਰਦੀ ਆ ਕਿ ਅਸੀਂ ਸਮਾਲ ਬਿਜ਼ਨਸ ਜੋ ਕਿ ਇਕਨੋਮੀ ਦਾ ਇੱਕ ਤੁਰ ਹੁੰਦਾ, ਸਾਰੀ ਜੌਬ ਕ੍ਰੀਏਸ਼ਨ ਦੇ ਵਿੱਚੋਂ ਸਭ ਤੋਂ ਵੱਧ ਯੋਗਦਾਨ ਸਮਾਲ ਬਿਜ਼ਨਸ ਦਾ ਹੁੰਦਾ। ਦੂਜੇ ਪਾਸੇ ਐਨਡੀਪੀ ਪਾਰਟੀ ਕਹਿੰਦੀ ਆ ਕਿ ਸਮਾਲ ਬਿਜ਼ਨਸ ਜਿਹੜੀ ਉਹ ਕਾਰਪੋਰੇਸ਼ਨ ਦਾ ਹਿੱਸਾ ਜਿਨ੍ਹਾਂ ਨੂੰ 15% ਤੋਂ 17% ਬਿਜ਼ਨਸ ਟੈਕਸ ਦੇਣਾ ਪਊਗਾ, 2% ਇਸ ਮਾੜੀ ਇਕਨੋਮੀ ਦੇ ਵਿੱਚ ਵਧਾ ਜਾਣਾ। ਹਾਊ ਕੈਨ ਯੂ ਜਸਟੀਫਾਈ ਦੈਟ? ਸੋ ਇਹਦੇ ਵਿੱਚ ਥੋੜੀ ਜਿਹੀ ਕਲੈਰੀਫਿਕੇਸ਼ਨ ਦੀ ਲੋੜ ਆ ਕੁਐਸਚਨ ਦੇ ਵਿੱਚ। ਸਮਾਲ ਬਿਜ਼ਨਸ ਤੇ ਮੀਡੀਅਮ ਬਿਜ਼ਨਸ ਉਹਦਾ ਥ੍ਰੈਸ਼ਹੋਲਡ ਹੁੰਦਾ, ਜੇ ਤੁਹਾਡਾ ਡਾਲਰ ਵੈਲਿਊ 5 ਲੱਖ ਜਾਂ 6 ਲੱਖ ਡਾਲਰ ਐਨੂਅਲ ਸੇਲਸ ਤੋਂ ਘੱਟ ਆ ਤਾਂ ਫਿਰ ਤੁਹਾਡੀ ਆਰ ਯੂ ਸ਼ੋਰ ਸਰ ਕਿ ਡਿਡ ਦੇ ਮੈਂਸ਼ਨ ਕਿ ਇਟਸ 5 ਲੱਖ ਜਾਂ 6 ਲੱਖ ਡਾਲਰ? ਹਾਂਜੀ, ਸੋ ਇਹਦੇ ਵਿੱਚ ਮਤਲਬ ਕਈ ਕਰਕੇ ਇਹਦੇ ਵਿੱਚ ਪ੍ਰੋਵਿੰਸ਼ੀਅਲ ਜੁਰਿਸਡਿਕਸ਼ਨ ਵੀ ਆ ਤੇ ਕਈ ਸਵਾਲ ਪੈਦਾ ਹੁੰਦੇ ਆ। ਪਰ ਜਿਹੜੀ ਤੁਸੀਂ ਕਾਰਪੋਰੇਟ ਟੈਕਸ ਰੇਜ਼ ਕਰਨ ਦੀ ਗੱਲ ਕੀਤੀ ਆ ਉਹਦਾ ਸਮਾਲ ਬਿਜ਼ਨਸ ਨੂੰ ਨਹੀਂ ਅਸਰ ਹੋਣਾ, ਉਹ ਹੈਗਾ ਲਾਰਜ ਕਾਰਪੋਰੇਸ਼ਨਸ ਜਿਹੜੀਆਂ ਵੱਡੀਆਂ ਕੰਪਨੀਆਂ ਆ। ਸੋ ਉਹ ਇਸ ਵੇਲੇ 15% ਆ, ਉਹਨੂੰ ਅਸੀਂ ਵਧਾਉਣਾ ਚਾਹੁੰਦੇ ਆ 17% ਨੂੰ। So you mean small businesses are not part of those corporations which you want to increase the taxes from 15% to 17%? That's correct. They are not a part of that. So there is a limit that if I think total revenue is more than 500,000, then you will increase it, but less than that you won't increase it? ਸੋ ਜਿਹੜੇ ਜਿੱਦਾਂ ਤੁਸੀਂ ਲਾ ਲਓ ਵੀ ਸਾਡੇ ਕੋਰਨਰ ਸਟੋਰ ਆ ਜਾਂ ਪਲਾਜ਼ਿਆਂ ਦੇ ਵਿੱਚ ਸ਼ਾਪ ਆ ਜਾਂ ਈਵਨ ਸਾਡੇ ਕਈ ਟਰੱਕ ਡਰਾਈਵਰ ਵੀਰ they don't fall under the large corporation tax, ਉਹ ਹੁੰਦਾ ਸਮਾਲ ਬਿਜ਼ਨਸ ਤੇ ਮੀਡੀਅਮ ਬਿਜ਼ਨਸ ਕਰਕੇ ਉਹਨਾਂ ਦੀ ਸੇਲਸ ਘੱਟ ਹੁੰਦੀ ਆ। ਜਿਹੜੇ ਤਾਂ ਵੱਡੀਆਂ ਬੈਂਕਾਂ ਆ, ਵੱਡੀਆਂ ਇੰਸ਼ੋਰੈਂਸ ਕੰਪਨੀਆਂ ਆ, ਵੱਡੀਆਂ ਆਇਲ ਕੰਪਨੀਆਂ ਆ, ਉਹ ਹੈਗਾ ਕਾਰਪੋਰੇਟ ਕੈਨੇਡਾ ਤੇ ਜਿਹੜਾ ਸਾਡੀ ਪਾਲਿਸੀ ਉਹਨਾਂ ਦਾ ਟੈਕਸ ਵਧਾਉਣ ਨੂੰ ਆ, ਨਾ ਕਿ ਜਿਹੜੇ ਸਾਡੇ ਸਮਾਲ ਤੇ ਮੀਡੀਅਮ ਸਾਈਜ਼ ਬਿਜ਼ਨਸ ਆ। Let me take you to the debate last time they have leadership debate in Calgary. ਉਹਦੇ ਵਿੱਚ ਥਾਮਸ ਮਲਟੀਅਰ ਨੇ ਜਸਟਨ ਟਰੂਡੋ ਨੂੰ ਵੈਰੀ ਕਲੀਅਰਲੀ ਕਿਹਾ ਸੀ ਕਿ ਤੁਸੀਂ ਸਮਾਲ ਬਿਜ਼ਨਸ ਜਿਹੜੇ ਨੇ ਉਹਨਾਂ ਨੂੰ ਇੱਕ ਚੀਟਰ ਦਾ ਨਾਂ ਦੇ ਰਹੇ ਹੋ ਕਿ ਉਹ ਵੱਡੀਆਂ ਕਾਰਪੋਰੇਸ਼ਨ ਦਾ ਪਾਰਟ ਨੇ, ਇੱਕ ਸਮਾਲ ਬਿਜ਼ਨਸ ਦੇ ਨਾਂ ਤੇ ਟੈਕਸ ਚੀਟ ਕਰਦੇ ਨੇ। ਜਸਟਨ ਟਰੂਡੋ ਨੂੰ ਟਾਮ ਮਲਟੀਅਰ ਨੇ ਯਾਦ ਕਰਵਾਇਆ ਸੀ ਕਿ ਜਿਹੜੀਆਂ ਤੁਹਾਡੀਆਂ ਸਪੀਕਿੰਗ ਇੰਗੇਜਮੈਂਟਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਤੁਸੀਂ ਇੱਕ ਸਮਾਲ ਬਿਜ਼ਨਸ ਦੀ ਕੰਪਨੀ ਰਜਿਸਟਰ ਕਰਾਈ ਹੋਈ ਆ, ਇਸ ਟੈਕਸ ਦਾ ਤੁਸੀਂ ਐਡਵਾਂਟੇਜ ਲੈਣਾ ਚਾਹੁੰਦੇ ਹੋ।
ਡੂ ਯੂ ਐਗਰੀ ਕਿ ਜਸਟਨ ਟਰੂਡੋ ਨੇ ਜਿਹੜੀਆਂ ਉਹ ਸਪੀਕਨ ਇੰਗੇਜਮੈਂਟ ਦੇ ਵਿੱਚ ਟੈਕਸ ਬ੍ਰੇਕ ਲਈ ਸੀ, ਇਟ ਵਾਸ ਬਿਕੋਜ਼ ਆਫ ਸਮਾਲ ਬਿਜ਼ਨਸ ਟੈਕਸ ਰਿਬੇਟ ਔਰ ਨਾਟ? ਹਾਂਜੀ, ਉਹ ਬਿਲਕੁਲ ਕਲੀਅਰ ਸੀ ਵੀ ਜਿਹੜੀ ਸਮਾਲ ਬਿਜ਼ਨਸ ਤੇ ਅਟੈਕ ਲਿਬਰਲ ਪਾਰਟੀ ਨੇ ਕੀਤਾ ਸੀ, ਉਹ CBC ਦੇ ਇੰਟਰਵਿਊ ਵਿੱਚ ਜਸਟਨ ਟਰੂਡੋ ਨੇ ਇੱਦਾਂ ਕਿਹਾ ਸੀ ਵੀ ਜਿਹੜੇ ਸਮਾਲ ਬਿਜ਼ਨਸ ਆ ਇਹ ਵੈਲਥੀ ਲੋਕਾਂ ਲਈ ਇੱਕ ਟੈਕਸ ਬਚਾਉਣ ਨੂੰ ਐਵਨਿਊ ਆ। ਤੇ ਇਹਦੇ ਵਿੱਚ ਜਦੋਂ ਜ਼ਿਆਦਾ ਖੋਜ ਕੀਤੀ ਗਈ ਸੀ ਤੇ ਉੱਥੇ ਪਤਾ ਲੱਗਾ ਸੀ ਕਿ ਜਸਟਨ ਟਰੂਡੋ ਦੇ ਆਪ ਦੇ ਕਈ ਸਮਾਲ ਬਿਜ਼ਨਸ ਰਜਿਸਟਰਡ ਸੀ ਜਿਹਦੇ ਵਿੱਚ ਉਹ ਟੈਕਸ ਸੇਵਿੰਗਸ ਜਾਂ ਕਿ ਸਪੀਚ ਹੋਣ ਜਾਂ ਹੋਰ ਇੰਗੇਜਮੈਂਟ ਸੀ ਉਹ ਕੀਤੇ ਜਾਂਦੇ ਸੀ। ਜਦੋਂ ਟਰੂਡੋ ਸਾਹਿਬ ਦੀ ਗੱਲ ਕੀਤੀ ਜਾਵੇ, ਟਰੂਡੋ ਸਾਹਿਬ ਕਹਿੰਦੇ ਨੇ ਕਿ ਜਿਹੜੇ ਹਾਈ ਇਨਕਮ ਅਰਨਰਸ ਨੇ ਉਹਨਾਂ ਨੂੰ ਜ਼ਿਆਦਾ ਟੈਕਸ ਪੇ ਕਰਨਾ ਚਾਹੀਦਾ। NDP ਇਸ ਪਾਲਿਸੀ ਨੂੰ ਕਿਉਂ ਨਹੀਂ ਐਗਰੀ ਕਰਦੀ ਕਿ ਹਾਈ ਇਨਕਮ ਟੈਕਸ ਜਿਹੜਾ ਹਾਈ ਇਨਕਮ ਅਰਨਰ ਸ਼ੁੱਡ ਪੇ ਮੋਰ ਟੈਕਸਸ? ਹਾਂਜੀ, ਮੇਰੇ ਖਿਆਲ ਇਹ ਲਿਬਰਲ ਪਾਰਟੀ ਦੀ ਪਾਲਿਸੀ ਆ। Yeah, but why don't you agree with that? ਸੋ ਇਹਦੇ ਵਿੱਚ is that we want to keep the personal tax ਜਿਹੜੇ ਲੋਕਾਂ ਦੇ ਇਸ ਵੇਲੇ ਟੈਕਸ ਸਟਰਕਚਰ ਆ, we want to keep it as is। ਅਸੀਂ ਸਮਝਦੇ ਆ ਵੀ ਜਿਹੜੀ ਕੈਨੇਡਾ ਦੀਆਂ ਵੱਡੀਆਂ ਕਾਰਪੋਰੇਸ਼ਨਸ ਆ, ਬੈਂਕਾਂ, ਇੰਸ਼ੋਰੈਂਸ ਕੰਪਨੀਆਂ, ਤੇਲ ਦੀਆਂ ਕੰਪਨੀਆਂ, ਉਹ ਆਪਣਾ ਫੇਅਰ ਸ਼ੇਅਰ ਇਸ ਵੇਲੇ ਪੇ ਨਹੀਂ ਕਰ ਰਹੀਆਂ। ਸੋ ਜਸਟਨ ਟਰੂਡੋ ਦਾ ਪਲਾਨ ਹੈਗਾ ਵੀ ਲੋਕਾਂ ਦੇ ਉੱਤੇ ਟੈਕਸ ਵਧਾਉਣਾ। ਅਸੀਂ ਕਹਿੰਦੇ ਆ ਵੀ ਵੱਡੀਆਂ ਕੰਪਨੀਆਂ ਜਿਹੜੇ ਅੱਜ ਤੱਕ ਕੈਨੇਡਾ ਵਿੱਚ ਆਪਣਾ ਫੇਅਰ ਸ਼ੇਅਰ ਨਹੀਂ ਪੇ ਕਰ ਰਹੀਆਂ ਉਹ ਆਪਣਾ ਫੇਅਰ ਸ਼ੇਅਰ ਪੇ ਕਰਨ, ਤੇ ਲਿਬਰਲ ਤੇ ਕੰਜ਼ਰਵੇਟਿਵ ਪਾਰਟੀ ਕਾਰਪੋਰੇਸ਼ਨਾਂ ਨੂੰ ਆਪਣਾ ਜਿਹੜਾ ਫੇਅਰ ਸ਼ੇਅਰ ਆ ਮੰਗਣ ਤੋਂ ਨਹੀਂ ਕਰਦੀਆਂ। ਜਦੋਂ ਗੱਲ ਬਜਟ ਨੂੰ ਬੈਲੈਂਸ ਕਰਨ ਦੀ ਕੀਤੀ ਜਾਵੇ, ਚਾਹੇ ਨੰਬਰ ਆਰਟੀਫੀਸ਼ੀਅਲਸ ਹੋਣ ਚਾਹੇ ਨਾ ਹੋਣ, ਪਿਛਲੇ ਕੁਝ 6-7 ਸਾਲਾਂ ਤੋਂ ਜਿੰਨੇ ਵੀ ਬਜਟ ਆ ਰਹੇ ਸੀ ਕੰਜ਼ਰਵੇਟਿਵ ਪਾਰਟੀ ਦੇ ਡੈਫਿਸਿਟ ਦੇ ਵਿੱਚ ਆ ਰਹੇ ਸੀ। ਜਿਹੜਾ ਕਿ ਪਿਛਲਾ ਬਜਟ ਜਿਹੜਾ ਕਿ ਸਟੀਵਨ ਹਾਰਪਰ ਸਾਹਿਬ ਬੜੇ ਆਪਣੇ ਆਪ ਨੂੰ ਟਾਊਟ ਕਰ ਰਹੇ ਨੇ ਕਿ ਉਹ ਬਜਟ ਬੈਲੈਂਸ ਹੋ ਗਿਆ, $2 ਬਿਲੀਅਨ ਦੇ ਵਿੱਚ ਸਰਪਲਸ ਆਇਆ ਤੇ ਅਗਲਾ ਬਜਟ ਵੀ ਸਰਪਲਸ ਦੇ ਵਿੱਚ ਆਊਗਾ। ਪਰ ਹੁਣ ਗੱਲਬਾਤ ਲਿਬਰਲ ਪਾਰਟੀ ਤੇ NDP ਪਾਰਟੀ ਦੀ ਕੀਤੀ ਜਾਵੇ, ਸਪੈਂਡਿੰਗ ਵਧਾਉਣ ਦੀ ਗੱਲ ਕਰਦੇ ਨੇ, ਪਰ ਜਦੋਂ ਬਜਟ ਬੈਲੈਂਸ ਕਰਨ ਦੀ ਗੱਲ ਕੀਤੀ ਜਾਵੇ ਕਿਵੇਂ ਇਹ ਵਾਅਦਾ ਪੂਰਾ ਕੀਤਾ ਜਾ ਸਕਦਾ ਕਿ ਇਸ ਬਜਟ ਨੂੰ ਤਾਂ ਨਹੀਂ ਪਰ ਨੈਕਸਟ ਬਜਟ ਨੂੰ ਬੈਲੈਂਸ ਕੀਤਾ ਜਾ ਸਕਦਾ? ਦੂਜੇ ਪਾਸੇ ਲਿਬਰਲ ਪਾਲਿਸੀ ਕਿ ਸਪੈਂਡਿੰਗ ਜਿੰਨੀ ਮਰਜ਼ੀ $125 ਬਿਲੀਅਨ ਤੱਕ ਅਗਲੇ ਕੁਝ 10 ਸਾਲਾਂ ਤੱਕ ਵਧਾਈ ਜਾਵੇ ਪਰ ਬਜਟ ਬੈਲੈਂਸ 2019 ਤੱਕ ਕੀਤਾ ਜਾ ਸਕਦਾ। ਹੁਣ ਤੁਸੀਂ ਮੈਨੂੰ ਸਿਰਫ ਇਹੀ ਗੱਲ ਦਾ ਜਵਾਬ ਦਿਓ ਕਿ NDP ਪਾਰਟੀ ਕਿਵੇਂ 1 ਸਾਲ ਦੇ ਬਾਅਦ ਇੰਨੇ ਪ੍ਰੋਮਿਸ ਕਰਨ ਤੋਂ ਬਾਅਦ ਉਹ ਬਜਟ ਨੂੰ ਬੈਲੈਂਸ ਕਰ ਪਾਊਗੀ? ਸੋ ਤੂਰ ਸਾਹਿਬ, ਸਿਰਫ ਤਾਂ ਸਿਰਫ NDP ਪਾਰਟੀ ਹੈ ਜਿਹਨੇ ਆਪਣਾ ਫੁੱਲੀ ਕਾਸਟਡ ਪਲਾਨ ਲਾਸਟ ਵੀਕ ਲੀਡਰਸ ਡਿਬੇਟ ਤੋਂ ਪਹਿਲਾਂ ਪੇਸ਼ ਕੀਤਾ ਸੀ। ਸੋ ਸਾਡੇ ਨੰਬਰ ਸਾਰਿਆਂ ਦੇ ਸਾਹਮਣੇ ਆ ਤੇ ਅਸੀਂ ਬਜਟ ਬੈਲੈਂਸ ਕਿੱਦਾਂ ਕਰਨਾ ਉਹ ਸਭ ਕੁਝ ਕਲੀਅਰ ਆ। ਅਸੀਂ ਉਹ ਲਾਸਟ ਵੀਕ ਰਿਲੀਜ਼ ਕਰਤਾ ਆ ਤੇ ਅਸੀਂ ਬਾਕੀ ਪਾਰਟੀਆਂ ਨੂੰ ਵੀ ਮੰਗ ਕਰਦੇ ਹਾਂ ਵੀ ਤੁਸੀਂ ਵੀ ਆਪਣੇ ਪਲਾਨ ਰਿਲੀਜ਼ ਕਰੋ ਤਾਂ ਕਿ ਜਿਹੜੇ ਤੁਸੀਂ ਪ੍ਰੋਮਿਸ ਕਰ ਰਹੇ ਆ ਲੋਕਾਂ ਦੇ ਨਾਲ ਉਹਦਾ ਸਕਰੂਟਨੀ ਹੋਵੇ ਤੇ ਦੇਖੀਏ ਤੇ ਪੈਸੇ ਕਿੱਥੋਂ ਆਉਣੇ ਆ। ਅਸੀਂ ਤਾਂ ਕਲੀਅਰਲੀ ਸ਼ੋ ਕੀਤਾ ਆ ਵੀ ਕਾਰਪੋਰੇਟ ਟੈਕਸ ਵਧਾ ਕੇ, TFSA ਦੇ ਲੂਪ ਹੋਲ ਬੰਦ ਕਰਕੇ, CEO ਦੇ ਲੂਪ ਹੋਲ ਬੰਦ ਕਰਕੇ ਤੇ ਹੋਰ ਜਿੰਨੇ ਵੀ ਸਾਡੇ ਪਲਾਨ ਆ ਫੁੱਲੀ ਕਾਸਟਡ ਆ ਤੇ ਉੱਥੋਂ ਅਸੀਂ ਬਜਟ ਬੈਲੈਂਸ ਕਰਨਾ ਆ। ਇਸ ਦੇ ਨਾਲ ਜਿਹੜਾ ਹੁਣ ਇਸ ਵੇਲੇ ਲਾਸਟ ਵੀਕ ਦੀ ਨਿਊਜ਼ ਸੀ ਜਿਹਦੇ ਵਿੱਚ ਸ਼ੋ ਕੀਤਾ ਗਿਆ ਸੀ ਕਿ ਕੰਜ਼ਰਵੇਟਿਵ ਪਾਰਟੀ ਦਾ ਸਰਪਲਸ ਆ, ਉਹ ਐਕਚੁਅਲੀ ਸਾਡੇ ਲਈ ਤੇ ਸਾਡੇ ਪਲਾਨ ਲਈ ਗੁੱਡ ਨਿਊਜ਼ ਆ ਕਰਕੇ ਸ਼ੋ ਕਰਦਾ ਆ ਵੀ ਅਸੀਂ ਜਿਹੜਾ ਸਾਡਾ ਪਲਾਨ ਆ ਉਹ ਵਰਕ ਹੋਊਗਾ ਤੇ ਸਾਡੇ ਜਿਹੜੇ ਨੰਬਰ ਸੀ ਬਿਲਕੁਲ ਸਹੀ ਸੀ। ਜਦੋਂ ਗੱਲ ਟੈਰੀ ਫੋਰਟਸ ਦੀ ਕੀਤੀ ਜਾਵੇ ਤਾਂ ਕੈਨੇਡਾ ਦੇ ਵਿੱਚ ਟੈਰੀ ਫੋਰਟਸ ਦਾ ਨਾਂ ਕਾਫੀ ਇੱਜ਼ਤ ਤੇ ਮਾਣ ਦੇ ਨਾਲ ਲਿਆ ਜਾਂਦਾ। ਕੱਲ੍ਹ ਇੱਕ ਕੰਟਰੋਵਰਸੀ ਰਾਈਜ਼ ਹੋਈ ਕਿ ਜਦੋਂ ਫੈਡਰਲ ਕੰਜ਼ਰਵੇਟਿਵ ਪਾਰਟੀ ਨੇ ਟੈਰੀ ਫੋਰਟਸ ਫਾਊਂਡੇਸ਼ਨ ਨੂੰ ਉਹਨਾਂ ਦੀ ਗ੍ਰਾਂਟ ਜਿਹੜੀ ਗ੍ਰਾਂਟ ਰੇਜ਼ ਕਰਦੇ ਨੇ $35 ਮਿਲੀਅਨ ਦੇ ਨਾਲ ਇਕੁਅਲ ਕਰਨ ਦੀ ਗੱਲ ਕੀਤੀ। ਸਭ ਤੋਂ ਪਹਿਲਾਂ ਥਾਮਸ ਮਲਟੇਅਰ ਨੇ ਉਸ ਗੱਲ ਨੂੰ ਕ੍ਰਿਟੀਸਾਈਜ਼ ਕੀਤਾ ਕਿ ਕੰਜ਼ਰਵੇਟਿਵ ਪਾਰਟੀ ਇਸ $35 ਮਿਲੀਅਨ ਦੇ ਨਾਲ ਇੱਕ ਪੋਲੀਟੀਕਲ ਏਜੰਡਾ ਕ੍ਰੀਏਟ ਕਰਨਾ ਚਾਹੁੰਦੀ ਆ, ਜਿਸ ਨੂੰ ਟੈਰੀ ਫੋਰਟਸ ਦੀ ਜਿਹੜੀ ਇਮੀਡੀਏਟ ਫੈਮਿਲੀ ਆ ਉਸ ਨੇ ਵੀ ਕ੍ਰਿਟੀਸਾਈਜ਼ ਕੀਤਾ। ਹੁਣ ਮੇਰਾ ਕੁਐਸਚਨ ਸਿਰਫ ਕਾਲੋਂ ਸਾਹਿਬ ਤੁਹਾਡੇ ਲਈ ਇਹ ਆ ਕਿ ਜੇ ਟੈਰੀ ਫੋਰਟਸ ਫਾਊਂਡੇਸ਼ਨ ਨੂੰ $35 ਮਿਲੀਅਨ ਦਿੱਤਾ ਜਾ ਰਿਹਾ ਤਾਂ ਵਾਈ NDP ਇਜ਼ ਕੰਪਲੇਨਿੰਗ ਅਬਾਊਟ ਇਟ? ਕਿਉਂਕਿ ਤੂਰ ਸਾਹਿਬ ਇਹਦੇ ਵਿੱਚ ਗੱਲ ਇੱਦਾਂ ਆ ਵੀ ਜਾਂ ਕਿ
ਜਾਂ ਤਾਂ ਤੁਸੀਂ ਸੀਰੀਅਨ ਰੈਫਿਊਜੀ ਕ੍ਰਾਈਸਿਸ ਦੇਖ ਲਓ ਜਾਂ ਇੱਦਾਂ ਦੀ ਸਿਚੁਏਸ਼ਨ ਦੇਖ ਲਓ ਟੈਰੀ ਫੌਕਸ ਦਾ। ਜਿਹੜਾ ਟੈਰੀ ਫੌਕਸ ਆ ਉਹ ਇੱਕ ਕੈਨੇਡੀਅਨ ਆਈਕੋਨਿਕ ਹੀਰੋ ਆ ਜਿਹਨੇ ਕੈਂਸਰ ਦੇ ਖਿਲਾਫ ਲੜੀ ਸੀ ਔਨ ਵਨ ਲੈਗ। ਸੋ ਉਹ ਕਿਸੇ ਵੀ ਚੀਜ਼ ਨੂੰ ਤੁਸੀਂ ਪੋਲੀਟੀਸਾਈਜ਼ ਕਰਨਾ, ਅਸੀਂ ਹਮੇਸ਼ਾ ਉਹਦੇ ਖਿਲਾਫ ਸੀ। ਅਸੀਂ ਸੀਰੀਅਨ ਰੈਫਿਊਜੀ ਕ੍ਰਾਈਸਿਸ ਵਿੱਚ ਸ਼ੁਰੂ ਵਿੱਚ ਵੀ ਇਹੀ ਕਿਹਾ ਸੀ ਵੀ ਇਹਦਾ ਅਸੀਂ ਪੋਲੀਟੀਕਲ ਸਰਕਸ ਨਹੀਂ ਬਣਾਉਣਾ, ਵੀ ਜੋ ਹੋਇਆ ਗਲਤ ਸੀ ਤੇ ਪੋਲੀਟਿਕਸ ਦੇ ਬਾਰੇ ਗੱਲ ਆਪਾਂ ਫੇਰ ਕਰ ਸਕਦੇ ਹਾਂ। ਜਿਹੜੀ ਆਹ ਗੱਲ ਆ ਟੈਰੀ ਫੌਕਸ ਦੀ ਥੋੜੀ ਜਿਹੀ ਉਹਦੇ ਨਾਲ ਸਿਮਿਲਰ ਆ, ਕਿਉਂਕਿ ਜਿਹੜਾ ਕੈਂਸਰ ਆ ਜੇ ਹੁਣ ਫੈਮਿਲੀ ਉਹ ਆਪ ਨਾਰਾਜ਼ ਹੋ ਗਈ ਸਟੀਵਨ ਹਾਰਪਰ ਦੇ ਨਾਲ, ਉਹਦਾ ਕਾਰਨ ਇਹੀ ਸੀ ਵੀ ਉਹ ਕਿਸੇ ਚੀਜ਼ ਨੂੰ ਪੋਲੀਟੀਸਾਈਜ਼ ਕਰਨਾ ਗੇਨ ਦੇ ਲਈ ਇਲੈਕਸ਼ਨ ਦੇ ਵੇਲੇ ਉਹ ਗੱਲ ਸਹੀ ਨਹੀਂ ਹੁੰਦੀ। ਡਜ਼ਨਟ ਮੈਟਰ ਮਨੀ ਕਿੰਨੀ ਇਨਵੋਲਵਡ ਆ, ਪਰ ਕਿਸੇ ਚੀਜ਼ ਨੂੰ ਪੋਲੀਟੀਸਾਈਜ਼ ਕਰਨਾ ਕੈਂਪੇਨ ਵੇਲੇ ਇਹ ਮਤਲਬ ਚੀਜ਼ ਨਾ ਤਾਂ ਸਾਨੂੰ ਪਸੰਦ ਸੀ ਨਾ ਤਾਂ ਕੈਨੇਡੀਅਨ ਲੋਕਾਂ ਨੂੰ ਪਸੰਦ ਆ, ਨਾ ਕਿ ਟੈਰੀ ਫੌਕਸ ਦੇ ਪਰਿਵਾਰ ਨੂੰ ਪਸੰਦ ਸੀ। ਗੱਲ ਜੇ ਸੀਰੀਅਨ ਰਿਫਿਊਜੀ ਕ੍ਰਾਈਸਿਸ ਦੀ ਕੀਤੀ ਜਾਵੇ, ਤੁਹਾਡੀ ਪਾਰਟੀ ਦੇ ਇੰਡੀਵਿਜੂਅਲ ਕੈਂਡੀਡੇਟ ਨੇ ਨਾ ਤਾਂ ਮੈਂ ਲੈਣਾ ਨਹੀਂ ਚਾਹੂੰਗਾ, ਪਰ ਇੱਕ ਡਿਬੇਟ ਦੇ ਵਿੱਚ ਉਹਨਾਂ ਨੇ ਕਿਹਾ ਕਿ NDP ਪਾਰਟੀ ਸੀਰੀਆ ਤੋਂ ਆਲਮੋਸਟ 2 ਲੱਖ ਰਿਫਿਊਜੀ ਕੈਨੇਡਾ ਦੇ ਵਿੱਚ ਲੈ ਕੇ ਆਉਣਾ ਚਾਹੁੰਦੀ ਆ। ਹਾਲਾਂਕਿ ਕੰਜ਼ਰਵੇਟਿਵ ਪਾਰਟੀ 11,000 ਤੇ ਥਾਮਸ ਮਲਕੇਅਰ ਇਸ ਕ੍ਰਿਸਮਸ ਤੱਕ 10,000 ਤੇ ਉਸ ਤੋਂ ਬਾਅਦ ਲਿਬਰਲ ਪਾਰਟੀ 25,000 ਸੀਰੀਅਨ ਰਿਫਿਊਜੀ ਲੈ ਕੇ ਆਉਣਾ ਚਾਹੁੰਦੀ ਆ। ਕੀ ਤੁਸੀਂ NDP ਪਾਰਟੀ ਦੇ ਉਸ ਕੈਂਡੀਡੇਟ ਨਾਲ ਸਹਿਮਤ ਹੋ ਕਿ ਸੀਰੀਆ ਤੋਂ 2 ਲੱਖ ਰਿਫਿਊਜੀ ਕੈਨੇਡਾ ਦੇ ਵਿੱਚ ਲੈ ਕੇ ਸਾਡੀ ਪਾਲਿਸੀ ਬੜੀ ਕਲੀਅਰ ਆ। ਥਾਮਸ ਮਲਕੇਅਰ ਸਾਹਿਬ ਨੇ ਕਲੀਅਰਲੀ ਕਿਹਾ ਵੀ ਜਿਹੜੇ 10,000 ਰਿਫਿਊਜੀ ਆ ਉਹ ਸਾਡਾ ਟਾਰਗੇਟ ਹੋਣਾ ਚਾਹੀਦਾ। ਉਹ ਜਿਹੜਾ 10,000 ਸੀਰੀਅਨ ਰੈਫਿਊਜੀ ਦਾ ਟਾਰਗੇਟ ਆ ਉਹ ਹੈਗਾ UN ਜਿਹੜੀ ਯੂਨਾਈਟਿਡ ਨੇਸ਼ਨਸ ਆ ਉਹਨਾਂ ਦੇ ਵੱਲੋਂ ਆਬਲੀਗੇਸ਼ਨ ਜਾਂ ਰਿਕੁਐਸਟ ਲਾ ਲਓ ਉਹ ਕੈਨੇਡਾ ਵਾਲੇ ਭੇਜੇ, ਜੋ ਸਾਡਾ ਹਿੱਸਾ ਬਣਦਾ ਆ ਇਸ ਕ੍ਰਾਈਸਿਸ ਵਿੱਚ ਜਿਹੜਾ ਵਰਲਡ ਵਾਰ 2 ਤੋਂ ਲੈ ਕੇ ਅੱਜ ਤੱਕ ਸਭ ਤੋਂ ਵਰਸਟ ਕ੍ਰਾਈਸਿਸ ਆ ਰੈਫਿਊਜੀ ਸਿਚੁਏਸ਼ਨ ਦਾ, ਉਹਦੇ ਲਈ ਸਾਡਾ ਨੰਬਰ ਹੈਗਾ ਇਹ 10,000 ਤੇ ਅਸੀਂ ਚਾਹੁੰਦੇ ਆ ਵੀ ਸਟੀਵਨ ਹਾਰਪਰ ਤੇ ਛੇਤੀ ਤੋਂ ਛੇਤੀ ਜੋ ਵੀ ਬਿਊਰੋਕ੍ਰੇਸੀ ਰੈਡ ਟੇਪ ਇਨਵੋਲਵਡ ਆ ਉਹ ਲੋਕਾਂ ਨੂੰ ਇੱਥੇ ਪਹੁੰਚਾਉਣਾ ਤੇ ਉਹਨਾਂ ਨੂੰ ਸੁਰੱਖਿਅਤ ਸੇਫ ਰੱਖਣਾ, ਉਹ ਛੇਤੀ ਤੋਂ ਛੇਤੀ ਉਹਦੇ ਉੱਤੇ ਐਕਸ਼ਨ ਲਵੇ। ਪਰ 10,000 ਦਾ ਜਿਹੜਾ ਟੀਚਾ ਹੈਗਾ ਉਹ ਦਸੰਬਰ 2015 ਤੱਕ ਹੈਗਾ। ਦੈਨ ਵਟ ਨੈਕਸਟ ਈਅਰ ਵਟ ਇਜ਼ ਯੂਰ ਏਜੰਡਾ ਟੂ ਬ੍ਰਿੰਗ ਦ ਸੀਰੀਅਨ ਰਿਫਿਊਜੀ ਟੂ ਕੈਨੇਡਾ? 10,000 ਪਹਿਲੇ ਸਾਲ ਵਿੱਚ, ਉਸ ਤੋਂ ਬਾਅਦ ਅਗਲੇ 4 ਸਾਲਾਂ ਲਈ 9,000 every year for next 4 years। ਤੇ ਇਹ ਹੈਗੇ ਜਿਹੜੇ ਗਵਰਨਮੈਂਟ ਸਪਾਂਸਰਡ ਆ ਤੇ ਜੇ ਕਿਸੇ ਨੇ ਕੋਈ ਪਰਸਨਲੀ ਸਪਾਂਸਰ ਕਰਨੇ ਕੋਈ ਫੈਮਲੀਜ਼ ਉਹਦਾ ਦੂਸਰਾ ਕੈਟਾਗਰੀ ਹੋਊਗਾ। what will be their numbers? So their numbers is dependent on how many requests we get। ਉਹਦੇ ਉੱਤੇ ਜੇ ਕੋਈ ਫੈਮਿਲੀ ਪ੍ਰੋਪਰ ਨੰਬਰਸ ਦੇ ਥਰੂ ਉਹਨੂੰ ਅਬਜ਼ੋਰਬ ਕਰ ਸਕਦੀ ਆ ਉਹਦੇ ਉੱਤੇ ਫਿਰ ਅਸੀਂ ਦੇਖਾਂਗੇ, ਪਰ ਇਸ ਵੇਲੇ ਉਹਦੇ ਉੱਤੇ ਕੋਈ ਨੰਬਰ ਨਹੀਂ ਪਲੇਸ ਕੀਤਾ ਗਿਆ ਕਿਉਂਕਿ ਜਿਹੜਾ ਕ੍ਰਾਈਸਿਸ ਆ ਇਹ ਦਿਨ ਬਾਏ ਦਿਨ ਵੱਧਦਾ ਜਾ ਰਿਹਾ। But can you promise me there won't be any cap on the numbers of people who want to sponsor the Syrian refugees from Syria? ਸੋ ਇਸ ਵੇਲੇ ਤੂਰ ਸਾਹਿਬ ਕੋਈ ਕੈਪ ਨਹੀਂ ਲਗਾਇਆ ਗਿਆ ਕਿਉਂਕਿ ਜਿਹੜਾ ਇਹ ਕ੍ਰਾਈਸਿਸ ਆ ਜਿੱਦਾਂ ਮੈਂ ਕਿਹਾ ਇਟਸ ਗਰੋਇੰਗ ਡੇ ਬਾਏ ਡੇ। 10,000 ਅਸੀਂ NDP ਵੱਲੋਂ ਚਾਹੁੰਦੇ ਆ ਜਿਹੜਾ UN ਮੈਂਡੇਟਡ ਆ, UN ਆਬਲੀਗੇਸ਼ਨ ਆ ਸਾਡੀ ਯੂਨਾਈਟਿਡ ਨੇਸ਼ਨ ਦੀ 10 ਸਾਲ ਪਹਿਲੇ ਸਾਲ ਹੋਵੇ ਇਸ ਸਾਲ ਕ੍ਰਿਸਮਸ ਤੱਕ, ਉਸ ਤੋਂ ਬਾਅਦ ਉਹ ਗਵਰਨਮੈਂਟ ਸਪਾਂਸਰਡ ਆ ਤੇ ਜਿੰਨੇ ਵੀ ਆਪਣੇ ਫੈਮਿਲੀ ਤੌਰ ਤੇ ਸਪਾਂਸਰ ਕਰ ਸਕਦੇ ਆ ਉਹਦੇ ਉੱਤੇ ਇਸ ਵੇਲੇ ਕੋਈ ਕੈਪ ਨਹੀਂ ਆ। ਪਰ ਜੇ ਗੱਲ ਇਮੀਗ੍ਰੇਸ਼ਨ ਦੀ ਕੀਤੀ ਜਾਵੇ ਤਾਂ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਕੈਂਡੀਡੇਟਸ ਨੇ ਜਾਂ ਜਿਹੜੇ ਸਿਟਿੰਗ MP ਨੇ ਉਹਨਾਂ ਨਾਲ ਗੱਲ ਕੀਤੀ ਜਾਵੇ ਤਾਂ ਉਹ ਵੱਡੇ ਸਾਡੇ ਨਾਲ ਪਲੰਦੇ ਜਾਂ ਪ੍ਰੋਮਿਸ ਕਰਦੇ ਨੇ, ਵੱਡੇ ਸਾਨੂੰ ਵਾਅਦੇ ਦੱਸਦੇ ਨੇ ਕਿ ਅਸੀਂ ਇਮੀਗ੍ਰੇਸ਼ਨ ਦੇ ਵਿੱਚ ਵੱਧ ਤੋਂ ਵੱਧ ਇਮੀਗ੍ਰੈਂਟ ਪਿਛਲੇ 10 ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਲੈ ਕੇ ਆਏ ਹਾਂ। 2.5 ਮਿਲੀਅਨ ਇਮੀਗ੍ਰੈਂਟਸ ਲਿਆਉਣ ਦੀ ਗੱਲ ਕਰਦੇ ਨੇ। ਦੂਜੇ ਪਾਸੇ ਜੇ ਅਸੀਂ ਲਿਬਰਲ ਜਾਂ NDP ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਇਕਨੋਮਿਕ ਤੇ ਸੋਸ਼ਲ ਇੰਬੈਲੈਂਸ ਦੀ ਗੱਲ ਕਰਦੇ ਹਾਂ ਕਿ ਇਮੀਗ੍ਰੇਸ਼ਨ ਦਾ ਜਿਹੜਾ ਮੁੱਦਾ ਹੁੰਦਾ ਕਿ ਇਕਨੋਮਿਕ ਤੇ ਸੋਸ਼ਲ ਬੈਲੈਂਸ ਰੱਖਿਆ ਜਾਵੇ। ਤੁਹਾਨੂੰ ਕੀ ਲੱਗਦਾ ਕਾਲੋਂ ਸਾਹਿਬ ਕਿ ਕੰਜ਼ਰਵੇਟਿਵ ਨੰਬਰ ਤਾਂ ਮੈਚ ਕਰਦੇ ਨੇ ਪਰ ਉਹ ਬੈਲੈਂਸ ਨੂੰ ਜਿਹੜਾ ਸੋਸ਼ਲ ਬੈਲੈਂਸ ਜਾਂ ਇਕਨੋਮਿਕ ਬੈਲੈਂਸ ਆ ਕਿਤੇ ਨਾ ਕਿਤੇ ਉਹ ਇੰਬੈਲੈਂਸ ਹੋ ਰਿਹਾ? ਇਹਦੇ ਵਿੱਚ ਗੱਲ ਇੱਦਾਂ ਆ, ਅੱਗੇ ਅਸੀਂ ਤੁਸੀਂ 2-3 ਕੁਐਸਚਨ ਪਹਿਲਾਂ ਗੱਲ ਕੀਤੀ ਸੀ 1.3 ਮਿਲੀਅਨ ਕੰਜ਼ਰਵੇਟਿਵ ਜੌਬਸ ਦੀ ਤੇ ਹੁਣ ਤੁਸੀਂ ਗੱਲ ਕਰ ਰਹੇ ਆ ਨੰਬਰਸ ਕੰਜ਼ਰਵੇਟਿਵ ਪਾਰਟੀ ਇਮੀਗ੍ਰੇਸ਼ਨ ਦੀ।
ਜਿਹੜੀ ਕੰਜ਼ਰਵੇਟਿਵ ਪਾਰਟੀ ਦਾ ਨੰਬਰ ਦਿਖਾਉਣਾ ਹੁੰਦਾ ਉਹ ਕਈ ਵਾਰੀ ਜਿੱਦਾਂ ਇੰਗਲਿਸ਼ ਵਿੱਚ ਕਹਿੰਦੇ ਸਮੋਕ ਐਂਡ ਮਿਰਰਸ ਹੁੰਦਾ, ਕਿਉਂਕਿ ਉਹ ਜਿਹੜੇ ਨੰਬਰ ਦੇ ਪਿੱਛੇ ਅਸਲੀਅਤ ਆ ਉਹ ਕਈ ਵਾਰੀ ਦੱਸਦੇ ਨਹੀਂ ਹੁੰਦੇ। ਜਿਹੜੀ ਇਮੀਗ੍ਰੇਸ਼ਨ ਦੀ ਨੰਬਰ ਵਿੱਚ ਗੱਲ ਆ, ਜਿੱਥੋਂ ਤੱਕ ਤਾਂ ਮੈਂ ਕੰਜ਼ਰਵੇਟਿਵ ਪਾਰਟੀ ਦੇ MPs ਨਾਲ ਜਾਂ ਕੈਂਡੀਡੇਟਸ ਨਾਲ ਡਿਬੇਟ ਕੀਤੀ ਆ, ਉਹਦੇ ਵਿੱਚ ਕੀ ਹੁੰਦਾ ਵੀ ਕਈ ਵਾਰੀ ਜਿਹੜੇ ਸਟੂਡੈਂਟ ਵੀਜ਼ਾ ਆ ਉਹ ਵੀ ਉਹਨਾਂ ਨੰਬਰਾਂ ਵਿੱਚ ਹੁੰਦੇ ਆ, ਜਿਹੜੇ ਪ੍ਰੋਵਿੰਸ਼ੀਅਲ ਨੋਮੀਨੀ ਹੁੰਦੇ ਆ ਉਹ ਵੀ ਪ੍ਰੋਗਰਾਮਸ ਹੁੰਦੇ ਆ ਸੂਬੇ ਲੈਵਲ ਤੇ ਇਮੀਗ੍ਰੇਸ਼ਨ ਲਿਆਉਣ ਨੂੰ ਕੈਨੇਡਾ ਵਿੱਚ, ਉਹ ਵੀ ਕੰਜ਼ਰਵੇਟਿਵ ਪਾਰਟੀ ਆਪਣੇ ਨੰਬਰਾਂ ਵਿੱਚ ਐਡ ਕਰਦੀ ਆ। ਸੋ ਕਈ ਵਾਰੀ ਮਤਲਬ ਜੋ ਅਸਲੀਅਤ ਆ ਤੇ ਵਾਟਸ ਐਕਚੁਅਲੀ ਦ ਨੰਬਰਸ ਉਹਦੇ ਵਿੱਚ ਕੋਈ ਫਰਕ ਹੁੰਦਾ ਆ। ਜਿੱਥੇ ਤੁਸੀਂ ਗੱਲ ਕੀਤੀ ਆ ਵੀ ਇਕਨੋਮਿਕ ਤੇ ਸੋਸ਼ਲ ਬੈਲੈਂਸ ਦੀ, ਇਹਨਾਂ ਨਾਲ ਬਿਲਕੁਲ ਸਹਿਮਤ ਹੈ ਵੀ ਇਹਦਾ ਬੈਲੈਂਸ ਰੱਖਣਾ ਬਹੁਤ ਜ਼ਰੂਰੀ ਆ। ਤੇ ਇਸ ਵੇਲੇ ਜੋ ਤੁਸੀਂ ਕੰਜ਼ਰਵੇਟਿਵ ਸਿਸਟਮ ਤੋਂ ਦੇਖ ਲਓ ਵੀ ਸਾਡੇ ਹਿਸਾਬ ਨਾਲ ਜਿਹੜੇ ਇਹ ਫੈਮਲੀਜ਼ ਨੂੰ ਜੋੜਨਾ ਇਹ ਕਾਫੀ ਔਖਾ ਆ। ਤੇ ਜਿਹੜਾ ਕੈਨੇਡਾ ਦਾ ਟ੍ਰੈਡੀਸ਼ਨਲੀ ਰੈਪੂਟੇਸ਼ਨ ਰਿਹਾ ਸੀ ਵੀ ਇੱਕ ਵੈਲਕਮਿੰਗ ਕੰਟਰੀ ਜਿੱਥੇ ਪਰਿਵਾਰ ਇਕੱਠੇ ਹੋ ਕੇ ਤੇ ਆਪਣੀ ਲਾਈਫ ਨੂੰ ਕੈਨੇਡਾ ਵਿੱਚ ਗਰੋ ਕਰ ਸਕਣ, ਉਹ ਇਸ ਵੇਲੇ ਸਾਡਾ ਰੈਪੂਟੇਸ਼ਨ ਗਵਾ ਚੁੱਕੇ ਆ। ਜਦੋਂ ਗੱਲ ਫੈਮਿਲੀ ਰੀਯੂਨੀਫਿਕੇਸ਼ਨ ਦੀ ਕੀਤੀ ਜਾਵੇ, ਕੰਜ਼ਰਵੇਟਿਵ ਪਾਰਟੀ ਨੇ ਪੇਰੈਂਟ ਸਪਾਂਸਰਸ਼ਿਪ ਦੇ ਵਿੱਚ 5000 ਦਾ ਕੈਪ ਲਾਇਆ ਹੋਇਆ। ਪਹਿਲੀ ਗੱਲ, ਐਜ਼ ਏ NDP ਕੈਂਡੀਡੇਟ, do you agree with that 5000 number? If not, what should be the number? ਸੋ ਸਾਡੇ ਵੱਲੋਂ ਜਿਹੜਾ ਐਗਜ਼ੈਕਟ ਨੰਬਰ ਆ ਹਾਲੇ ਇਟ ਹੈਜ਼ ਨਾਟ ਬੀਨ ਰਿਲੀਜ਼ਡ ਐਜ਼ ਟੂ ਵਾਟ ਇਟ ਸ਼ੁਡ ਬੀ, ਬਟ ਜਿਹੜੀ ਮੇਰਾ ਪਰਸਨਲੀ ਮੰਨਣਾ ਆ ਵੀ ਕੈਪ ਇਟ ਸ਼ੁਡ ਬੀ ਅ ਲਿਟਲ ਬਿਟ ਹਾਇਰ। ਤੇ ਇਹਦਾ ਕਾਰਨ ਇਹ ਆ ਵੀ ਇਹ ਕੈਪ ਤੋਂ ਅਲੱਗ ਜਿਹੜੇ ਹਿਸਾਬ ਨਾਲ ਇਹਨਾਂ ਨੇ ਹਾਰਡਰ ਕੀਤਾ ਆ, ਫੀਸਾਂ ਵਧਾਤੀਆਂ ਆ, ਸਿਬਲਿੰਗਸ ਦੀ ਏਜ ਵਧਾਤੀ ਆ, ਹੋਰ ਕਾਫੀ ਪਾਸਿਓਂ ਜਿਹੜੀ ਕੰਜ਼ਰਵੇਟਿਵ ਪਾਰਟੀ ਨੇ ਪਾਲਿਸੀਆਂ ਆ ਔਖਾ ਕੀਤਾ ਆ ਸਾਡੀ ਫੈਮਲੀਜ਼ ਇੱਥੇ ਆਉਣ ਨੂੰ। ਜੋ ਮੈਂ ਡੋਰ ਟੂ ਡੋਰ ਸੁਣ ਰਿਹਾ ਆ ਵੀ ਉਹ ਲੋਕੀ ਚਾਹੁੰਦੇ ਆ ਵੀ ਇਹਦਾ ਫੈਮਿਲੀ ਰੀਯੂਨੀਫਿਕੇਸ਼ਨ ਦਾ ਕੈਪ ਹਾਇਰ ਹੋਵੇ, ਕਿਉਂਕਿ ਕਈ ਮੈਨੂੰ ਰੈਜ਼ੀਡੈਂਟ ਮਿਲੇ ਬਰੈਂਪਟਨ ਈਸਟ ਦੇ ਜਿਨ੍ਹਾਂ ਨੇ ਕਿਹਾ ਸੀ ਵੀ ਸਾਨੂੰ ਤਾਂ ਮੌਕਾ ਵੀ ਨਹੀਂ ਮਿਲਿਆ ਅਪਲਾਈ ਕਰਨੇ ਨੂੰ, ਇਹਦਾ ਮਤਲਬ ਕੁਛ 2-3 ਹਫ਼ਤਿਆਂ ਜਾਂ ਮਹੀਨੇ ਵਿੱਚ ਹੀ ਐਪਲੀਕੇਸ਼ਨ ਪੀਰੀਅਡ ਬੰਦ ਹੋ ਗਿਆ ਸੀਗਾ। ਸੋ ਮੈਨੂੰ ਲੱਗਦਾ ਆ ਵੀ ਇਹਨੂੰ ਵਧਾਉਣਾ ਚਾਹੀਦਾ ਆ ਤਾਂ ਕਿ ਜਿਹੜੇ ਸਾਡੇ ਪਰਿਵਾਰ ਟੁੱਟੇ ਹੋਏ ਆ ਇਕੱਠੇ ਰਹਿ ਸਕਣ। ਜਦੋਂ ਉਸ ਕੈਪ ਦੀ ਗੱਲ ਕੀਤੀ ਜਾਵੇ ਕਿ ਜਿਹੜਾ 5000 ਦਾ ਕੈਪ ਆ, ਹੁਣ ਜਿਹੜੀ ਤੁਹਾਡੀ ਵਰਡਿੰਗ ਆ ਕਿ ਉਹ ਕੈਪ ਇਨਕਰੀਜ਼ ਹੋਣਾ ਚਾਹੀਦਾ, ਉਹ ਜਿਹੜਾ ਕੈਪ ਆ ਅੱਜ ਦੀ ਡੇਟ ਦੇ ਵਿੱਚ ਇਮੀਗ੍ਰੈਂਟ ਫੈਮਲੀਆਂ ਕਹਿੰਦੀਆਂ ਨੇ ਕਿ ਉਹ ਕੈਪ ਕੁਝ ਦਿਨਾਂ ਦੇ ਵਿੱਚ ਜਾਂ ਕੁਝ ਮਹੀਨਿਆਂ ਦੇ ਵਿੱਚ ਪੂਰਾ ਹੋ ਜਾਂਦਾ। ਹੁਣ ਤੁਸੀਂ NDP ਪਾਰਟੀ ਕੈਪ ਵਧਾਉਣ ਦੀ ਗੱਲ ਤਾਂ ਕਰਦੇ ਹੋ, ਪਰ ਕੀ ਇਹ ਐਪਲੀਕੇਸ਼ਨ ਥਰੂ ਆਊਟ ਈਅਰ ਲਈਆਂ ਜਾਣਗੀਆਂ ਜਾਂ ਨਹੀਂ? ਸੋ ਤੂਰ ਸਾਹਿਬ ਇਹਦੇ ਵਿੱਚ ਗੱਲ ਇੱਦਾਂ ਆ ਵੀ ਜਿਹੜੀ ਕੈਂਪੇਨ ਆ ਐਤਕੀ ਉਹ 11 ਹਫ਼ਤੇ ਦੀ ਆ। ਸਾਰੇ ਅਨਾਊਂਸਮੈਂਟ ਹਾਲੇ ਨਹੀਂ ਅਨਾਊਂਸ ਕੀਤੇ ਗਏ। ਆਉਣ ਵਾਲੇ ਦਿਨਾਂ ਵਿੱਚ ਟੋਮਸ ਮਲਕੇਰ ਸਾਹਿਬ ਦੇ ਜਿਹੜੇ ਇਮੀਗ੍ਰੇਸ਼ਨ ਅਨਾਊਂਸਮੈਂਟ ਹੋਵੇਗੀ ਤੇ ਉਹਦੇ ਵਿੱਚ ਜਿਹੜੇ ਆਹ ਸਾਰੇ ਇੱਦਾਂ ਦੇ ਡੀਟੇਲਡ ਕੁਐਸਚਨ ਆ ਟੋਮ ਮਲਕੇਰ ਸਾਹਿਬ ਅਨਾਊਂਸ ਕਰੂਗੇ ਤੇ ਦੱਸੂਗੇ ਵੀ ਸਾਡਾ ਪ੍ਰੋਸੈਸ ਐਗਜ਼ੈਕਟਲੀ ਕੀ ਹੋਊਗਾ। ਜਦੋਂ ਇਸ ਕੈਂਪੇਨ ਦੀ ਜਿਵੇਂ ਤੁਸੀਂ ਕਿਹਾ ਕਿ ਕਾਫੀ ਲੰਬਾ ਕੈਂਪੇਨ ਆ, ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ, ਥਾਮਸ ਮਲਕੇਰ ਬੜੇ ਮਾਣ ਨਾਲ ਕਹਿੰਦੇ ਹੁੰਦੇ ਸੀ ਕਿ ਜਿਹੜੀ ਫੈਡਰਲ ਕੰਟਰੀਬਿਊਸ਼ਨ ਟੂ ਹੈਲਥ ਕੇਅਰ ਆ ਉਹ ਵਧਾਉਣੀ ਚਾਹੀਦੀ ਆ, ਪਰ ਕੈਂਪੇਨ ਦੇ ਅੱਧ ਤੋਂ ਵੱਧ ਹੋਣ ਤੋਂ ਬਾਅਦ ਵੀ ਹਜੇ ਤੱਕ ਥਾਮਸ ਮਲਕੇਰ ਨੇ ਕੋਈ ਇਹੋ ਜਿਹੀ ਅਨਾਊਂਸਮੈਂਟ ਨਹੀਂ ਕੀਤੀ ਕਿ ਬਣਦੇ ਰਾਜਾਂ ਨੂੰ ਵੱਧ ਤੋਂ ਵੱਧ ਹੈਲਥ ਕੇਅਰ ਦੇ ਬਾਰੇ ਜਿਹੜੀ ਸਹਾਇਤਾ ਉਹ ਦਿੱਤੀ ਜਾਵੇ। ਉਹ ਸਹਾਇਤਾ ਜਿਹੜੀ ਕੰਜ਼ਰਵੇਟਿਵ ਪਾਰਟੀ ਦੇ ਸਟੀਵਨ ਹਾਰਪਰ ਨੇ ਜਾਂ ਤਾਂ ਕੱਟ ਦਿੱਤੀ ਆ ਜਾਂ ਘਟਾ ਦਿੱਤੀ ਆ। ਅਜਿਹਾ ਕਿਉਂ? ਜੇ ਹੈਲਥ ਕੇਅਰ ਦੇ ਵਿੱਚ ਪ੍ਰੋਮਿਸ ਪਹਿਲਾਂ ਕੀਤਾ ਸੀ ਤਾਂ ਥਾਮਸ ਮਲਕੇਰ ਅੱਜ ਤੱਕ ਹੈਲਥ ਕੇਅਰ ਦੇ ਵਿੱਚ ਰਾਜਾਂ ਦੀ ਮਦਦ ਕਰਨ ਦੇ ਬਾਰੇ ਚੁੱਪ ਕਿਉਂ ਨੇ? ਸੋ ਹੈਲਥ ਕੇਅਰ ਬਾਰੇ 10 ਅਨਾਊਂਸਮੈਂਟ ਹੋ ਚੁੱਕੇ ਸੀਗੇ। ਇੱਕ ਲਾਸਟ ਵੀਕ ਹੋਇਆ ਸੀ ਜਿਹੜਾ ਫਾਰਮਰ ਕੇਅਰ ਅਨਾਊਂਸਮੈਂਟ ਸੀ ਵੀ ਅਸੀਂ ਦਵਾਈਆਂ ਸਸਤੀਆਂ ਕਿੱਦਾਂ ਕਰ ਸਕਦੇ ਹਾਂ। ਦੂਸਰਾ ਅਨਾਊਂਸਮੈਂਟ ਸੀਗਾ ਵੀ ਜਿਹੜੇ ਮੈਂਟਲ ਹੈਲਥ ਆ ਤਾਂ ਇਸ ਤਰ੍ਹਾਂ ਦੇ ਹੋਰ ਕਾਫੀ ਬਿਮਾਰੀਆਂ ਆ ਜੋ ਕੰਜ਼ਰਵੇਟਿਵ ਤੇ ਲਿਬਰਲ ਸਰਕਾਰ ਥੱਲੇ ਉਹਨਾਂ ਦਾ ਇਲਾਜ ਨਹੀਂ ਹੋ ਰਿਹਾ ਤੇ ਦਿਨ ਬਾਏ ਦਿਨ ਵੱਧਦੀਆਂ ਜਾ ਰਹੀਆਂ। ਉਹਦੇ ਵਿੱਚ ਵੀ ਅਨਾਊਂਸਮੈਂਟ ਕੀਤੀ ਸੀਗੀ ਲਾਸਟ ਵੀਕ। ਤੇ ਉਸ ਤੋਂ ਪਹਿਲਾਂ ਇੱਕ ਹੋਰ ਹੈਲਥ ਕੇਅਰ ਦੇ ਵਿੱਚ ਅਨਾਊਂਸਮੈਂਟ ਸੀ ਵੀ ਡਾਕਟਰਸ ਤੇ ਨਰਸਿਸ ਵੱਧ ਹਾਇਰ ਕਰਨੇ ਨੂੰ ਸੂਬਿਆਂ ਦੇ ਵਿੱਚ, ਉਹਦੀ ਵੀ ਅਨਾਊਂਸਮੈਂਟ ਸੀਗੀ। ਸੋ 10 ਅਨਾਊਂਸਮੈਂਟਾਂ ਹੈਲਥ ਕੇਅਰ ਦੇ ਉੱਤੇ ਹੋ ਚੁੱਕੀਆਂ। ਇਹ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਹੈਲਥ ਟ੍ਰਾਂਸਫਰ ਉੱਤੇ ਉਹਦੇ ਉੱਤੇ ਵੀ ਅਨਾਊਂਸਮੈਂਟ ਹੋਊਗੀ ਸਾਡੀ। ਤੇ ਇਸ ਦੇ ਨਾਲ ਮੈਂ ਆਪਣੇ ਦਰਸ਼ਕਾਂ ਨੂੰ ਯਾਦ ਦਿਵਾਉਣਾ ਚਾਹੁੰਦਾ ਆ ਵੀ ਜੇ ਅੱਜ ਕੈਨੇਡਾ ਦੇ ਵਿੱਚ ਹੈਲਥ ਸਿਸਟਮ ਹੈਗਾ ਆ ਯੂਨੀਵਰਸਲ ਹੈਲਥ ਕੇਅਰ ਜੋ ਸਾਰੀ ਦੁਨੀਆ ਦਾ ਮਾਣ ਆ ਇਹ ਕੈਨੇਡਾ ਨੂੰ,
ਉਹ ਇੱਕ ਐਨਡੀਪੀ ਦੀ ਦੇਣ ਸੀਗੀ। ਟੌਮੀ ਡਗਲਸ ਸਾਹਿਬ ਜਦੋਂ ਐਨਡੀਪੀ ਦੇ ਲੀਡਰ ਸੀਗੇ, ਮਿਨੋਰਟੀ ਸਰਕਾਰ ਬਣੀ ਸੀਗੀ ਤੇ ਉਹਦੇ ਵਿੱਚ ਸ਼ਰਤ ਇਹੀ ਸੀ ਵੀ ਹੈਲਥ ਕੇਅਰ ਯੂਨੀਵਰਸਲ ਪਬਲਿਕ ਹੈਲਥ ਕੇਅਰ ਹੋਵੇ ਤੇ ਉਹ ਵੀ ਸਾਨੂੰ ਬਹੁਤ ਮਾਣ ਆ ਵੀ ਐਨਡੀਪੀ ਦੀ ਦੇਣ ਸੀ ਤੇ ਇਹਨੂੰ ਹੋਰ ਵਧੀਆ ਬਣਾਉਣ ਨੂੰ ਵੀ ਸਾਡਾ ਪੂਰਾ ਜ਼ੋਰ ਹੋਊਗਾ ਟੂ ਮੇਕ ਸ਼ੋਰ ਵੀ ਇਹ ਪਬਲਿਕ ਐਸੈਟ ਰਵੇ। ਜੇ ਐਨਡੀਪੀ ਪਾਰਟੀ ਦੀ ਗੱਲ ਕੀਤੀ ਜਾਵੇ, ਇਹਦੇ ਵਿੱਚ ਕੋਈ ਦੋ ਰਾਇਮਾਂ ਨਹੀਂ ਹੈਗੀਆਂ ਕਿ ਪਿਛਲੀ ਇਲੈਕਸ਼ਨ ਦੇ ਵਿੱਚ ਐਨਡੀਪੀ ਨੇ ਅੰਡਰ ਜੈਕ ਲੇਟਨ ਕਾਫੀ ਵਧੀਆ ਆਪਣੀ ਕਾਰਜਗੁਜ਼ਾਰੀ ਦਿਖਾਈ ਸੀਗੀ ਕੁਬੈਕ ਦੇ ਵਿੱਚ। ਸਾਰੇ ਕੈਨੇਡੀਅਨਸ ਨੂੰ ਚਾਹੇ ਉਹ ਐਨਡੀਪੀ ਪਾਰਟੀ ਦੇ ਮੈਂਬਰ ਹੋਣ ਚਾਹੇ ਨਾ ਹੋਣ, ਇਸ ਗੱਲ ਤੇ ਮਾਣ ਹੋਣਾ ਚਾਹੀਦਾ ਕਿ ਜਿਹੜੀ ਪਾਰਟੀ ਬਲਾਕ ਕੁਬੈਕ ਉੱਥੇ ਦੇਸ਼ ਨੂੰ ਪਾੜਨ ਦੀ ਗੱਲ ਕਰਦੀ ਸੀ, ਐਨਡੀਪੀ ਨੇ ਉਸ ਪਾਰਟੀ ਨੂੰ ਇੱਕਦਮ ਥੱਲੇ ਲਾ ਦਿੱਤਾ ਸੀ। ਇਸ ਇਲੈਕਸ਼ਨ ਦੇ ਵਿੱਚ ਵੀ ਜੇ ਉਮੀਦ ਕੀਤੀ ਜਾਂਦੀ ਸੀ ਕਿ ਬਲਾਕ ਕੁਬੈਕ ਕਿਤੇ ਨਾ ਕਿਤੇ ਜਿਲ ਡਿਸੈਪ ਦੇ ਥੱਲੇ ਸਿਰ ਚੁੱਕ ਸਕਦੀ ਆ, ਐਨਡੀਪੀ ਪਾਰਟੀ ਦੀ ਕੁਬੈਕ ਦੇ ਵਿੱਚ ਹੋਂਦ ਹਜੇ ਵੀ ਕਾਫੀ ਮਜ਼ਬੂਤ ਬਣੀ ਹੋਈ ਆ। ਹਾਲਾਂਕਿ ਪ੍ਰੋਵਿੰਸ਼ੀਅਲ ਸਰਕਾਰ ਲਿਬਰਲ ਗਵਰਨਮੈਂਟ ਦੀ ਆ, ਪਰ ਕਲੈਰਿਟੀ ਐਕਟ ਦੇ ਕਿਤੇ ਨਾ ਕਿਤੇ ਐਨਡੀਪੀ ਪਾਰਟੀ ਨੂੰ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ। ਕਾਲੋ ਸਾਹਿਬ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕਲੈਰਿਟੀ ਐਕਟ ਦੇ ਬਾਰੇ ਜਿਹੜੀ ਕੁਬੈਕ ਦੀ ਸਵਰਜਨਿਟੀ ਦੀ ਗੱਲ ਕਰਦੇ ਆ ਜਾਂ ਫਰੀडम ਦੀ ਗੱਲ ਕਰਦੇ ਆ, ਤੁਹਾਡੀ ਕੀ ਪੋਜੀਸ਼ਨ ਆ? ਸੋ ਇਹਦੇ ਉੱਤੇ ਮੇਰੀ ਪੋਜੀਸ਼ਨ ਇਹੀ ਹੈ ਤੂਰ ਸਾਹਿਬ, ਜੋ ਟੌਮ ਮਲਕੇਰ ਸਾਹਿਬ ਦੀ ਆ। ਜਿਹੜਾ ਇਹ ਕਲੈਰਿਟੀ ਐਕਟ ਦੀ ਗੱਲ ਸੀ, ਇਹ ਅੱਜ ਦੀ ਨਹੀਂ, ਇਹ ਕੱਲ੍ਹ ਦੀ ਨਹੀਂ, ਇਹ ਲਾਸਟ ਇਲੈਕਸ਼ਨ ਦੀ 2011 ਦੀ ਨਹੀਂ, ਇਹ 2005 ਦੇ ਐਨਡੀਪੀ ਦੇ ਰੈਜ਼ੋਲੂਸ਼ਨ ਸਾਡੇ ਕੌਨਸਟੀਟਿਊਸ਼ਨ ਦੇ ਵਿੱਚ ਆ ਵੀ ਇਹ ਜੋ ਸ਼ੇਅਰਬਰਗ ਡੈਕਲੇਰੇਸ਼ਨ ਆ ਉਹਦੇ ਵਿੱਚ ਬਹੁਤ ਲੰਮੇ ਸਮੇਂ ਦੀ ਸਾਡਾ ਇਹ ਮੈਨੀਫੈਸਟੋ ਤੇ ਸਾਡੀ ਕੌਨਸਟੀਟਿਊਸ਼ਨ ਦੇ ਵਿੱਚ ਇਹ ਆ। ਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਜੇ ਸੈਪਰੇਟਿਸਟ ਨੂੰ ਖਤਮ ਕੀਤਾ ਕਿਸੇ ਵੀ ਪਾਰਟੀ ਨੇ, ਉਹ ਐਨਡੀਪੀ ਪਾਰਟੀ ਸੀ, ਜੈਕ ਲੇਟਨ ਸਾਹਿਬ ਸੀ, ਤੇ ਉਹੀ ਰਾਹ ਤੇ ਅੱਜ ਟੌਮ ਮਲਕੇਰ ਸਾਹਿਬ ਮਜ਼ਬੂਤ ਆ। ਕੁਬੈਕ ਦੇ ਲੋਕੀ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਆ ਵੀ ਉਹਨਾਂ ਦੀ ਜਿਹੜੀ ਪ੍ਰੋਗਰੈਸਿਵ ਸੋਚ ਆ ਐਨਡੀਪੀ ਦੇ ਨਾਲ ਮਿਲਦੀ ਆ ਤੇ ਫਾਈਨਲੀ ਬਹੁਤ ਹੀ ਜ਼ਿਆਦਾ ਸਮੇਂ ਦੇ ਬਾਅਦ ਆਟੋਵਾ ਦੇ ਵਿੱਚ ਸਰਕਾਰ ਦੇ ਵਿੱਚ ਉਹਨਾਂ ਦੀ ਆਵਾਜ਼ ਹੋਊਗੀ। ਜੇ ਗੱਲਬਾਤ ਥਾਮਸ ਮਲਕੇਰ ਦੀ ਕੀਤੀ ਜਾਵੇ ਤਾਂ ਉਹ ਡਿਬੇਟ ਦੇ ਵਿੱਚ ਵੀ ਤਾਂ ਦੂਜੀ ਸਪੀਚਸ ਦੇ ਵਿੱਚ ਵੀ ਇਹ ਕਹਿੰਦੇ ਨੇ ਕਿ ਜਸਟਨ ਟਰੂਡੋ ਨੂੰ ਕੋਈ ਐਕਸਪੀਰੀਅੰਸ ਨਹੀਂ ਹੈਗਾ, ਹੀ ਇਜ਼ ਨਾਟ ਰੈਡੀ ਟੂ ਬੀ ਦ ਪ੍ਰਾਈਮ ਮਿਨਿਸਟਰ ਆਫ ਕੈਨੇਡਾ, ਪਰ ਆਪਣੇ ਐਕਸਪੀਰੀਅੰਸ ਦੀ ਗੱਲ ਕਰਦੇ ਆ। ਕੀ ਤੁਸੀਂ ਥਾਮਸ ਮਲਕੇਰ ਦੇ ਐਕਸਪੀਰੀਅੰਸ ਤੇ ਥੋੜਾ ਬਹੁਤ ਚਾਨਣਾ ਪਾਉਂਗੇ ਕਿ ਪੋਲੀਟੀਕਲ ਐਕਸਪੀਰੀਅੰਸ ਉਹਨਾਂ ਨੂੰ ਕੀ ਹੈਗਾ? ਜ਼ਰੂਰ ਜੀ, ਟੌਮ ਮਲਕੇਰ ਸਾਹਿਬ ਦਾ ਐਕਸਪੀਰੀਅੰਸ ਬਹੁਤ ਹੀ ਜ਼ਿਆਦਾ ਆ। ਉਹ ਕੁਬੈਕ ਦੇ ਵਿੱਚ ਇਨਵਾਇਰਨਮੈਂਟ ਮੰਤਰੀ ਰਹਿ ਚੁੱਕੇ ਸੀ ਬਹੁਤ ਹੀ ਜ਼ਿਆਦਾ ਲੰਮੇ ਸਮੇਂ ਲਈ। ਕੁਬੈਕ ਤੋਂ ਇੱਕ ਐਮਪੀਪੀ ਐਮਐਲਏ ਸੀਗੇ, ਉਸ ਤੋਂ ਬਾਅਦ ਮੰਤਰੀ ਬਣੇ ਇਨਵਾਇਰਨਮੈਂਟ ਬਟ ਵਾਸਨਟ ਦੈਟ ਅ ਲਿਬਰਲ ਗਵਰਨਮੈਂਟ ਦੋ ਸਰ? ਹਾਂਜੀ, ਉਹ ਕੁਬੈਕ ਦੇ ਵਿੱਚ ਵੀਰ ਜੀ ਕੋਈ ਪ੍ਰੋਵਿੰਸ਼ੀਅਲ ਲਿਬਰਲ ਪਾਰਟੀ ਹੈ ਨਹੀਂ ਸੀ। ਸੋ ਯੈਸ, ਉਹ ਕੁਬੈਕ ਲਿਬਰਲ ਪਾਰਟੀ ਦੇ ਮੈਂਬਰ ਸੀਗੇ, ਐਮਐਲਏ ਤੇ ਮਿਨਿਸਟਰ ਵੀ ਸੀਗੇ, ਸੀਨੀਅਰ ਇਨਵਾਇਰਨਮੈਂਟ ਮਿਨਿਸਟਰ, ਜਿਸ ਦੇ ਥੱਲੇ ਆਪਣੇ ਕਾਰਬਨ ਐਮਿਸ਼ਨਸ, ਇਨਵਾਇਰਨਮੈਂਟ ਦੇ ਲਾਜ਼, ਵਾਤਾਵਰਨ ਬਹੁਤ ਹੀ ਜ਼ਿਆਦਾ ਮਜ਼ਬੂਤ ਕੀਤੇ ਤੇ ਜਿਹੜੀ ਐਮਿਸ਼ਨਸ ਪੋਲੂਸ਼ਨ ਸੀਗੀ ਇਨਵਾਇਰਨਮੈਂਟ ਉਹ ਘਟਾਈ ਗਈ ਸੀਗੀ। ਸੋ ਬਹੁਤ ਮਾਣ ਸਾਨੂੰ ਸਾਡੇ ਟੌਮਸ ਮਲਕੇਰ ਸਾਹਿਬ ਦੇ ਲੀਡਰ ਦੇ ਉੱਤੇ। ਤੇ ਉਹਨਾਂ ਨੇ ਫਿਰ ਲਿਬਰਲ ਪਾਰਟੀ ਛੱਡਤੀ ਸੀਗੀ ਕਿਉਂਕਿ ਲਿਬਰਲ ਪ੍ਰੀਮੀਅਰ ਚਾਹੁੰਦਾ ਸੀ ਕਿ ਜਿਹੜੀ ਕੋਈ ਪਬਲਿਕ ਲੈਂਡ ਸੀ ਉਹ ਕਿਸੇ ਬਿਲਡਰ ਨੂੰ ਵੇਚਣੀ, ਜਿੱਥੇ ਬਹੁਤ ਹੀ ਖੂਬਸੂਰਤ ਜੰਗਲ ਸੀ, ਫੋਰੈਸਟ ਸੀ, ਤੇ ਉਹਨਾਂ ਟੌਮਸ ਮਲਕੇਰ ਸਾਹਿਬ ਲੀਡਰ ਨਹੀਂ ਸਹਿਮਤ ਸੀ। ਸੋ ਉਹਨਾਂ ਨੇ ਅਸੂਲ ਬੇਸ ਤੇ ਛੱਡਤੀ ਸੀ ਪਾਰਟੀ। ਉਸ ਤੋਂ ਬਾਅਦ ਜੈਕ ਲੇਟਨ ਸਾਹਿਬ ਨਾਲ ਮਿਲੇ ਇਹ ਤੇ ਇਹਨਾਂ ਨੂੰ ਐਨਡੀਪੀ ਪਾਰਟੀ ਚੰਗੀ ਲੱਗੀ ਸੀ। ਮੇਰਾ ਖਿਆਲ 2008 ਦੀ ਗੱਲ ਆ ਇਹ, ਤੇ ਉਦੋਂ ਚਿੱਤ ਰੱਖਣ ਵਾਲੀ ਇਹ ਗੱਲ ਸੀ ਕਿ ਉਦੋਂ ਕੁਬੈਕ ਵਿੱਚ ਐਨਡੀਪੀ ਦੀ ਕੋਈ ਸੀਟ ਨਹੀਂ ਸੀ, ਕੋਈ ਐਨਡੀਪੀ ਦੀ ਵੇਵ ਹੈ ਨਹੀਂ ਸੀ। ਸੋ ਉਹਨਾਂ ਨੂੰ ਉਸ ਸਮੇਂ ਜਦੋਂ ਐਨਡੀਪੀ ਇੱਕ ਛੋਟੀ ਜਿਹੀ ਪਾਰਟੀ ਹੁੰਦੀ ਸੀਗੀ, ਉਦੋਂ ਕੁਬੈਕ ਵਿੱਚੋਂ ਟੌਮ ਮਲਕੇਰ ਸਾਹਿਬ ਨੂੰ ਅਸੂਲ ਬੇਸ ਤੇ ਜੁਆਇਨ ਕਰਨਾ ਕਾਫੀ ਵਧੀਆ ਸਟੈਪ ਸੀ। ਤੇ ਜੋ ਅੱਜ ਕੁਬੈਕ ਦੇ ਵਿੱਚ ਪੂਰਾ ਕੇਸਰੀ ਰੰਗ ਵਿੱਚ ਰੰਗਿਆ ਗਿਆ ਕੁਬੈਕ, ਤੇ ਆਉਣ ਵਾਲੀ ਇਲੈਕਸ਼ਨ ਵਿੱਚ ਉਹੀ ਉਮੀਦ ਆ, ਇਹ ਇਕੱਠਾ ਹੀ ਸਿਹਰਾ ਜਾਂਦਾ ਆ ਜੈਕ ਲੇਟਨ ਸਾਹਿਬ ਨੂੰ ਤੇ ਟੌਮ ਮਲਕੇਰ ਨੂੰ, ਇਕੱਠਿਆਂ ਦਾ ਕੰਮ ਸੀ ਇਹ। ਬਿੱਲ C-51 ਬਾਰੇ ਐਨਡੀਪੀ ਪਾਰਟੀ ਨੇ ਕਾਫੀ ਕਲੀਅਰ ਸਟੈਂਡ ਲਿਆ ਹੋਇਆ। ਜੇ ਗੱਲ ਕੰਜ਼ਰਵੇਟਿਵ ਪਾਰਟੀ ਦੀ ਕੀਤੀ ਜਾਵੇ, ਉਹਨਾਂ ਨੇ ਤਾਂ ਇਹ ਬਿੱਲ ਇੰਟਰੋਡਿਊਸ ਕੀਤਾ ਸੀ। ਲਿਬਰਲ ਪਾਰਟੀ ਨੇ ਫਲਿਪ ਫਲॉप ਕਰਨ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਦੀ ਸਪੋਰਟ ਕੀਤੀ ਤੇ ਇਹ ਬਿੱਲ ਨੂੰ ਪਾਸ ਹੋਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ। ਪਰ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਬਿੱਲ C-51 ਬਾਰੇ ਐਨਡੀਪੀ ਪਾਰਟੀ ਦਾ ਕਾਫੀ ਕਲੀਅਰ ਸਟੈਂਡ ਰਿਹਾ। ਉਸ ਬਾਰੇ ਥੋੜਾ ਜਿਹਾ ਸਾਡੇ ਬਾਰੇ ਚਾਨਣਾ ਪਾਓ ਕਿ ਇਸ ਕਲੀਅਰ ਸਟੈਂਡ ਜਾਂ ਬਿੱਲ ਦੀ ਵਿਰੋਧਤਾ ਕਿਉਂ ਕੀਤੀ ਜਾ ਰਹੀ ਆ?
ਜ਼ਰੂਰ ਜੀ, ਮੈਂ ਤਾਂ ਜਿਹੜੇ ਆਪਣੇ ਪੰਜਾਬ ਤੋਂ ਭੈਣ ਭਰਾ ਦੇਖ ਰਹੇ ਆ ਜਾਂ ਪੰਜਾਬ ਨਾਲ ਜੁੜੇ ਹੋਏ ਆ, ਉਹਨਾਂ ਨੂੰ ਜਦੋਂ ਮੈਂ ਬਿੱਲ C-51 ਵਾਲੇ ਗੱਲ ਕਰਦਾ, ਉਹਨਾਂ ਨੂੰ ਮੈਂ ਯਾਦ ਜੋ ਦਿਵਾਉਂਦਾ ਹੁੰਦਾ ਵੀ 1984 ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਟਾਡਾ ਵਰਗਾ ਲਾਅ ਲੈ ਕੇ ਆਂਦਾ ਸੀਗਾ, ਤੇ ਬਿੱਲ C-51 ਮੈਂ ਕਹਿ ਸਕਦਾ ਵੀ ਇਹ ਇੱਕ ਟਾਡਾ ਦਾ ਇੱਕ ਬੇਬੀ ਬ੍ਰਦਰ ਹੈ। Are you serious that you are comparing this with Tata, sir? Totally. ਕਿਉਂਕਿ ਜਿਹੜੇ ਜਿੱਥੇ ਵੀ I said baby brother, it's not like that but a baby brother, it's a miniature version of that, and the reason for that is ਜਿੱਥੇ ਵੀ civil liberties, ਜਿੱਥੇ ਵੀ ਮਨੁੱਖੀ ਅਧਿਕਾਰਾਂ ਦੇ ਜਾਂ ਕਿ ਇੰਡੀਆ ਵਿੱਚ ਟਾਡਾ ਹੋਵੇ ਜਾਂ ਅਮਰੀਕਾ ਵਿੱਚ ਪੈਟਰੀਅਟ ਐਕਟ ਹੋਵੇ ਜਾਂ ਕੈਨੇਡਾ ਵਿੱਚ ਬਿੱਲ C-51 ਆ, ਜਿਹੜਾ ਇਹਨਾਂ ਦਾ ਅੰਡਰਲਾਈਨਿੰਗ ਥੀਮ ਆ ਸਾਰਿਆਂ ਦਾ ਸੇਮ ਆ, ਤੇ ਉਹ ਥੀਮ ਹੈਗਾ ਮਨੁੱਖੀ ਅਧਿਕਾਰਾਂ ਤੇ ਸਿਵਲ ਲਿਬਰਟੀਜ਼ ਦੇ ਉੱਤੇ ਅਟੈਕ ਕਰਨਾ। ਤੇ ਜੇ ਤੁਸੀਂ ਦੇਖ ਲਓ RCMP ਆਫਿਸਰ ਪੁਰਾਣੇ, CSIS ਆਫਿਸਰ ਪੁਰਾਣੇ, ਕੈਨੇਡਾ ਦੇ ਪ੍ਰਧਾਨ ਮੰਤਰੀ, ਜਿੰਨੇ ਵੀ ਲੀਗਲ ਐਸੋਸੀਏਸ਼ਨਸ ਆ, ਉਹ ਸਾਰੇ ਦੇ ਸਾਰੇ ਇਹਦੇ ਖਿਲਾਫ ਆ। ਇੱਥੋਂ ਵੀ ਲੈ ਕੇ ਵੀ ਐਮਨਿਸਟੀ ਇੰਟਰਨੈਸ਼ਨਲ ਨੇ ਕਿਹਾ ਵੀ ਇਹ ਜਿਹੜਾ ਬਿੱਲ C-51 ਆ ਹਿਊਮਨ ਰਾਈਟਸ ਦੇ ਲਈ ਕੈਨੇਡਾ ਦੇ ਵਿੱਚ ਸੈਟਬੈਕ ਆ। ਤੇ ਜਦੋਂ ਇਹ ਤੁਸੀਂ ਬਿੱਲ ਲੈ ਕੇ ਆਉਂਦੇ ਆ ਕਿਸੇ ਅਟੈਕ ਜਾਂ ਟੈਰਰਿਸਟ ਅਟੈਕ ਜਾਂ ਸ਼ੂਟਿੰਗ ਤੋਂ ਬਾਅਦ ਥੋੜ੍ਹੇ ਦਿਨਾਂ ਦੇ ਬਾਅਦ ਇਹ ਬਿੱਲ ਇੰਟਰੋਡਿਊਸ ਹੁੰਦਾ ਆ, ਇਹਦਾ ਮਕਸਦ ਇਹ ਸੀ ਲੋਕਾਂ ਨੂੰ ਡਰਾ ਕੇ ਇਹ ਬਿੱਲ ਇੰਟਰੋਡਿਊਸ ਕਰਨਾ। ਤੇ ਜਿਹੜਾ ਸਭ ਤੋਂ ਪਹਿਲਾ ਬੰਦਾ ਡਰਿਆ ਸੀਗਾ ਉਹ ਸੀਗਾ ਜਸਟਿਨ ਟਰੂਡੋ, ਜਿਸ ਨੇ ਇਸ ਦੇ ਵੋਟ ਦੇ ਵਿੱਚ ਹੱਕ ਪਾਈ। ਉਹ ਕਹਿੰਦੇ ਸੀਗੇ ਵੀ ਉਹ ਵੋਟ ਇਸ ਦੇ ਖਿਲਾਫ ਆ, ਬਟ ਵੋਟ ਪਾਈ ਉਹਦੇ ਹੱਕ ਵਿੱਚ। ਤੇ ਮਤਲਬ ਇਹ ਜਿਹੜੀ ਤੁਸੀਂ ਵੀ ਜ਼ਿਕਰ ਕੀਤੀ ਤੂਰ ਸਾਹਿਬ ਵੀ ਫਲਿਪ ਫਲॉप ਕਰਨਾ, ਇਹ ਮਤਲਬ ਇਹ ਸਿਰਫ ਬਿੱਲ C-51 ਦੇ ਉੱਤੇ ਐਗਜ਼ਾਮਪਲ ਨਹੀਂ, ਮੈਂ ਅੱਗੇ ਮਿਨੀਮਮ ਵੇਜ ਦੇ ਉੱਤੇ ਵੀ ਕਿਹਾ ਸੀ, ਉੱਥੇ ਵੀ ਜਸਟਿਨ ਟਰੂਡੋ ਸਾਹਿਬ ਨੇ ਫਲਿਪ ਫਲॉप ਕੀਤਾ ਆ, ਤੇ ਈਵਨ ਡੈਫਿਸਿਟ ਤੇ ਸਰਪਲਸ ਦੇ ਉੱਤੇ ਵੀ ਫਲਿਪ ਫਲॉप ਕੀਤਾ ਆ। ਸੋ ਇਹ ਇੱਕ ਲਿਬਰਲ ਪਾਰਟੀ ਦੀ ਕਾਮਨ ਥੀਮ ਆ। ਤੇ ਜਿਹੜੀ ਸਭ ਤੋਂ ਤੂਰ ਸਾਹਿਬ ਬੁਰੀ ਗੱਲ ਇਹ ਆ ਵੀ ਜਿਹੜੀ C-51 ਆ ਇਹ ਆਪਣੇ ਚਾਰਟਰ ਆਫ ਰਾਈਟਸ ਐਂਡ ਫਰੀडम ਦੇ ਖਿਲਾਫ ਆ। ਸੋ ਇਸ ਵੇਲੇ ਬਿੱਲ C-51 ਅਦਾਲਤ ਦੇ ਵਿੱਚ ਚੈਲੰਜ ਹੋ ਰਿਹਾ, ਕਿਉਂਕਿ ਸਾਡਾ ਕਨਸਟੀਟਿਊਸ਼ਨ ਤੇ ਸਾਡੇ ਚਾਰਟਰ ਦੇ ਖਿਲਾਫ ਇਹ ਬਿੱਲ ਆ। ਤੇ ਸਾਨੂੰ ਬਹੁਤ ਮਾਣ ਆ ਵੀ NDP ਨੇ ਸ਼ੁਰੂ ਤੋਂ ਇਸ ਦੇ ਖਿਲਾਫ ਸਪੋਰਟ ਲਈ, ਈਵਨ ਜਦੋਂ 86% ਲੋਕਾਂ ਨੇ ਇਸ ਦੇ ਹੱਕ ਵਿੱਚ ਸੀਗੇ। ਤੇ ਜਿੱਦਾਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਬਿੱਲ ਕਿੰਨਾ ਡੇਂਜਰਸ ਆ, ਕਿੰਨੀਆਂ ਅਥਾਰਟੀਜ਼ ਦਿੰਦਾ ਪੁਲਿਸ ਸਰਵਿਸਿਜ਼ ਨੂੰ, CSIS ਨੂੰ, ਤੇ ਇਸ ਦੇ ਨਾਲ ਸਾਡੇ ਮਨੁੱਖੀ ਅਧਿਕਾਰਾਂ ਉੱਤੇ ਕਿੰਨੇ ਉਲੰਘਣਾ ਇਹ ਉੱਦਾਂ ਇਹ ਬਿੱਲ ਦੇ ਖਿਲਾਫ ਕੈਨੇਡੀਅਨ ਪਾਪੂਲੇਸ਼ਨ ਹੋਈ, ਤੇ ਉਸ ਦੇ ਨਾਲ NDP ਦੀ ਸਪੋਰਟ ਕਾਫੀ ਵਧੀ। ਪਰ ਜੇ ਗੱਲ ਕਾਲੋਂ ਸਾਹਿਬ ਇੰਡੀਵਿਜੂਅਲ ਬੇਸ ਤੇ ਕੀਤੀ ਜਾਵੇ, ਜਿਵੇਂ NDP ਪਾਰਟੀ ਨੂੰ ਤਾਂ ਸ਼ਾਇਦ ਟਾਡਾ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਲੱਗਿਆ ਸੀ ਟਾਡਾ ਉਹਦਾ ਨਾਂ ਪਤਾ ਹੋਵੇ, ਪਰ ਐਜ਼ ਏ ਪੰਜਾਬੀ ਯੂ ਨੋ ਇਟ, ਆਈ ਨੋ ਇਟ। ਪਰ ਦੂਜੇ ਪਾਸੇ ਜੇ ਗੱਲ ਕਰਦੇ ਹਾਂ ਕਿ ਸਾਡੀ ਪਾਰਲੀਮੈਂਟ 'ਤੇ ਅਟੈਕ ਹੋਇਆ, ਸਾਡੇ ਕੈਨੇਡੀਅਨ ਸੋਲਜਰਸ 'ਤੇ ਅਟੈਕ ਹੋਇਆ, ਸਾਡੇ ਕੈਨੇਡਾ ਦੇ ਵਿੱਚ ਇੱਕ ਜਿਹੜੀ ਸਿਕਿਉਰਿਟੀ ਦੀ ਪ੍ਰੋਬਲਮ ਆ ਰਹੀ ਸੀ, ਡੋਂਟ ਯੂ ਥਿੰਕ ਕਿ ਕੈਨੇਡੀਅਨ ਗੌਰਮੈਂਟ ਰਿਗਾਰਡਲੈਸ ਆਫ ਐਨੀ ਪਾਰਟੀ ਸ਼ੁੱਡ ਬ੍ਰਿੰਗ ਏ ਬਿੱਲ ਕਿ ਜੇ ਅਜਿਹੀਆਂ ਵਾਰਦਾਤਾਂ ਹੁੰਦੀਆਂ ਨੇ, ਚਾਹੇ ਵਰਲਡ ਦੇ ਕਿਸੇ ਹਿੱਸੇ ਵਿੱਚ ਹੋਣ, ਸਾਡੇ ਜੇ ਕੈਨੇਡੀਅਨ ਫੌਜੀਆਂ 'ਤੇ ਜਾਂ ਕੈਨੇਡੀਅਨਸ 'ਤੇ ਹਮਲੇ ਅੰਡਰ ਟੈਰਰਿਜ਼ਮ ਹੁੰਦੇ ਨੇ, ਤਾਂ ਸਾਨੂੰ ਉਸ ਬਿੱਲ ਲਿਆਉਣ ਦੀ ਲੋੜ ਹੈ ਜਾਂ ਨਹੀਂ? नहीं जी, सो ऑलरेडी तूर साहब जो तुसी देख लो साडिया एजेंसियां को, साडे पुलिस फोर्स को काफ़ी ज़्यादा टूल्स ते अथॉरिटी हैगी इस तरह के सिचुएशनस दे नाल डील करने दे लई ऑलरेडी बहुत स्ट्रॉन्ग है। ताही तो जिदा मैं अगे जिक्र किया सी भी जेडे फॉर्मर CSIS हैड आ, फॉर्मर RCMP ऑफिसर आ, कनेडा के 4 पुराने प्रधानमंत्री सारे ने कहा भी इस बिल की कोई लोड़ नहीं आ, क्योंकि जी सिक्योरिटी आ वो तो तूर साहब सारिया पार्टियां अग्री आ भी सिक्योरिटी की लोड़ आ। बट जी गल ये भी डू आर अथॉरिटीज़, डू आर एजेंसीज ऑलरेडी हैव इनफ पावर, एंड द आंसर टू दैट इज़ येस। सो जो थोड़ा क्वेश्चन आ इट्स ऑलरेडी बिन आंसर्ड बिकॉज आवर सिक्योरिटी फोर्सेज आर क्वाइट स्ट्रॉन्ग एंड केपेबल एंड वी ट्रस्ट them fully to keep Canada safe. So whatever is happening, we don't need to do anything. We don't need to bring any new measures to protect against the terrorism. No. We always need to remain vigilant against threats of terrorism. There's no doubt about that. But bringing in bills that attack civil liberties of normal everyday Canadians is not the solution, especially when experts, former CSIS officials, former RCMP officers, former Prime Ministers of Canada, civil liberties associations,
Amnesty International, I could say on and on the list of people who are opposed to this. So this is not the way to do it, and Canadians have clearly shown that they are not in favor of this bill. And when NDP forms a government, we will make sure we repeal this. ਕਾਲੋ ਸਾਹਿਬ, ਪਿਛਲੇ ਕੁਝ ਦਿਨ ਪਹਿਲਾਂ ਨਿਕਾਬ ਦਾ ਮਸਲਾ ਵੀ ਸਾਹਮਣੇ ਆਇਆ ਸੀ। ਕੰਜ਼ਰਵੇਟਿਵ ਪਾਰਟੀ ਨੇ ਆਪਣੀ ਪੋਜੀਸ਼ਨ ਕਾਫੀ ਕਲੀਅਰ ਕਰ ਦਿੱਤੀ ਆ। ਹਾਲਾਂਕਿ ਅਦਾਲਤ ਨੇ ਨਿਕਾਬ ਪਹਿਨਣ ਤੇ ਲੱਗੀ ਪਾਬੰਦੀ ਨੂੰ ਉਠਾ ਦਿੱਤਾ। ਸਿਟੀਜ਼ਨਸ਼ਿਪ ਸੈਰੀਮਨੀ ਦੇ ਵਿੱਚ ਨਿਕਾਬ ਪਾਉਣ ਦੀ ਇਜਾਜ਼ਤ ਦਿੱਤੀ ਗਈ ਆ ਉਸ ਕੁੜੀ ਨੂੰ, ਉਸ ਔਰਤ ਨੂੰ ਜਿਹੜੀ ਕਿ 19 ਅਕਤੂਬਰ ਦੀ ਇਲੈਕਸ਼ਨ ਦੇ ਵਿੱਚ ਆਪਣਾ ਸਿਟੀਜ਼ਨਸ਼ਿਪ ਹੋਣ ਦਾ ਜਿਹੜਾ ਹੱਕ ਆ ਉਹ ਅਦਾ ਕਰਨਾ ਚਾਹੁੰਦੀ ਆ। ਪਰ ਸਟੀਵਨ ਹਾਰਪਰ ਨੇ ਆਪਣੀ ਇਹ ਪੋਜੀਸ਼ਨ ਕਲੀਅਰ ਕਰ ਦਿੱਤੀ ਆ ਕਿ ਗਵਰਨਮੈਂਟ ਇਜ਼ ਗੋਇੰਗ ਟੂ ਅਪੀਲ ਇਨ ਦ ਸੁਪਰੀਮ ਕੋਰਟ ਅਗੇਂਸਟ ਦਿਸ। ਸੋ ਦੇ ਡੋਂਟ ਵਾਂਟ ਨਿਕਾਬ ਟੂ ਬੀ ਵੇਅਰ ਡਿਊਰਿੰਗ ਦ ਸਿਟੀਜ਼ਨਸ਼ਿਪ ਸੈਰੇਮਨੀਜ਼। ਤੁਹਾਡੀ ਪਾਰਟੀ ਦੀ ਕੀ ਪੋਜੀਸ਼ਨ ਆ? ਸਾਡੀ ਪੋਜੀਸ਼ਨ ਇਹ ਆ ਕਿ ਅਸੀਂ ਸੁਪਰੀਮ ਕੋਰਟ ਦੇ ਨਾਲ ਐਗਰੀ ਆ। ਅਸੀਂ ਕੋਈ ਵੀ ਇਸ ਦੇ ਬਾਰੇ ਅਪੀਲ ਨਹੀਂ ਕਰਾਂਗੇ। ਜਦੋਂ ਇਹ ਬਿੱਲ ਇਹਨਾਂ ਨੇ ਲੈ ਕੇ ਵੀ ਆਂਦਾ ਸੀਗਾ ਉਦੋਂ ਵੀ NDP ਇਸ ਦੇ ਖਿਲਾਫ ਸੀਗੀ ਤੇ ਸਾਨੂੰ ਐਕਚੁਅਲੀ ਬਹੁਤ ਮਾਣ ਆ। ਆਈ ਮੀਨ ਮੇਰੇ ਨਾਲ ਦੇ ਰਾਈਡਿੰਗ ਵਿੱਚ ਮਿਸਾਗਾ ਦੇ ਵਿੱਚ ਹਜਾਬ ਪਹਿਨ ਕੇ ਇੱਕ NDP ਕੈਂਡੀਡੇਟ ਵੀ ਆ ਤੇ ਸਾਨੂੰ ਤਾਂ ਜਿਹੜੇ ਸਾਡੇ ਰਿਲੀਜੀਅਸ ਸਿੰਬਲਸ ਆ ਉਹਨੂੰ ਆਲਵੇਜ਼ ਜਿੰਨੀ ਵੀ ਉਹਦੀ ਸੁਰੱਖਿਆ ਹੋ ਸਕੇ ਅਸੀਂ ਉਹਦੇ ਹੱਕ ਵਿੱਚ ਆ ਤੇ ਜੋ ਕੰਜ਼ਰਵੇਟਿਵ ਪਾਰਟੀ ਦੀ ਇਹ ਪਾਲਿਸੀ ਆ ਅਸੀਂ ਉਹਦੇ ਬਿਲਕੁਲ ਖਿਲਾਫ ਆ। ਜਦੋਂ ਗੱਲ ਰਿਲੀਜੀਅਸ ਫਰੀडम ਆਫ ਸਪੀਚ ਜਾਂ ਰਿਲੀਜੀਅਸ ਰਾਈਟਸ ਦੀ ਕੀਤੀ ਜਾਵੇ ਤਾਂ ਪਾਰਟੀਆਂ ਆਪਣੀ ਆਪਣੀ ਪੋਜੀਸ਼ਨ ਲੈਂਦੀਆਂ ਨੇ। ਕੰਜ਼ਰਵੇਟਿਵ ਪੋਜੀਸ਼ਨ ਤਾਂ ਮੈਂ ਕਲੀਅਰ ਕਰ ਦਿੱਤੀ ਆ, NDP ਪੋਜੀਸ਼ਨ ਤੁਸੀਂ ਕਲੀਅਰ ਕਰ ਦਿੱਤੀ ਆ। ਤੁਹਾਡੇ ਮੁਤਾਬਕ ਲਿਬਰਲ ਪਾਰਟੀ ਦੀ ਨਿਕਾਬ ਬਾਰੇ ਕੀ ਪੋਜੀਸ਼ਨ ਆ? ਉਹਦੇ ਬਾਰੇ ਜਿੱਥੇ ਤੱਕ ਮੈਨੂੰ ਪਤਾ ਆ ਉਹ ਵੀ ਜਿਹੜੀ ਸਾਡੀ ਪਾਲਿਸੀ NDP ਆ ਉਹਦੇ ਨਾਲ ਸਹਿਮਤ ਆ। ਬਟ ਕਈ ਵਾਰੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਪਈ ਜਸਟਿਨ ਟਰੂਡੋ ਸਾਹਿਬ ਕਾਫੀ ਫਲਿਪ ਫਲॉप ਦੀ ਆਦਤ ਆ। ਸੋ ਆਮ ਨਾਟ ਸ਼ੋਰ ਐਗਜ਼ੈਕਟਲੀ ਪਈ ਫਿਊਚਰ ਵਿੱਚ ਕੀ ਹੋਊਗੀ ਬਟ ਇਸ ਵੇਲੇ ਜਿੱਥੇ ਤੱਕ ਮੈਨੂੰ ਸਮਝ ਆ ਮੈਨੂੰ ਲੱਗਦਾ ਪਈ ਜੋ NDP ਦੀ ਪਾਲਿਸੀ ਆ ਉਹਦੇ ਨਾਲ ਉਹ ਸਹਿਮਤ ਆ। 1984 ਦੇ ਕਤਲੇਆਮ ਦੀ ਗੱਲ ਕੀਤੀ ਜਾਵੇ ਜਾਂ ਸਿੱਖਾਂ ਤੇ ਹੋ ਰਹੇ ਕਤਲੇਆਮ ਜਾਂ ਜਿਹੜਾ ਵਿਰੋਧ ਸਿੱਖਾਂ ਦੇ ਵਿੱਚ ਜਿਹੜਾ ਸਿੱਖਾਂ ਦੇ ਬਾਰੇ ਜਿਹੜੀਆਂ ਵਧੀਕੀਆਂ ਕੀਤੀਆਂ ਜਾਂਦੀਆਂ ਸਿੱਖਾਂ ਤੇ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ NDP ਦੇ ਕੁਛ ਲੀਡਰਸ ਨੇ ਕਾਫੀ ਕਲੀਅਰ ਪੋਜੀਸ਼ਨ ਲਈ ਆ। ਜੇ ਜਸਵੰਤ ਸਿੰਘ ਖਾਲੜਾ ਦੀ ਗੱਲ ਕੀਤੀ ਜਾਵੇ ਉਹਨਾਂ ਦੀ ਜਿਹੜੀ ਸ਼ਹੀਦੀ ਦੀ ਗੱਲ ਤੇ ਜਿਹੜੀ ਬੜੇ ਵਰਣਨ ਦੇ ਵਿੱਚ NDP ਨੇ ਕਾਫੀ ਆਪਣੀ ਰਿਪਰੈਜ਼ੈਂਟੇਸ਼ਨ ਦਿੱਤੀ ਸੀ, ਮਨੁੱਖੀ ਅਧਿਕਾਰਾਂ ਦੇ ਅਗੇਂਸਟ ਆਪਣੀ ਆਵਾਜ਼ ਉਠਾਈ ਸੀ। ਦੂਜੇ ਪਾਸੇ ਜੇ 84 ਦੇ ਕਤਲੇਆਮ ਅਸੀਂ ਸਾਰੇ ਜਾਣਦੇ ਹਾਂ ਕਿ ਕੋਰਟ ਦੇ ਵਿੱਚ ਦਿੱਲੀ ਦੇ ਵਿੱਚ ਅੱਜ ਆਖਰੀ ਟਾਈਮ ਤੇ ਪਹੁੰਚ ਚੁੱਕਿਆ ਕਿ ਉਹ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ। ਐਜ਼ ਏ ਸਿੱਖ, ਐਜ਼ ਏ NDP ਦੇ ਕੈਂਡੀਡੇਟ ਹੋਣ ਦੇ ਨਾਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਕੈਨੇਡੀਅਨ ਪਾਰਲੀਮੈਂਟ ਨੂੰ ਕੋਈ ਡਿਸੀਜਨ ਇਸ ਬਾਰੇ ਲੈਣਾ ਚਾਹੀਦਾ ਕਿ ਉਸ ਕਤਲੇਆਮ ਦੀ ਨਿਖੇਧੀ ਕਰਨੀ ਚਾਹੀਦੀ ਆ ਜਾਂ ਨਹੀਂ? ਧੂਰ ਸਾਹਿਬ, ਐਜ਼ ਅ ਸਿੱਖ ਵੀ ਛੱਡ ਦਿਓ, ਐਜ਼ ਅ NDP ਕੈਂਡੀਡੇਟ ਵੀ ਛੱਡ ਦਿਓ, ਐਜ਼ ਅ ਪੋਲੀਟੀਸ਼ੀਅਨ ਵੀ ਛੱਡ ਦਿਓ। ਇਹਦੇ ਬਾਰੇ ਐਜ਼ ਅ ਇਨਸਾਨ, ਐਜ਼ ਅ ਹਿਊਮਨ ਜਿੱਥੇ ਵੀ ਇਨੋਸੈਂਟ ਲੋਕਾਂ ਦੇ ਲਾਈਵਸ ਲੋਕ ਮਾਰੇ ਜਾਂਦੇ ਆ ਹਜ਼ਾਰਾਂ ਦੀ ਗਿਣਤੀ ਵਿੱਚ, ਭਾਵੇਂ 1000 ਹੋਵੇ, ਭਾਵੇਂ 100 ਹੋਵੇ, ਭਾਵੇਂ 1 ਹੋਵੇ, ਉਹ ਬਿਲਕੁਲ ਗਲਤ ਆ ਤੇ ਐਜ਼ ਅ ਹਿਊਮਨ ਵੀ ਆਲ ਆਰ ਅਗੇਂਸਟ ਦੈਟ। ਤੇ ਜਿਹੜਾ ਉਹਦਾ ਜਸਟਿਸ ਆ ਉਹ ਵਿਕਟਮਸ ਨੂੰ ਮਿਲਣਾ ਚਾਹੀਦਾ। ਤੇ ਜਿੱਥੇ ਜਿੱਥੇ ਵੀ ਕੋਈ ਵੀ ਆਪਣੇ ਲੈਵਲ ਤੇ ਇਸ ਇਸ਼ੂ ਉੱਤੇ ਭਾਵੇਂ ਉਹ ਸਿੱਖਾਂ ਦੀ ਗੱਲ ਹੋਵੇ, ਭਾਵੇਂ ਉਹ ਤਾਮਿਲਾਂ ਦੀ ਹੋਵੇ, ਭਾਵੇਂ ਉਹ ਅਫਰੀਕਾ ਦੇ ਵਿੱਚ ਕਿਤੇ ਹੋਵੇ ਜਾਂ ਉਹ ਮਿਡਲ ਈਸਟ ਵਿੱਚ ਹੋਵੇ, ਜਿੱਥੇ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਵੇ ਉੱਥੇ ਜ਼ਰੂਰ ਜਸਟਿਸ ਤੇ ਕਾਨੂੰਨ ਦੀ ਲੋੜ ਆ। ਤੇ ਜੇ ਤੁਸੀਂ ਹੁਣ ਗੱਲ 84 ਦੇ ਉੱਤੇ ਲੈ ਕੇ ਆਉਣੀ ਆ, ਤੁਸੀਂ ਜਸਵੰਤ ਸਿੰਘ ਖਾਲੜਾ ਦੇ ਉੱਤੇ ਜ਼ਿਕਰ ਕੀਤਾ ਆ, ਉੱਥੇ ਮਤਲਬ ਜੋ ਜਸਵੰਤ ਸਿੰਘ ਖਾਲੜਾ ਨੂੰ ਐਜ਼ ਅ ਮਨੁੱਖੀ ਅਧਿਕਾਰ ਹੀਰੋ ਕੈਨੇਡਾ ਦੇ ਵਿੱਚ ਦਰਜਾ ਦਿੱਤਾ ਗਿਆ। ਉਹ NDP ਕਨਵੈਨਸ਼ਨ ਮੌਂਟਰੀਅਲ ਵਿੱਚ ਹੋਈ ਸੀ ਜਿੱਥੇ ਜਗਮੀਤ ਸਿੰਘ ਨੇ ਉਹ ਸਪੀਚ ਦਿੱਤੀ ਸੀਗੀ। ਉੱਥੇ ਅਸੀਂ ਵੀ ਹਾਜ਼ਰ ਸੀਗੇ, ਅਸੀਂ ਉਹ ਟੀਮ ਦੇ ਮੈਂਬਰ ਸੀਗੇ ਤੇ ਅਸੀਂ ਉਸ ਵੇਲੇ ਰੂਮ ਦੇ ਵਿੱਚ ਸੀਗੇ। ਤਾਂ ਸਾਨੂੰ ਬਹੁਤ ਮਾਣ ਹੈ ਕਿ ਜਿਹੜਾ ਇਹ ਰੈਜ਼ੋਲੂਸ਼ਨ ਸਾਡੀ ਰਾਈਡਿੰਗ ਐਸੋਸੀਏਸ਼ਨ ਵੱਲੋਂ NDP ਦੇ ਫਲੋਰ ਦੇ ਉੱਤੇ ਲਿਆਈ ਗਈ ਸੀ ਤੇ ਉਸ ਦੇ ਨਾਲ ਨਾਲ ਜੋ ਲੋਕਾਂ ਦਾ ਰਿਸਪੌਂਸ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਉਦੋਂ ਕੈਨੇਡੀਅਨ ਮੇਨ ਸਟਰੀਮ ਹਰੇਕ ਬੈਕਗਰਾਊਂਡ ਤੋਂ ਲੋਕੀ ਸੀਗੇ, ਉਹਨਾਂ ਨੇ ਖੜੇ ਹੋ ਕੇ ਅਪਲਾਡ ਕੀਤਾ ਤੇ NDP ਦੇ ਜਿਹੜੇ ਇਹ ਪਾਲਿਸੀ ਤੇ ਕਨਸਟੀਟਿਊਸ਼ਨ ਵਿੱਚ ਪਾਇਆ ਆ ਵੀ ਜੇ ਕਿਤੇ ਵੀ ਹਿਊਮਨ ਰਾਈਟਸ ਉਲੰਘਣਾ ਦੀ ਗੱਲ ਹੋਵੇ ਤੇ ਉੱਥੇ ਐਜ਼ ਅ ਜਸਵੰਤ ਸਿੰਘ ਖਾਲੜਾ ਨੂੰ ਐਜ਼ ਅ ਰੋਲ ਮਾਡਲ ਦੇਖੋ ਤੇ ਉਹਨਾਂ ਵਾਂਗੂ ਕੰਮ ਕਰੋ। ਜਦੋਂ ਗੱਲ ਥੋੜੀ ਜੀ ਬੈਕ ਇਕਨੋਮੀ ਤੇ ਲੈ ਕੇ ਜਾਣਾ ਚਾਹੂੰਗਾ
कि ਅਲਬਰਟਾ ਦੇ ਵਿੱਚ ਰਹਿੰਦੇ ਹੋਵੋ ਤਾਂ NDP ਪਾਰਟੀ, ਹਾਲਾਂਕਿ ਸਾਡੀ ਪ੍ਰੋਵਿੰਸ਼ੀਅਲ ਪਾਰਟੀ ਹੁਣ NDP ਪਾਰਟੀ ਹੀ ਆ, ਪਰ ਡਰ ਬਹੁਤ ਲੱਗਦਾ ਉਹਨਾਂ ਦੀਆਂ ਨੀਤੀਆਂ ਤੋਂ। ਗੱਲ ਕੱਲ੍ਹ ਦੇ ਨਿਊਜ਼ ਦੀ ਕੀਤੀ ਜਾਵੇ ਕਿ ਹਿਲਰੀ ਕਲਿੰਟਨ ਜੋ ਕਿ ਡੈਮੋਕ੍ਰੈਟਿਕ ਪ੍ਰੈਜ਼ੀਡੈਂਸ਼ੀਅਲ ਦੇ ਵਿੱਚ ਰੇਸ ਦੇ ਵਿੱਚ ਨੇ ਕੈਂਡੀਡੇਟ ਬਣਨਾ ਚਾਹੁੰਦੇ ਨੇ, ਉਹਨਾਂ ਨੇ ਸ਼ਰੇਆਮ ਕਿਹਾ ਕਿ ਉਹ ਕੀਸਟੋਨ ਪਾਈਪਲਾਈਨ ਦਾ ਵਿਰੋਧ ਕਰਨਗੇ। ਕੁਝ ਸਮਾਂ ਪਹਿਲਾਂ ਥਾਮਸ ਮਲਟੇਅਰ ਜੀ ਖੁਦ ਜਾ ਕੇ ਉਹ ਡੈਮੋਕ੍ਰੈਟਿਕ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀ ਜਾਂ ਉਹਨਾਂ ਸੈਨੇਟਰਾਂ ਨੂੰ ਇਹ ਅਪੀਲ ਕਰ ਰਹੇ ਸੀ ਕਿ ਕੀਸਟੋਨ ਪਾਈਪਲਾਈਨ ਦਾ ਵਿਰੋਧ ਕੀਤਾ ਜਾਵੇ। NDP ਪਾਰਟੀ ਦੀ ਪਾਈਪਲਾਈਨ ਬਣਾਉਣ ਦੇ ਵਿੱਚ ਜਿਹੜੀ ਨੀਤੀ ਆ, ਐਕਚੁਅਲ ਨੀਤੀ ਕੀ ਆ? ਪਾਈਪਲਾਈਨਸ ਨੀਡ ਟੂ ਬੀ ਬਿਲਟ ਔਰ ਨਾਟ? ਸੋ ਤੂਰ ਸਾਹਿਬ, ਪਹਿਲਾਂ ਤਾਂ ਤੁਸੀਂ ਗੱਲ ਕੀਤੀ ਹੈ ਵੀ ਨੀਤੀਆਂ ਤੋਂ ਡਰ ਲੱਗਦਾ NDP ਦੀਆਂ। ਮੇਰਾ ਖਿਆਲ ਜਿਹੜੀ ਸਰਕਾਰ ਤੁਹਾਡੇ ਐਲਬਰਟਾ ਦੇ ਵਿੱਚ 40-50 ਸਾਲ ਮੈਜੋਰਟੀ ਤੌਰ ਤੇ ਰੂਲ ਕੀਤਾ ਤੇ ਜਿਹੜਾ ਅੱਜ ਐਲਬਰਟਾ ਦਾ ਹਾਲਾਤ ਹੈ, ਮੇਰਾ ਖਿਆਲ ਮੈਜੋਰਟੀ ਤਾਂ ਸਿਰਾ ਉਹਨਾਂ ਨੂੰ ਜਾਣਾ ਚਾਹੀਦਾ। ਸੋ ਉਹਨਾਂ ਤੋਂ ज़्यादा डर मेरा ख्याल तुसी रखिया करो NDP नालों। जिहड़ी तो कीस्टोन की गल आ, हुण तां गल आ गई भी जे कोई भी US प्रैजिडेंशियल इस दे हक विच आ तो वो तो मेरा ख्याल डोनाल्ड ट्रंप ही आ। तो जे उहदे नाल लिबरल पार्टी ट्रूडो साहब जां स्टीवन हार्पर ने कोई डील करनी है जां चाहुंदे आ भी डोनाल्ड ट्रंप बने प्रधान प्रैजिडेंट अमरीका का, ये उन्हां दी मर्जी आ। जिद्दां तुसी जिक्र कीता वीर जी, साडी जिहड़ी पॉलिसी NDP दी वेरी क्लीयर आ गैस लाइन पाइपलाइन दे उत्ते ਉਹ ਇਹ ਆ ਕਿ ਵੀ ਨੀਡ ਟੂ ਮੇਕ ਸ਼ੋਰ ਜਿਹੜੇ ਕੈਨੇਡੀਅਨ ਇੰਟਰਸਟ ਆ, ਸਾਡੇ ਵਾਤਾਵਰਨ, ਸਾਡੇ ਜੌਬਸ ਤੇ ਸਾਡੇ ਜਿਹੜੇ ਨੈਚੁਰਲ ਰਿਸੋਰਸਿਸ ਆ, ਇਹ ਸਾਡੇ ਨੈਚੁਰਲ ਰਿਸੋਰਸਿਸ ਅਸੀਂ ਬਹੁਤ ਲੱਕੀ ਆ ਵੀਰ ਜੀ ਵੀ ਕੈਨੇਡਾ ਦੇ ਵਿੱਚ ਪਾਣੀ, ਟਿੰਬਰ, ਯੂਰੇਨੀਅਮ, ਤੇਲ, ਅਨਲਿਮਿਟਿਡ ਨੈਚੁਰਲ ਰਿਸੋਰਸਿਸ ਆ। ਤੇ ਇਹਨੂੰ ਜੇ ਅਸੀਂ ਡਿਵੈਲਪ ਕਰਨਾ, ਇਹਨਾਂ ਸਾਡੇ ਵਾਤਾਵਰਨ ਤੇ ਸਾਡੇ ਜਿਹੜੇ ਇਕੋਨਮੀ ਨੂੰ ਮੁੱਖ ਰੱਖ ਕੇ ਇਹਦੀ ਡਿਵੈਲਪਮੈਂਟ ਹੋਵੇ। ਸੋ ਪਾਈਪਲਾਈਨ ਅਸੀਂ ਉੱਥੇ ਹੀ ਹੱਕ ਵਿੱਚ ਆ ਜਿੱਥੇ ਕੈਨੇਡਾ ਨੂੰ ਫਾਇਦਾ ਹੋਵੇ, ਨਾ ਕਿ ਅਮਰੀਕਾ ਨੂੰ, ਨਾ ਕਿ ਵੱਡੀਆਂ ਕੰਪਨੀਆਂ ਨੂੰ। ਤੁਹਾਡੇ ਨਾਲ ਦੀ ਰਾਈਡਿੰਗ ਜਿਹੜੇ NDP ਦੇ ਕੈਂਡੀਡੇਟ ਨੇ ਮੈਡਮ ਮੈਥਿਊ, ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਜਿਹੜਾ ਆਇਲ ਜਿਹੜੀ ਇਕੋਨਮੀ ਨੂੰ ਦੇਖਦੇ ਹੋਏ ਜਿਹੜਾ ਆਇਲ ਆ ਉਹ ਅੰਡਰਗਰਾਊਂਡ ਹੀ ਰੱਖਣਾ ਚਾਹੀਦਾ। ਕੀ ਤੁਸੀਂ ਉਹਨਾਂ ਦੇ ਇਹ ਬਿਆਨ ਨਾਲ ਸਹਿਮਤ ਹੋ? नहीं वीर जी, ये थोड़ा जिहा आउट ऑफ कॉन्टैक्सट टेकन गया सी जो बयान है ये। जे तुसी साइंटिफिकली देख लीए, मेरा ख्याल ट्रिलियन हिसाब दे नाल बैरल इस वेले एल्बर्टा दे विच अंडरग्राउंड आ। ते मतलब ये आउटसाइड ऑफ NDP पॉलिसी जिहड़े साइंटिस्ट कहंदे आ भी वो शायद सारा तेल निकलिया ना जावे जिन्ना चिर नवीं। So should we keep in the ground or not? No, we need to develop our oil sands in a safe and sustainable way that we look out for the best interest of our environment and the Canadian economy. So the comment that you're talking about by Linda McQuaid from Toronto was taken out of context, and we always support the development of our natural resources when it's done in a sustainable manner. So should you support putting the carbon tax on the companies which are involved in the oil sands? हाँ जी, so carbon tax ਤੇ ਕੈਪ ਐਂਡ ਟ੍ਰੇਡ ਦੋ ਅਲੱਗ ਸਿਸਟਮ ਆ, ਦੋਨੇ ਡਿਸਕਸ਼ਨ ਆ। ਮੈਨੂੰ ਲੱਗਦਾ ਲਿਬਰਲ ਪਾਰਟੀ ਕਾਰਬਨ ਟੈਕਸ ਦੇ ਹੱਕ ਵਿੱਚ ਆ। ਜੋ ਸਾਡੀ ਪਾਲਿਸੀ ਆ ਵੀ ਕੈਪ ਐਂਡ ਟ੍ਰੇਡ ਹੋਵੇ ਤੇ ਉਹਦਾ ਸਿਸਟਮ ਇਹ ਆ ਵੀ ਇਹ ਪੋਲੂਟਰ ਪੇ ਇਹ ਨਹੀਂ ਵੀ ਹੁਣ ਕੰਪਨੀਆਂ ਜੋ ਮਰਜੀ ਰਿਪ ਐਂਡ ਸ਼ਿਪ ਮਤਲਬ ਗਰਾਊਂਡ 'ਚੋਂ ਪੱਟੀ ਜਾਓ, ਵਾਤਾਵਰਨ ਦਾ ਨੁਕਸਾਨ ਹੋਵੇ, ਸਾਡੇ ਸਿਹਤ 'ਤੇ ਨੁਕਸਾਨ ਹੋਵੇ, ਸਾਡੇ ਹੈਲਥ ਦੇ ਉੱਤੇ ਨੁਕਸਾਨ ਹੋਵੇ, ਸਾਡੇ ਆਲੇ ਦੁਆਲੇ ਉੱਤੇ ਨੁਕਸਾਨ ਹੋਵੇ ਤੇ ਉਹਦੀ ਕੋਈ ਵੀ ਪੇਮੈਂਟ ਜਾਂ ਕੋਈ ਸਜ਼ਾ ਨਾ ਹੋਵੇ। ਸੋ ਉਹਨਾਂ ਨੂੰ ਕੰਟਰੋਲ ਰੱਖਣ ਨੂੰ, ਉਹਨਾਂ ਨੂੰ ਮੇਕ ਸ਼ੋਰ ਪੇ ਉਹ ਸੇਫ ਐਂਡ ਸੂਟੇਬਲ ਵੇ ਡਿਵੈਲਪਮੈਂਟ ਹੋਣ, ਅਸੀਂ ਇੱਕ ਕੈਪ ਐਂਡ ਟ੍ਰੇਡ ਸਿਸਟਮ ਦੇ ਹੱਕ ਵਿੱਚ ਆ। ਜਿਵੇਂ ਕਿ ਜੇ ਇੰਡੀਵਿਜੂਅਲ ਰਾਈਡਿੰਗ ਦੀ ਗੱਲ ਕੀਤੀ ਜਾਵੇ, ਥੋੜ੍ਹੀ ਜਿਹੀ ਡਿਸਕ੍ਰਿਪਸ਼ਨ ਦੇਣ ਦੀ ਮੈਂ ਕੋਸ਼ਿਸ਼ ਕੀਤੀ ਸੀ ਕਿ ਪਿਛਲੇ ਨੰਬਰਾਂ ਨੂੰ ਕੁਝ ਸੈਂਟਰਡੇ ਵੋਟਾਂ ਦੇ ਨਾਲ ਬਲਗੋਸਲ ਜੀ ਜਿੱਤੇ ਸੀ। ਰਾਈਡਿੰਗ ਡਿਸਟਰੀਬਿਊਸ਼ਨ ਹੋਈ, ਜਿਹੜੀ ਡਿਸਟਰੀਬਿਊਸ਼ਨ ਦੇ ਨਾਲ ਜਿਹੜੀ ਪ੍ਰੈਜ਼ੈਂਟ ਸੀਨਰੀਓ ਆ, ਜੇ ਪਿਛਲੀਆਂ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ NDP ਦੇ ਨੰਬਰ ਕਾਫੀ ਵੱਧ ਬਣਦੇ ਨੇ। ਉਸ ਦੇ ਵਾਸਤੇ ਜਿਹੜੇ ਰਾਜ ਟਰੇਵਾਲ ਨੇ ਜੋ ਰੂਕੀ ਕੈਂਡੀਡੇਟ ਨੇ ਲਿਬਰਲ ਪਾਰਟੀ ਦੇ, ਤੁਹਾਡੇ ਤੇ ਇਲਜ਼ਾਮ ਲਾਉਂਦੇ ਨੇ ਕਿ ਤੁਸੀਂ ਇੱਕ ਬਾਹਰੋਂ ਲਿਆਂਦੇ ਗਏ ਇੱਕ ਸਟਾਰ ਕੈਂਡੀਡੇਟ ਮੰਡੋਂ ਲਿਆਂਦੇ ਗਏ ਨੇ ਕਿਉਂਕਿ NDP ਇਹ ਸੀਟ ਨੂੰ ਆਪਣੀ ਝੋਲੀ ਦੇ ਵਿੱਚ ਸਮਝਦੀ ਆ। ਦੂਜੇ ਪਾਸੇ ਰਾਹੁਲ ਬਜਾਜ ਜੋ ਕਿ ਕਦੇ ਪਹਿਲਾਂ ਕਦੇ ਸੀਟ ਨਾ ਤਾਂ ਉਹ MP ਰਹੇ ਨੇ ਨਾ ਕੈਂਡੀਡੇਟ ਬਣੇ ਨੇ, ਰੂਕੀ ਕੈਂਡੀਡੇਟ ਨੇ। ਇਸ ਨਜ਼ਰੀਏ ਤੋਂ ਡੂ ਯੂ ਬਲੀਵ ਕਿ ਰਾਜ ਡਰੇਵਾਲ ਜੋ ਕਹਿ ਰਹੇ ਨੇ ਉਹ ਸੱਚ ਆ? ਜੇ ਸੱਚ ਨਹੀਂ ਤਾਂ ਸੱਚਾਈ ਕੀ ਹੈ ਕਾਲੋਂ ਸਾਹਿਬ?
ਸੋ ਰਾਜ ਗਰੇਵਾਲ ਸਾਹਿਬ ਸਾਡਾ ਛੋਟਾ ਵੀਰ ਆ, ਸਾਡਾ ਮਿੱਤਰ ਆ। ਉਹਨਾਂ ਬਿਆਨਾਂ ਵਾਲੇ ਇਹੀ ਆ ਵੀ ਉਹ ਹਾਲੇ ਸਾਡਾ ਵੀਰ ਆਰਟੀਕਲਿੰਗ ਲਾਅ ਸਟੂਡੈਂਟ ਆ। ਹਾਲੇ ਉਹਨੂੰ ਐਕਸਪੀਰੀਅੰਸ ਦੀ ਲੋੜ ਆ, ਜਿੱਦਾਂ ਜਸਟਿਨ ਟਰੂਡੋ ਨੂੰ ਐਕਸਪੀਰੀਅੰਸ ਦੀ ਲੋੜ ਆ। ਜਿਹੜੀ MP ਦੀ ਪੋਜੀਸ਼ਨ ਆ, ਇਹ ਕੋਈ ਐਂਟਰੀ ਲੈਵਲ ਜੌਬ ਨਹੀਂ ਵੀ ਤੁਸੀਂ ਕੱਲ੍ਹ ਸਕੂਲੋਂ ਗ੍ਰੈਜੂਏਟ ਹੋ ਤੇ ਅੱਜ ਆ ਕੇ ਕਹੋ ਵੀ ਮੈਂ MP ਬਣਨਾ। ਬਹੁਤ ਹੀ ਜ਼ਿਆਦਾ ਕਮਿਊਨਿਟੀ ਵਿੱਚ ਵਿਚਰ ਕੇ ਕੰਮ ਕਰਨ ਦੀ ਲੋੜ ਆ, ਐਕਸਪੀਰੀਅੰਸ ਦੀ ਲੋੜ ਆ, ਪ੍ਰੋਫੈਸ਼ਨਲ ਕੰਮ ਦੀ ਲੋੜ ਆ। ਤੇ ਮੈਂ ਜਿੱਦਾਂ ਤੂਰ ਸਾਹਿਬ ਅੱਗੇ ਜ਼ਿਕਰ ਕੀਤਾ ਸੀ ਵੀ 92 93 ਤੋਂ ਲੈ ਕੇ ਇਸ ਰਾਈਡਿੰਗ ਦੇ ਵਿੱਚ ਮੈਂ ਰਿਹਾ, ਮਤਲਬ ਟੋਰਾਂਟੋ ਵੀ, ਓਕਵਿਲ ਵੀ, ਅਟੋਬਕੋ ਵੀ, ਰੈਕਸਡੇਲ ਵੀ, ਇੰਡੀਆ ਵੀ ਰਿਹਾ। ਬਟ ਨੋ ਮੈਟਰ ਵੇਅਰ ਆਈਵ ਸਟੇਡ, ਜਿਹਦਾ ਇਸ ਰਾਈਡਿੰਗ ਇਸ ਇਲਾਕੇ ਨਾਲ ਜੋ ਪੰਜਾਬੀਆਂ ਦਾ ਗੜ੍ਹ ਆ, ਉਹਦਾ ਸਾਡਾ ਬਹੁਤ ਹੀ ਜ਼ਿਆਦਾ ਨੇੜਲਾ ਸੰਬੰਧ ਆ। ਇੱਥੇ ਦੇ ਜਿੰਨੇ ਵੀ ਗੁਰਦੁਆਰੇ, ਜਥੇਬੰਦੀਆਂ, ਮੰਦਰ, ਮਸਜਿਦਾਂ, ਫੂਡ ਬੈਂਕ ਆ, ਸਪੋਰਟਸ ਕਲੱਬਾਂ ਆ, ਸਾਰਿਆਂ ਦੇ ਨਾਲ ਮੇਰਾ ਪਰਸਨਲ ਰਿਲੇਸ਼ਨਸ਼ਿਪ ਆ। ਸਾਰਿਆਂ ਦੇ ਨਾਲ ਅਸੀਂ ਪਿਛਲੇ 20 ਸਾਲਾਂ ਤੋਂ ਬਹੁਤ ਹੀ ਜ਼ਿਆਦਾ ਲੰਮੇ ਸਮੇਂ ਨਾਲ ਕੰਮ ਕਰਦੇ ਆ ਰਹੇ ਆ। ਤੇ ਲਾਸਟ ਈਅਰ ਮੇਰਾ ਵਿਆਹ ਹੋਇਆ ਸੀ ਤੇ ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਮੈਂ ਤੇ ਮੇਰੀ ਵਾਈਫ ਇਸ ਰਾਈਡਿੰਗ ਦੇ ਰੈਜ਼ੀਡੈਂਟ ਆ। ਪਰ ਬਜਾਜ ਸਾਹਿਬ ਦਾ ਕਹਿਣਾ ਕਿ ਮੁੱਖ ਮੁਕਾਬਲਾ ਤਾਂ ਕੰਜ਼ਰਵੇਟਿਵ ਤੇ ਲਿਬਰਲ ਪਾਰਟੀ ਦਾ, ਉਸ ਬਾਰੇ ਕੀ ਕਹਿਣਾ ਚਾਹੋਗੇ? ਉਹ ਤਾਂ ਜੀ ਜੇ ਇਹ ਗੱਲ ਹੁੰਦੀ ਤਾਂ ਫਿਰ ਜਿਹੜਾ ਆਪਣਾ ਸਿਟਿੰਗ ਮੰਤਰੀ ਸਾਹਿਬ ਆ, ਮੇਰਾ ਖਿਆਲ ਉਹ ਇਹ ਰਾਈਡਿੰਗ ਛੱਡ ਕੇ ਤਾਂ ਹੋਰ ਕਿਤੇ ਨਹੀਂ ਜਾਂਦੇ। ਕਲੀਅਰਲੀ ਇਹ ਜਿਹੜਾ ਮੁਕਾਬਲਾ ਆ ਅਕ੍ਰੋਸ ਦ ਕੰਟਰੀ NDP ਲੀਡ ਦੇ ਵਿੱਚ ਆ ਤੇ ਸਪੈਸ਼ਲੀ ਇਸ ਰਾਈਡਿੰਗ ਵਿੱਚ, ਕਿਉਂਕਿ ਜਿਹੜੇ ਹਿਸਾਬ ਨਾਲ ਸੂਬੇ ਲੈਵਲ ਤੇ ਜਗਮੀਤ ਸਿੰਘ ਤੇ ਸਾਡੀ ਟੀਮ ਨੇ ਕੰਮ ਕੀਤਾ ਆ, ਲੋਕਾਂ ਦੀ ਆਵਾਜ਼ ਪਹੁੰਚਾਈ ਆ ਅਸੈਂਬਲੀ ਵਿੱਚ, ਉਹਦੇ ਨਾਲ ਲੋਕੀ ਬਹੁਤ ਹੀ ਜ਼ਿਆਦਾ ਖੁਸ਼ ਆ ਤੇ ਉਹਦੇ ਕਰਕੇ ਬਹੁਤ ਹੀ ਜ਼ਿਆਦਾ ਲੋਕੀ NDP ਨੂੰ ਚਾਹੁੰਦੇ ਆ। ਤੇ ਅਸੀਂ ਚਾਹੁੰਦੇ ਆ ਕਿ ਜਿੱਦਾਂ ਅਸੀਂ ਸੂਬੇ ਤੇ ਆਵਾਜ਼ ਇੱਕ ਬੁਲੰਦ ਕੀਤੀ ਆ ਇਹ ਇਲਾਕੇ ਤੋਂ, ਉੱਦਾਂ ਹੀ ਸਾਡੀ ਆਵਾਜ਼ ਆਟਵਾ ਵਿੱਚ ਹੋਵੇ। ਟਾਣੋ ਸਾਹਿਬ, ਜਦੋਂ ਤੁਸੀਂ ਡੋਰ ਨੌਕਿੰਗ ਜਾਂ ਕਿਸੇ ਤਰੀਕੇ ਨਾਲ ਆਪਣੇ ਪੋਟੈਂਸ਼ੀਅਲ ਵੋਟਰਸ ਨੂੰ ਮਿਲਦੇ ਹੋ, ਕਿਹੜੇ ਪੋਟੈਂਸ਼ੀਅਲ ਜਿਹੜੇ ਤੁਹਾਡੀ ਪਰਟੀਕੂਲਰ ਰਾਈਡਿੰਗ ਦੇ ਇਸ਼ੂ ਸਾਹਮਣੇ ਆਉਂਦੇ ਨੇ ਤੇ ਉਹ ਤੁਸੀਂ ਉਹਨਾਂ ਬਾਰੇ ਸੁਣਦੇ ਹੋ, ਕਿ ਸਾਡੇ ਚੈਨਲ ਦੇ ਥਰੂ ਆਪ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰੋਗੇ ਕਿ ਇੰਡੀਵਿਜੂਅਲ ਰਾਈਡਿੰਗ ਦੇ ਇਹ ਵੀ ਮੁੱਦੇ ਹੋ ਸਕਦੇ ਨੇ? ਜ਼ਰੂਰ ਜੀ। ਸੋ ਆਪਾਂ ਤਕਰੀਬਨ ਤੁਸੀਂ ਕਾਫੀ ਵਧੀਆ ਜੌਬ ਕੀਤੀ ਇੰਟਰਵਿਊ ਵਿੱਚ ਸਾਰੀ ਇਸ਼ੂ ਨੂੰ ਕਵਰ ਕਰਨੇ ਦੀ, ਤੇ ਆਲਰੇਡੀ ਅਸੀਂ ਇੰਟਰਵਿਊ ਵਿੱਚ ਜ਼ਿਕਰ ਵੀ ਕੀਤਾ ਆ। ਬਟ ਇਕੋਨਮੀ ਤੇ ਜੌਬਸ ਡੈਫੀਨਿਟਲੀ ਨੰਬਰ 1 ਆ। ਨੰਬਰ 2 ਤੇ ਮੈਂ ਕਹਿ ਸਕਦਾ ਇਮੀਗ੍ਰੇਸ਼ਨ ਆ, ਕਿਉਂਕਿ ਆਪਣੇ ਲੋਕ ਭਾਵੇਂ ਸਾਡੇ ਗੁਜਰਾਤੀ ਭੈਣ ਭਰਾ ਹੋਣ ਜਾਂ ਸਾਊਥ ਇੰਡੀਅਨ ਬ੍ਰਦਰਸ ਜਾਂ ਆਪਣੇ ਮਿਡਲ ਈਸਟ ਤੋਂ ਕਾਫੀ ਵਸੋ ਆ ਇੱਥੋਂ, ਉਸ ਕਾਫੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਆ ਉਹ ਤੋਂ ਤੰਗ ਆ ਤੇ ਅੱਕਿਓ ਆ। ਉਹਨਾਂ ਦਾ ਕਹਿਣਾ ਹੁੰਦਾ ਪਈ ਅੱਗੇ ਲਿਬਰਲ ਪਾਰਟੀ ਨੇ ਤਕਰੀਬਨ 2,80,000 ਬੈਕਲੌਗ ਕਰਕੇ ਸਾਨੂੰ ਦੁਖੀ ਕੀਤਾ ਸੀ ਤੇ ਹੁਣ ਕੰਜ਼ਰਵੇਟਿਵ ਪਾਰਟੀ ਨੇ ਤਾਂ ਸ਼ਰੇਆਮ ਹੀ ਸਿਸਟਮ ਨੂੰ ਬੰਦ ਕੀਤਾ ਤੇ ਔਖਾ ਕੀਤਾ ਆ। ਤੇ ਉਸ ਦੇ ਨਾਲ ਨਾਲ ਜਿਹੜਾ ਤੀਸਰਾ ਇਸ਼ੂ ਆਉਂਦਾ ਮੇਨ ਆ ਵੀ ਉਹ ਯੂਥ ਅਨਐਮਪਲੋਇਮੈਂਟ। ਕਾਫੀ ਜਿਹੜੇ ਆਪਣੇ ਜਿਹੜੇ ਆਹ ਇਲਾਕਾ ਆ, ਜਿਹੜੀ ਯੂਥ ਅਨਐਮਪਲੋਇਮੈਂਟ ਆ ਉਹ 19% ਆ, ਜਿੱਥੇ ਨੈਸ਼ਨਲ ਐਵਰੇਜ ਉਹ ਤੋਂ ਬਹੁਤ ਜ਼ਿਆਦਾ ਘੱਟ ਆ। ਸੋ ਉਹ ਵੀ ਇੱਕ ਮਤਲਬ ਮੇਨ ਇਸ਼ੂ ਆ। ਤੇ ਲਾਸਟਲੀ ਜਿਹੜਾ ਇਨਫਰਾਸਟਰਕਚਰ, ਟ੍ਰੈਫਿਕ, ਗ੍ਰਿਡਲੌਕ, ਉਹ ਵੀ ਇੱਕ ਇਸ਼ੂ ਆ ਜਿਹੜਾ ਕਿ ਐਕਸਕਲੂਸਿਵਲੀ ਫੈਡਰਲ ਨਹੀਂ, ਮਤਲਬ ਉਹਦੇ ਵਿੱਚ ਪ੍ਰੋਵਿੰਸ਼ੀਅਲ ਤੇ ਸਿਟੀ ਦਾ ਵੀ ਰੋਲ ਹੁੰਦਾ ਆ, ਬਟ ਸੈਂਟਰ ਸਰਕਾਰ ਦਾ ਵੀ ਕਾਫੀ ਇੰਪੋਰਟੈਂਟ ਰੋਲ ਆ। ਤੇ ਅਸੀਂ ਬਹੁਤ ਹੈਪੀ ਆ ਕਿ ਜਿਹੜਾ NDP ਦਾ ਪਲਾਨ ਆ ਇਹਨੂੰ ਵੀ ਇੱਕ ਸੋਲੂਸ਼ਨ ਤੌਰ ਤੇ ਹੱਲ ਕਰ ਸਕਦਾ ਆ। ਜੇ ਤੁਹਾਡੀ ਇੰਡੀਵਿਜੂਅਲ ਰਾਈਡਿੰਗ ਦੀ ਗੱਲ ਕੀਤੀ ਜਾਵੇ ਕਿ ਪਰ ਚਾਈਲਡ ਪਰ ਫੈਮਿਲੀ ਓਨਟਾਰੀਓ ਦੇ ਵਿੱਚ ਨਹੀਂ, ਆਲਮੋਸਟ ਆਲ ਓਵਰ ਕੈਨੇਡਾ ਦੇ ਵਿੱਚੋਂ ਸਭ ਤੋਂ ਹਾਈਐਸਟ ਆ 1.6 ਚਾਈਲਡ ਪਰ ਫੈਮਿਲੀ। ਜਦੋਂ ਚਾਈਲਡ ਕੇਅਰ ਦੀ ਗੱਲ ਕੀਤੀ ਜਾਵੇ, ਕੰਜ਼ਰਵੇਟਿਵ ਪਾਰਟੀ ਕਹਿੰਦੀ ਹੈ ਕਿ ਅਸੀਂ ਚਾਈਲਡ ਕੇਅਰ ਟੈਕਸ ਬੈਨੀਫਿਟ ਦੇਵਾਂਗੇ, ਲਿਬਰਲ ਪਾਰਟੀ ਕਹਿੰਦੀ ਹੈ ਕਿ ਇਹ ਰਿਚ ਨੂੰ ਵੀ ਦਿੱਤਾ ਜਾ ਰਿਹਾ, ਅਮੀਰਾਂ ਦਾ ਅਸੀਂ ਬੰਦ ਕਰਾਂਗੇ, ਜਿਹੜੇ ਪੈਸੇ ਬਚਣਗੇ ਉਹਦੇ ਨਾਲ ਅਸੀਂ ਮਿਡਲ ਕਲਾਸ ਦੀ ਹੈਲਪ ਕਰਾਂਗੇ। ਗੱਲ NDP ਦੀ ਕੀਤੀ ਜਾਵੇ ਤਾਂ $15 ਡੇ ਕੇਅਰ ਦੀ ਸਬਸਿਡੀ ਦੀ ਗੱਲ ਕਰ ਰਹੇ ਨੇ। ਜਦੋਂ ਤੁਸੀਂ ਆਪਣੇ ਰਾਈਡਿੰਗ ਦੇ ਵਿੱਚ ਜਾ ਕੇ ਲੋਕਾਂ ਨੂੰ ਆਪਣੀ ਇਸ ਪਾਲਿਸੀ ਬਾਰੇ ਦੱਸਦੇ ਆ ਤਾਂ ਲੋਕ ਕੀ ਕਹਿੰਦੇ ਨੇ, ਅਸੀਂ ਜਾਣਨਾ ਚਾਹਾਂਗੇ। ਸੋ ਜਿੱਥੇ ਚਾਈਲਡ ਕੇਅਰ ਦੀ ਤੁਸੀਂ ਗੱਲ ਕੀਤੀ ਹੈ ਵੀ ਇੱਥੇ ਬੱਚਿਆਂ ਦੀ ਵਸੋਂ ਜ਼ਿਆਦੀ ਆ ਆਲੇ ਦੁਆਲੇ ਰਾਈਡਿੰਗ ਤੋਂ, ਤੇ ਜਿਹੜਾ NDP ਦਾ ਪਲਾਨ ਵੀਰ ਜੀ ਡੇ ਕੇਅਰ ਦਾ, ਉਹ ਇੱਥੇ ਬਹੁਤ ਹੀ ਜ਼ਿਆਦਾ ਲੋਕਾਂ ਨੂੰ ਪਸੰਦ ਆ। ਕਿਉਂਕਿ ਇਹਦਾ ਕਾਰਨ ਇਹ ਆ ਵੀ ਜਿੱਥੇ ਸੂਬੇ ਲੈਵਲ ਤੇ ਆਟੋ ਇੰਸ਼ੋਰੈਂਸ ਬਰੈਂਪਟਨ ਵਿੱਚ ਸਭ ਤੋਂ ਮਹਿੰਗੀ ਆ, ਉਸ ਦੇ ਨਾਲ ਨਾਲ ਡੇ ਕੇਅਰ ਬਰੈਂਪਟਨ ਵਿੱਚ ਕੈਨੇਡਾ ਦੇ ਵਿੱਚ ਸਭ ਤੋਂ ਮਹਿੰਗੀ ਆ। ਤਕਰੀਬਨ $16,000
ਸਾਲ ਦਾ ਬਰੈਂਪਟਨ ਵਿੱਚ ਖਰਚਾ ਆ ਡੇ ਕੇਅਰ ਦਾ, ਤੇ ਤਾਂ ਹੀ ਜਿਹੜਾ NDP ਦਾ ਡੇ ਕੇਅਰ ਪਲਾਨ ਆ ਵੀ ਅਸੀਂ ਇੱਕ ਹੈਲਥ ਕੇਅਰ ਵਾਂਗੂ ਆਲਮੋਸਟ ਯੂਨੀਵਰਸਲ ਡੇ ਕੇਅਰ ਜਿੱਥੇ $15 ਖਰਚਾ ਹੋਊਗਾ ਪਰ ਡੇ, ਜੋ ਇਸ ਵੇਲੇ ਕੁਬੈਕ ਵਿੱਚ ਲਾਗੂ ਆ, ਉਹ ਅਸੀਂ ਨੈਸ਼ਨਲੀ ਕਰਨਾ ਚਾਹੁੰਦੇ ਆ। ਉਹ ਮਤਲਬ ਬਰੈਂਪਟਨ ਨਿਵਾਸੀਆਂ ਨੂੰ ਤੇ ਸਪੈਸ਼ਲੀ ਸਾਡੇ ਰਾਈਡਿੰਗ ਦੇ ਨਿਵਾਸੀਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆ, ਤੇ ਉਹਦੇ ਉੱਤੇ ਲੋਕੀ ਬਹੁਤ ਹੀ ਖੁਸ਼ ਆ ਤੇ ਉਤਸ਼ਾਹਤ ਆ ਵੀ ਇੱਦਾਂ ਦੀ ਸਹੂਲਤ ਆਵੇ। ਪਰ ਜੇ ਗੱਲ ਓਨਟਾਰੀਓ ਦੀ ਕੀਤੀ ਜਾਵੇ, ਲਿਬਰਲ ਪਾਰਟੀ ਜਿਹੜੀ ਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਆ, they don't agree with that. To implement that policy, you need to talk to the provincial government, and they don't agree with that. How can you convince your voters that you will implement this policy? ਸੋ ਵੀਰ ਜੀ, ਹਾਰਪਰ ਸਰਕਾਰ ਦੀ ਇੱਕ ਆਦਤ ਹੈਬਿਟ ਰਹੀ ਆ ਵੀ ਨਾ ਕਿਸੇ ਮੇਅਰ ਨਾਲ ਬੈਠਣਾ, ਨਾ ਕਿਸੇ ਪ੍ਰੀਮੀਅਰ ਨਾਲ ਬੈਠਣਾ, ਤੇ ਨਾ ਕਿ ਕੋਈ ਸੀਨੀਅਰ ਲੈਵਲ ਗਵਰਨਮੈਂਟ ਅਫੀਸ਼ੀਅਲ ਨਾਲ ਬੈਠਣਾ। ਜੇ ਤੁਸੀਂ ਕੈਨੇਡਾ ਦੇ ਭਲੇ ਲਈ ਕੰਮ ਕਰਨਾ ਆ, ਫਿਰ ਤੁਹਾਨੂੰ ਸਾਰਿਆਂ ਨਾਲ ਬੈਠਣਾ ਉੱਠਣਾ ਪੈਣਾ ਆ ਤੇ ਕੋਈ ਪਲਾਨ ਬਣਾਉਣਾ ਪੈਂਦਾ ਆ। ਸੋ ਜਿਹੜਾ ਪ੍ਰੋਵਿੰਸ਼ੀਅਲ ਪ੍ਰੋਗਰਾਮ ਆ, ਕਿਉਂਕਿ ਆਪਣੇ ontario ਦੇ ਵਿੱਚ ਇਹ ਕਿੰਡਰਗਾਰਟਨ ਆਲਰੇਡੀ ਹੈਗੀ ਇੱਥੇ, ਤੇ ਹੋਰ ਮਤਲਬ ਉਹ ਤੋਂ ਛੋਟੇ ਬੱਚਿਆਂ ਲਈ ਹੋਰ ਵੀ ਪ੍ਰੋਗਰਾਮ ਆ। ਸੋ ontario ਦੇ ਜਿਹੜੇ ਸਿਚੁਏਸ਼ਨ ਯੂਨੀਕ ਆ, ਬਟ ਅਸੀਂ ਪ੍ਰੋਵਿੰਸ ਬਾਏ ਪ੍ਰੋਵਿੰਸ ਜਿੱਥੇ ਵੀ ਇਹ ਪ੍ਰੋਗਰਾਮ ਰੋਲ ਆਊਟ ਕਰ ਸਕਦੇ ਆ। ਕਿਉਂਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਆ ਵੀ ਕੁਬੈਕ ਦੇ ਵਿੱਚ ਇਹ ਜਿਹੜੀ ਔਰਤਾਂ ਦੀ 4% ਇਨਕਮ ਆ, ਉਹ ਡੇ ਕੇਅਰ ਨੂੰ ਜਾਂਦੀ ਆ। ਜੇ ਤੁਸੀਂ ontario ਵਿੱਚ ਦੇਖੋ ਤਾਂ ਇੱਥੇ ਉਹ ਫਿਗਰ ਹੈਗਾ ਵੂਮਨਸ ਇਨਕਮ 36% ਗੋਜ਼ ਟੂਵਰਡਸ ਡੇ ਕੇਅਰ ਚਾਈਲਡ ਕੇਅਰ ਕਾਸਟ। ਸੋ ਇੰਨਾ ਵੱਡਾ ਜਿੱਥੇ ਡਿਫਰੈਂਸ ਹੋਵੇ, ਤੇ ਮੇਬੀ ontario ਲਿਬਰਲ ਪ੍ਰੀਮੀਅਰ ਆ ਤੇ ਉਹ ਜਸਟਿਨ ਟਰੂਡੋ ਸਾਹਿਬ ਨਾਲ ਕੈਂਪੇਨ ਕਰ ਰਹੀ ਆ। ਸੋ ਸ਼ਾਇਦ ਇਸ ਵੇਲੇ ਕੋਈ ਨਾ ਕੋਈ ਇਹਦੇ ਵਿੱਚ ਪੋਲਿਟਿਕਸ ਹੋਵੇ, ਬਟ ਜੇ ਤੁਸੀਂ ਐਕਚੁਅਲੀ ਫੈਕਟਸ ਐਂਡ ਫਿਗਰਸ ਦੇਖੋ ਤੇ ਬਰੈਂਪਟਨ ਦੇ ਨਿਵਾਸੀਆਂ ਨਾਲ ਗੱਲ ਕਰੋ ਤੇ ਤੁਹਾਨੂੰ ਪਤਾ ਲੱਗੂਗਾ ਵੀ ਲੋਕੀ ਇਸ ਦੇ ਹੱਕ ਵਿੱਚ ਬਹੁਤ ਜ਼ਿਆਦਾ ਆ ਤੇ ontario ਵਿੱਚ ਇਹਦੀ ਲੋੜ ਆ, ਸਪੈਸ਼ਲੀ ਬਰੈਂਪਟਨ। ਇੱਕ ਥੋੜਾ ਜਿਹਾ ਆਊਟ ਆਫ ਦਾ ਵੇ ਜਾ ਕੇ ਕੁਐਸਚਨ ਜ਼ਰੂਰ ਪੁੱਛੂੰਗਾ, ਛੋਟਾ ਜਿਹਾ ਕੁਐਸਚਨ ਆ, ਚਾਹੇ ਸੰਖੇਪ 'ਚ ਜਵਾਬ ਦੇ ਦਿਓ ਕਿ ontario ਦਾ ਜਿਹੜਾ ਸੈਟਸ ਐਜੂਕੇਸ਼ਨ ਕੁਰਿਕੂਲਮ ਆ, ਹਾਲਾਂਕਿ ਅੰਡਰ ਪ੍ਰੋਵਿੰਸ਼ੀਅਲ ਜੁਰਿਸਡਿਕਸ਼ਨ ਦੇ ਵਿੱਚ ਆਉਂਦਾ, ਲਿਬਰਲ ਗਵਰਨਮੈਂਟ ਦੇ ਵਿੱਚ ਆਉਣਾ, ਪਰ ਐਜ਼ ਏ NDP ਜੇ ਕੱਲ੍ਹ ਨੂੰ ਤੁਸੀਂ ਜਿੱਤਦੇ ਹੋ NDP MP, what would you say to that curriculum? ਹਾਂਜੀ, ਸੋ ਇਹਦੇ ਉੱਤੇ ਵੀਰ ਜੀ ਇੱਕ ਵਾਰੀ ਹੋਰ ਇੱਕ ਇਹ ਤੁਸੀਂ ਲਾ ਲਓ ਵੀ ਲਿਬਰਲ ਪਾਰਟੀ ਦੀ ਆਰਤ ਸੀ ਇਹ ਵੀ, ਔਰ ਇੱਕ ਹੋਰ ਐਗਜ਼ਾਮਪਲ ਆ ਵੀ ਜਿੱਥੇ ਇਹਨਾਂ ਨੇ ontario ਨਿਵਾਸੀਆਂ ਨਾਲ ਗੱਲਬਾਤ ਨਹੀਂ ਕੀਤੀ। ਇੱਕ ਹੋਰ ਇਹਦਾ ਐਗਜ਼ਾਮਪਲ ਇਹ ਆ ਵੀ ਜਦੋਂ ਬਿਜਲੀ ਇਹਨਾਂ ਨੇ ਹੁਣ ਵੇਚਣ ਜਾ ਰਹੇ ਆ ਬਿਜਲੀ ਸਿਸਟਮ, ਤੇ ਜਿੱਥੇ ਵੀ ਬਿਜਲੀ ਪ੍ਰਾਈਵੇਟ ਆ ਉੱਥੇ ਹਮੇਸ਼ਾ ਬਿਜਲੀ ਮਹਿੰਗੀ ਆ। ਸੋ ਉਹਦੇ ਵਾਂਗੂ ਲਾਸਟ ਈਅਰ ਇਲੈਕਸ਼ਨ ਹੋਈ, ਉਹਦੇ ਵਿੱਚ ਕੋਈ ਕਰਿਕੂਲਮ ਦਾ ਜ਼ਿਕਰ ਨਹੀਂ ਕੀਤਾ ਸੀ। ਲਾਸਟ ਈਅਰ ਇਲੈਕਸ਼ਨ ਹੋਈ, ਉਹਦੇ ਵਿੱਚ ਬਿਜਲੀ ਵੇਚਣ ਦਾ ਕੋਈ ਜ਼ਿਕਰ ਨਹੀਂ ਸੀ ਕੀਤਾ। ਸੋ ਇਹ ਇੱਕ ਲਿਬਰਲ ਪਾਰਟੀ ਦੀ ਆਈ ਕੈਨ ਸੇ ਸ਼ੋਰਟ ਕਮਿੰਗ ਆ ਵੀ ਲੋਕਾਂ ਨੂੰ ਸੁਣਨਾ ਨਹੀਂ ਤੇ ਇੱਕ ਤਰ੍ਹਾਂ ਦਾ ਡਿਸਰਿਸਪੈਕਟ ਕਰਨਾ। ਤੁਹਾਡੇ ਸਵਾਲ ਦਾ ਜਵਾਬ ਇਹੀ ਆ ਵੀ ਅਸੀਂ ਜੋ ਵੀ ਲੋਕਾਂ ਦਾ ਕੰਸਰਨ ਆ, ਜਿੱਥੇ ਵੀ ਜਿੱਦਾਂ ਵੀ ਅਸੀਂ ਰੇਜ਼ ਕਰ ਸਕਦੇ ਆ, ਅਫੀਸ਼ੀਅਲ ਤੌਰ 'ਤੇ ਸੂਬੇ ਦੇ ਸਰਕਾਰ ਨਾਲ ਗੱਲ ਕਰ ਸਕਦੇ ਆ, ਜਾਂ ਲੋਕਲ MPP ਜਗਮੀਤ ਸਿੰਘ ਜੋ ਕਿ ਆਲਰੇਡੀ ਇਸ ਦੇ ਬਾਰੇ ਬਿਆਨ ਦਿੱਤੇ ਹੋਆ, ਉਹਦੇ ਨਾਲ ਜਿੰਨਾ ਵੀ ਅਸੀਂ ਕੰਮ ਕਰ ਸਕਦੇ ਆ, ਪੇਰੈਂਟਸ ਦੇ ਕੰਸਰਨਸ ਅੱਗੇ ਲੈ ਕੇ ਆਉਣ ਨੂੰ, ਉੱਥੇ ਅਸੀਂ ਕੰਮ ਕਰੂੰਗੇ। ਜਦੋਂ ਗੱਲ ਥੋੜ੍ਹੀ ਬਹੁਤ ਪਾਲਿਸੀਜ਼ ਦੀ ਕੀਤੀ ਜਾਵੇ ਤੇ 3 ਪਾਰਟੀਆਂ ਨੈਕ ਟੂ ਨੈਕ ਚੱਲ ਰਹੀਆਂ ਨੇ ਸ਼ੁਰੂ ਤੋਂ ਲੈ ਕੇ 7 ਹਫ਼ਤਿਆਂ ਤੱਕ। NDP ਪਾਰਟੀ ਪਹਿਲੇ ਨੰਬਰ ਤੇ ਚੱਲ ਰਹੀ ਆ ਪੋਲ ਦੇ ਵਿੱਚ। ਜੇ ਪੋਲ ਚਾਹੇ ਨੰਬਰ ਥੋੜਾ ਡਿਫਰੈਂਸ ਥੋੜਾ ਬਹੁਤ ਜ਼ਿਆਦਾ ਨਾ ਹੋਵੇ, ਪਰ ਇਹ ਗੱਲ ਜ਼ਰੂਰ ਆ ਕਿ NDP ਨੇ ਆਪਣੀ ਲੀਡ ਬਰਕਰਾਰ ਰੱਖੀ ਹੋਈ ਆ। ਕਿ ਆਉਣ ਵਾਲੇ ਮਹੀਨੇ ਦੇ ਵਿੱਚ 19 ਅਕਤੂਬਰ ਤੱਕ NDP ਪਾਰਟੀ ਆਪਣੀ ਲੀਡ ਨੂੰ ਬਰਕਰਾਰ ਰੱਖਦੇ ਹੋਏ ਮਾਈਨੋਰਟੀ ਜਾਂ ਮੈਜੋਰਟੀ ਗਵਰਨਮੈਂਟ ਬਣਾਉਣ ਦੇ ਵਿੱਚ ਕਾਮਯਾਬ ਹੋਊਗੀ? ਹਾਂਜੀ ਵੀਰ ਜੀ, ਇਹਦੇ ਉੱਤੇ ਮੈਂ ਤਾਂ ਇਹੀ ਕਹਿ ਸਕਦਾ ਵੀ ਦਿਨ ਬਾਏ ਦਿਨ ਡੋਰਾਂ ਦੇ ਉੱਤੇ ਜਿਹੜਾ ਮੋਮੈਂਟਮ ਆ ਉਹ ਸਾਨੂੰ ਫੀਲ ਹੋ ਰਿਹਾ। ਮੇਰੇ ਪਿਛਲੇ ਦਿਨੀ ਫੰਡ ਰੇਜ਼ਿੰਗ ਡਿਨਰ ਰੱਖਿਆ ਸੀ ਬੈਂਕਟ ਹਾਲ ਦੇ ਵਿੱਚ, ਤੇ ਉੱਥੇ ਵੀ ਰੈਲੀ ਵਰਗਾ ਮਾਹੌਲ ਸੀਗਾ। ਤਕਰੀਬਨ 1000 ਲੋਕੀ ਸੀਗੇ, ਜਾਂ ਕਿ ਜਿੱਥੇ ਕਿ ਅੱਗੇ NDP ਕੈਂਪੇਨਸ ਵਿੱਚ ਇੰਨੀ ਵੱਡੀ ਗੈਦਰਿੰਗ ਨਹੀਂ ਸੀ ਹੁੰਦੀ। ਜਿੱਥੇ ਜਿੱਥੇ ਵੀ ਟੌਮ ਮਲਕੇਰ ਸਾਹਿਬ ਜਾਂਦੇ ਆ ਅਕ੍ਰੋਸ ਕੈਨੇਡਾ, ਬਹੁਤ ਹੀ ਵੱਡੀਆਂ ਭਰਵੇਂ ਹੰਗਾਰੇ ਨਾਲ ਰੈਲੀਆਂ ਹੁੰਦੀਆਂ ਆ। ਬਹੁਤ ਹੀ ਜ਼ਿਆਦਾ ਐਕਸਾਈਟਮੈਂਟ ਤੇ ਜੋਸ਼ ਆ, ਤੇ ਆਉਣ ਵਾਲੇ ਸਮੇਂ ਵਿੱਚ 19 ਅਕਤੂਬਰ ਨੂੰ NDP ਦੀ ਸਰਕਾਰ ਜ਼ਰੂਰ ਹੋਊਗੀ ਆਟੋਵਾ ਦੇ ਵਿੱਚ। ਅਖੀਰ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ NDP ਪਾਰਟੀ ਬਾਰੇ
ਜਾਂ ਤੁਹਾਡੀ ਇੰਡੀਵਿਜੂਅਲ ਰਾਈਡਿੰਗ ਬਾਰੇ ਜਾਂ ਪਰਸਨਲੀ ਹਰਬਜੀਤ ਸਿੰਘ ਕਾਲੋਂ ਬਾਰੇ ਕਿ ਵਾਈ ਸ਼ੁੱਡ ਦੇ ਇਲੈਕਟ ਹਰਬਜੀਤ ਸਿੰਘ ਕਾਲੋਂ ਐਜ਼ ਮੈਂਬਰ ਪਾਰਲੀਮੈਂਟ ਆਫ देयर ਰਾਈਡਿੰਗ। ਸੋ ਪਿਛਲੇ ਤਕਰੀਬਨ 20 ਸਾਲਾਂ ਤੋਂ ਮੈਂ ਇਸ ਰਾਈਡਿੰਗ ਦੇ ਵਿੱਚ ਕੰਮ ਕਰਦਾ ਆ ਰਿਹਾ ਹਾਂ। ਹਰੇਕ ਲੈਵਲ ਤੇ ਧਾਰਮਿਕ, ਰਾਜਨੀਤਿਕ, ਆਰਥਿਕ, ਸਪੋਰਟਸ, ਪੰਜਾਬੀ ਸੱਭਿਆਚਾਰ, ਹਰੇਕ ਐਂਗਲ ਤੋਂ ਬਹੁਤ ਹੀ ਜ਼ਿਆਦਾ ਕਮਿਊਨਿਟੀ ਦੇ ਵਿੱਚ ਕੰਮ ਕੀਤਾ ਆ। ਤੇ ਅਫੀਸ਼ੀਅਲ ਤੌਰ ਤੇ ਜੋ ਵੀ ਕਮਿਊਨਿਟੀਆਂ ਦੀਆਂ ਲੋੜਾਂ ਸੀਗੀਆਂ, ਆਟੋ ਇੰਸ਼ੋਰੈਂਸ, ਟੈਂਪਰੇਰੀ ਜੌਬ ਏਜੰਸੀ, ਹਸਪੀਟਲ ਦੇ ਮੁੱਦੇ ਉੱਤੇ ਪਟੀਸ਼ਨ ਸਾਈਨ ਕਰਾ ਕੇ, ਦਿਮਾਗ ਲਾ ਕੇ ਤੇ ਬਹੁਤ ਹੀ ਵਧੀਆ ਬਿੱਲ ਅੱਗੇ ਲੈ ਕੇ ਆਉਂਦੇ ਸੀ ਤਾਂ ਕਿ ਜੋ ਇਸ ਰਾਈਡਿੰਗ ਦੇ ਲੋਕਾਂ ਦੀ ਆਵਾਜ਼ ਸੀ ਅਸੀਂ ਅਟੇਰੀਓ ਅਸੈਂਬਲੀ ਵਿੱਚ ਪਹੁੰਚਾ ਸਕੇ ਸੀਗੇ ਸਾਡੀ ਟੀਮ ਦੇ ਨਾਲ ਥਰੂ MPP ਜਗਮੀਤ ਸਿੰਘ। ਤੇ ਉਸੇ ਰੂਪ ਵਿੱਚ ਉਹੀ ਨੁਮਾਇੰਦਗੀ ਅਸੀਂ ਚਾਹੁੰਦੇ ਹਾਂ ਕਿ ਆਟੋਵਾ ਵਿੱਚ ਹੋਵੇ। ਤੇ ਜਿਹੜਾ ਮੇਰਾ ਐਕਸਪੀਰੀਅੰਸ ਪਰਸਨਲੀ ਆ ਵੀ ਪਿਛਲੇ 8 ਸਾਲ ਬੇ ਸਟਰੀਟ ਦੇ ਉੱਤੇ ਵੱਡੀਆਂ ਬੈਂਕਾਂ ਦੇ ਸੀਨੀਅਰ ਕੰਸਲਟੈਂਟ ਰੋਲ ਕੰਮ ਕਰਨਾ, ਉਹ ਸਾਰਾ ਐਕਸਪੀਰੀਅੰਸ ਤੇ ਕਮਿਊਨਿਟੀ ਐਕਸਪੀਰੀਅੰਸ ਇੱਕ MP ਦੇ ਲਈ ਵਧੀਆ ਕੁਆਲੀਫਿਕੇਸ਼ਨ ਆ। ਤੇ ਮੈਂ ਆਸ ਕਰਦਾ ਕਿ ਸਾਰੇ ਜਿੰਨੇ ਵੀ ਸਾਡੇ ਦਰਸ਼ਕ ਆ ਉਹ ਉਸ ਦਾ ਹਿੱਸਾ ਲੈਣ ਤੇ ਮੈਨੂੰ ਸਪੋਰਟ ਕਰਨ। ਤੇ ਜਿਹੜੀ ਸਭ ਤੋਂ ਵੱਡੀ ਗੱਲ ਇਹ ਆ ਕਿ ਪਹਿਲੀ ਵਾਰੀ ਕੈਨੇਡਾ ਦੀ ਹਿਸਟਰੀ ਵਿੱਚ NDP ਸਰਕਾਰ ਬਣ ਜਾ ਰਹੀ ਆ। ਜੋ ਤੁਸੀਂ ਲਿਬਰਲ ਪਾਰਟੀ ਤੇ ਕੰਜ਼ਰਵੇਟਿਵ ਪਾਰਟੀ ਦੋਨੇ ਪਾਰਟੀਆਂ ਦੇਖ ਚੁੱਕੇ ਆ। ਤੇ ਇੱਕ ਵਾਰੀ ਇੱਕ ਵਧੀਆ ਆਵਾਜ਼ ਮਿਡਲ ਕਲਾਸ ਪਾਰਟੀ ਆਮ ਆਦਮੀ ਦੀ ਆਵਾਜ਼ ਅੱਗੇ ਹੋ ਕੇ ਤੀਸਰੀ ਆਪਸ਼ਨ ਲੋਕਾਂ ਦੇ ਸਾਹਮਣੇ ਆ। ਤੇ ਸਾਨੂੰ ਪੂਰੀ ਉਮੀਦ ਆ ਕਿ ਤੁਸੀਂ ਸਾਡੀ ਸਪੋਰਟ ਕਰੋਗੇ। ਇੱਕ ਮੀਡੀਆ ਚੈਨਲ ਲਈ ਕਾਫੀ ਕਿਸੇ ਵੀ ਪੋਲੀਟੀਕਲ ਸਪੋਰਟ ਕਰਨੀ ਕਿਸੇ ਪਾਰਟੀ ਦੀ ਕਾਫੀ ਔਖਾ ਹੁੰਦਾ, ਪਰ ਕਾਲੋਂ ਸਾਹਿਬ ਤੁਸੀਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਏ, ਕਾਫੀ ਚੰਗਾ ਲੱਗਿਆ, ਕਾਫੀ ਵਧੀਆ ਵਿਚਾਰ ਦਿੱਤੇ, ਪਾਰਟੀ ਪਾਲਿਸੀਜ਼ ਬਾਰੇ ਦੱਸਿਆ, ਕੈਨੇਡਾ ਦੀ ਜਿਹੜੀ ਪ੍ਰੈਜ਼ੈਂਟ ਪੋਲੀਟੀਕਲ ਪੋਜੀਸ਼ਨ ਆ ਜਾਂ ਸਿਚੁਏਸ਼ਨ ਆ ਉਸ ਬਾਰੇ ਜਾਣਕਾਰੀ ਦਿੱਤੀ, ਬਹੁਤ ਵਧੀਆ ਲੱਗਿਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਬਹੁਤ ਧੰਨਵਾਦ। ਅਖੀਰ ਦੇ ਵਿੱਚ ਇਹੀ ਉਮੀਦ ਕਰਦੇ ਹਾਂ ਕਿ ਤੁਹਾਡਾ ਵਰਗਾ ਇੱਕ ਵਿਅਕਤੀ ਜ਼ਰੂਰ ਮੈਂਬਰ ਪਾਰਲੀਮੈਂਟ ਬਣੇ ਤੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਕਮਿਊਨਿਟੀ ਦੀ ਆਪਣੀ ਇੰਡੀਵਿਜੂਅਲ ਹੋਲ ਕੈਨੇਡੀਅਨਸ ਦੀ ਇੱਕ ਜਿਹੜੀ ਆਵਾਜ਼ ਆ ਉਸ ਨੂੰ ਬੁਲੰਦ ਕਰ ਸਕੇ। ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦਾ ਬਹੁਤ ਧੰਨਵਾਦ। ਥੈਂਕ ਯੂ ਤੂਰ ਸਾਹਿਬ। ਮੈਂ ਤੁਹਾਨੂੰ ਵੀ ਵਧਾਈ ਦਿੰਦਾ ਵੀ ਇੱਕ ਵਧੀਆ ਪੋਲੀਟਿਕਸ ਤੇ ਡੈਮੋਕ੍ਰੇਸੀ ਵਿੱਚ ਇੱਕ ਵਧੀਆ ਮੀਡੀਆ ਰੋਲ ਤੇ ਵਧੀਆ ਸਵਾਲ ਪੁੱਛਣਾ ਬਹੁਤ ਹੀ ਜ਼ਰੂਰੀ ਆ ਤਾਂ ਕਿ ਲੋਕ ਕਲੀਅਰ ਟਰਾਂਸਪੇਰੈਂਸੀ ਦੇਖ ਸਕਣ। ਸੋ ਮੈਂ ਤੁਹਾਨੂੰ ਵੀ ਤੇ ਸਾਰੀ ਟੀਮ ਨੂੰ ਤੇ ਸਟੇਸ਼ਨ ਨੂੰ ਵਧਾਈ ਦਿੰਦਾ ਵੀ ਤੁਸੀਂ ਆਪਣਾ ਰੋਲ ਬਹੁਤ ਹੀ ਵਧੀਆ ਕੀਤਾ ਅੱਜ। ਤੇ ਥੈਂਕ ਯੂ ਸੋ ਮਚ ਮੈਨੂੰ ਟਾਈਮ ਦੇਣ ਦਾ। ਥੈਂਕ ਯੂ ਵੈਰੀ ਮਚ ਸਰ।